ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਦੋਹਰਾ ਸਤਿਗੁਰ ਸ਼ਬਦ ਸਹਾਏ ਲੇ ਨਾਮ ਜਪਨ ਹਥਿਆਰ ਮਨ ਰਿਪ ਜੀਤੈ ਮਨੁਜ ਜੇ ਦਵੈ ਲੋਕਨ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਤਿਗੁਰ ਸ਼ਬਦ ਸਹਾਏ ਲੇ ਨਾਮ ਜਪਨ ਹਥਿਆਰ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਅਧਿਆਏ 38ਵਾਂ ਚੈਪਟਰ 38। ਕਵੀ ਸੰਤੋਖ ਸਿੰਘ ਜੀ ਇਸ ਮੰਗਲ ਦੇ ਵਿੱਚ ਇੱਕ ਸਿੱਖਿਆ ਦਿੰਦੇ ਹਨ। ਕਹਿੰਦੇ ਹੇ ਮਨੁੱਖ, ਤੈਨੂੰ ਇਹ ਜਨਮ ਮਿਲਿਆ ਹੈ ਤੇ ਤੂੰ ਵੱਡੇ ਭਾਗਾਂ ਵਾਲਾ ਹੈ, ਕਿਉਂਕਿ ਤੈਨੂੰ ਗੁਰੂ ਨਾਨਕ ਵਰਗਾ ਗੁਰੂ ਪ੍ਰਾਪਤ ਹੋਇਆ ਹੈ। ਗੁਰੂਆਂ ਸਿਰ ਗੁਰੂ ਹੈ, ਆਪ ਪਰਮੇਸ਼ਰ ਤੇਰਾ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ। ਤੇ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ ਕਿ ਆਪਣੇ ਜੀਵਨ ਦੇ ਵਿੱਚ ਤੂੰ ਇਸ ਤਰ੍ਹਾਂ ਕਰੀ। ਸਤਿਗੁਰ ਸ਼ਬਦ ਸਹਾਏ ਲੇ। ਸ਼ਬਦ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਜੋ ਗੁਰਬਾਣੀ ਰੂਪ ਦੇ ਵਿੱਚ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਉਚਾਰਨ ਕੀਤਾ ਹੈ, ਜਿਹੜੇ ਸ਼ਬਦ ਰੂਪ ਹੋ ਕੇ ਪ੍ਰਗਟ ਰੂਪ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਨੂੰ ਜਿਹੜਾ ਪ੍ਰਗਟ ਕੀਤਾ ਸੰਸਾਰੀ ਜੀਵਾਂ ਦੇ ਉਧਾਰ ਵਾਸਤੇ। ਕਹਿੰਦੇ ਉਹ ਸ਼ਬਦਾਂ ਨੂੰ ਆਪਣੇ ਜਿਹੜਾ ਹੈ ਤੂੰ ਉਸ ਸ਼ਬਦ ਦੀ ਸਹਾਇਤਾ ਲੈਣੀ ਕਰ। ਨਾਮ ਜਪਨ ਹਥਿਆਰ। ਤੇ ਨਾਮ ਜਪਨ ਰੂਪੀ ਹਥਿਆਰ ਨੂੰ ਇਹ ਆਪਣੇ ਮਨ ਦਾ ਹਥਿਆਰ ਬਣਾਉਣਾ ਕਰ। ਮਨ ਰਿਪ ਜੀਤੈ ਮਨੁਜ ਜੇ। ਮਨ ਰੂਪੀ ਜੋ ਦੁਸ਼ਮਣ ਹੈ, ਜੋ ਸੰਕਲਪਾਂ ਵਿਕਲਪਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ, ਜਿਹੜੇ ਵਿਸ਼ੇ ਵਿਕਾਰਾਂ ਦਾ ਕਾਮੀ ਜੋ ਹੈ, ਉਹ ਜਿਹੜਾ ਹੈ ਮਨ ਜੋ ਹਮੇਸ਼ਾ ਹੀ ਜਿਹੜਾ ਹੈ ਪਰਮਾਤਮਾ ਤੋਂ ਇਲਾਵਾ ਦੁਨੀਆ ਦੀਆਂ ਇੱਛਾ ਕਰਦਾ ਹੈ। ਕਹਿੰਦੇ ਜਿਤ ਮਨੁਜ ਜੇ, ਉਸ ਮਨ ਦੇ ਨਾਲ ਤੂੰ ਜੰਗ ਕਰ ਨਾਮ ਰੂਪੀ ਹਥਿਆਰ ਨੂੰ ਫੜ ਕੇ ਤੇ ਗੁਰੂ ਦੇ ਸ਼ਬਦ ਰੂਪੀ ਸਹਾਇਤਾ ਨੂੰ ਲੈ ਕਰਕੇ। ਦਵੈ ਲੋਕਨ ਸੁਖ ਸਾਰ। ਜਿਹਦੇ ਕਰਕੇ ਦੋ ਲੋਕਾਂ ਵਿੱਚ ਜਿਹੜਾ ਸੁਖ ਸਾਰ ਹੈ, ਦੋਨਾਂ ਲੋਕਾਂ ਵਿੱਚ ਸੁਖ ਦੇਣ ਵਾਲਾ ਹੈ ਤੇ ਮੁਕਤੀ ਨੂੰ ਪ੍ਰਦਾਨ ਕਰਨ ਵਾਲਾ ਹੈ। ਐਸਾ ਤੂੰ ਕਰਨਾ ਕਰ ਜਿਹਦੇ ਕਰਕੇ ਤੇਰਾ ਆਇਆ ਸਫਲ ਹੋ ਜਾਵੇ। ਸ੍ਰੀ ਬਾਲਾ ਸੰਦਰਵਾਚ ਚੌਪਈ ਸੁਨੋ ਕਥਾ ਪੁਨ ਫੇਰੂ ਨੰਦਨ। ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਦੇ ਹਨ। ਕਹਿੰਦੇ ਹਨ, ਹੇ ਫੇਰੂ ਨੰਦਨ, ਬਾਬਾ ਫੇਰੂ ਮਲ ਜੀ ਦੇ ਪੁੱਤਰ ਆਪ ਜੀ ਇਹ ਅੱਗੇ ਕਥਾ ਸੁਣੋ। ਮਾਰਗ ਚਲਤਿਓ ਕਲੁਖ ਨਿਕੰਦਨ। ਜੋ ਕਲੁਖ ਜੋ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਰਸਤੇ ਤੇ ਤੁਰੇ ਜਾਂਦੇ ਸਨ। ਸਮਸ ਕਹਾਣੀ ਸਰਬ ਸੁਨਾਈ। ਸ਼ਮਸ ਤਬਰੇਜ ਦੀ ਇਹ ਸਾਰੀ ਹੀ ਸਾਖੀ ਭਾਈ ਬਾਲੇ ਨੂੰ ਸੁਣਾਉਣਾ ਕੀਤੀ ਗੁਰੂ ਸਾਹਿਬ ਜੀ ਨੇ। ਗਮਨਤ ਪਹੁੰਚਤ ਭੇ ਇਕ ਜਾਈ। ਤੇ ਗਮਨਤ ਜਾਂਦਿਆਂ ਹੋਇਆਂ ਇਹ ਰਸਤੇ ਦੇ ਵਿੱਚ ਇੱਕ ਥਾਂ ਸਤਿਗੁਰੂ ਜੀ ਪਹੁੰਚੇ, ਜਿੱਥੇ ਜਹ ਫਕੀਰ ਕੋ ਲੁੱਟ ਗਇਓ ਮੇਲਾ। ਜਿੱਥੇ ਉਹ ਥਾਂ ਪਹੁੰਚੇ ਹਨ ਸਤਿਗੁਰੂ ਜੀ ਵਾਪਸ, ਜਿੱਥੇ ਸ਼ਾਹੋ ਸੁਹਾਗਣ ਜਿਹਦਾ ਡੇਰਾ ਲੁੱਟਿਆ ਗਿਆ ਸੀ। ਪਿਛਲੇ ਜੋ ਪ੍ਰਸੰਗ ਵਿੱਚ ਆਪ ਜੀ ਨੇ ਸੁਣਿਆ ਹੈ, ਕਹਿੰਦੇ ਉਹ ਜਿਹੜਾ ਸ਼ਾਹ ਸੁਹਾਗਣ ਸੀਗਾ, ਜਿਹਦੀ ਸਾਖੀ ਆਪ ਜੀ ਨੇ ਵਿਸਥਾਰ ਪੂਰਵਕ ਨੂੰ ਸੁਣੀ ਹੈ ਕਿ ਉਹ ਜਿਹੜਾ ਹੈ ਪੂਰਨਮਾਸੀ ਵਾਲੇ ਦਿਨ ਨੂੰ ਜਿਹੜਾ ਹੈ ਵੱਡਾ ਮੇਲਾ ਕਰਦਾ ਸੀ। ਲੋਕਾਂ ਨੂੰ ਕਹਿੰਦਾ ਸੀ ਵੀ ਸ਼ਾਹੋ ਜਿਹੜਾ ਪਰਮਾਤਮਾ ਹੈ ਉਹ ਸਾਡੇ ਕੋਲ ਆਉਂਦਾ ਹੈ, ਤੇ ਇਹ ਸੁਹਾਗਣਾ ਦੇ ਰੂਪ ਵਿੱਚ ਤਿਆਰ ਹੋ ਕੇ ਲੋਕਾਂ ਨੂੰ ਇਹ ਝੂਠ ਬੋਲਦਾ ਸੀ ਕਿ ਪਰਮਾਤਮਾ ਮੇਰੇ ਕੋਲ ਆਉਂਦਾ ਹੈ। ਬਹੁਤ ਸਾਰਾ ਮੇਲਾ ਲੱਗਿਆ ਕਰਦਾ ਸੀ ਤੇ ਡੇਰੇ ਤੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਦਰਵਾਜ਼ੇ ਤੇ ਪਹੁੰਚੇ ਤਾਂ ਇਹਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਤੇ ਆਪ ਅੰਦਰ ਘਰ ਦੇ ਵਿਭਚਾਰ ਕਰ ਰਿਹਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿੱਠ ਦੇ ਕੇ ਜਦੋਂ ਵਾਪਸ ਆਏ, ਭਾਈ ਬਾਲੇ ਨੂੰ ਇਹੀ ਕਿਹਾ ਕਿ ਇਹਦਾ ਤਾਂ ਕੁਝ ਨਹੀਂ ਹੈਗਾ ਇੱਥੇ। ਇਹ ਜਿਹੜਾ ਹੈ ਭਾਈ ਮਰਦਾਨੇ ਨੂੰ ਵੀ ਇਹੀ ਕਿਹਾ ਸੀ ਉਸ ਵੇਲੇ ਕਿ ਇਹ ਜਿਹੜਾ ਸ਼ਾਹ ਸੁਹਾਗਣ ਹੈ ਇਹ ਜਿਹੜਾ ਹੈ ਪਾਪੀ ਹੈ, ਇਹ ਜਿਹੜਾ ਹੈ ਲੋਕਾਂ ਨਾਲ ਧੋਖਾ ਕਰਦਾ ਹੈ। ਜਦੋਂ ਮਹਾਰਾਜ ਜੀ ਮੁੜੇ ਉਸ ਮੇਲੇ 'ਚ ਲੜਾਈ ਪੈਣ ਕਰਕੇ ਲੋਕਾਂ ਨੇ ਇਹਦਾ ਘਰ-ਬਾਰ ਸਾਰਾ ਲੁੱਟ ਲਿਆ। ਜਦੋਂ ਇਹਨੂੰ ਵਿਭਚਾਰ ਕਰਦਿਆਂ ਪਕੜਿਆ ਤਾਂ ਉਸ ਵੇਲੇ ਇਹਨੂੰ ਵੀ ਜਿਹੜਾ ਕੁੱਟ ਮਾਰ ਕੇ ਬਾਹਰ ਕੱਢ ਦਿੱਤਾ ਤੇ ਕੋਈ ਭਿੱਖਿਆ ਵੀ ਨਹੀਂ ਪਾਉਂਦਾ ਸੀ। ਉਹ ਹਾਲ ਇਹਦਾ ਹੋਇਆ ਸੀ ਉਸ ਵੇਲੇ।
ਨਿੰਦਾ ਪ੍ਰਗਟੀ ਭਇਓ ਦੁਹੇਲਾ। ਦੇਖੋ ਇਸ ਦੀ ਬੜੀ ਨਿੰਦਿਆ ਹੋਈ ਕਿਉਂਕਿ ਸਚਾਈ ਅੱਗੇ ਆ ਗਈ, ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗ ਗਿਆ ਸਾਰਾ ਸਾਹ ਸੁਹਾਗਣ ਦਾ। ਗਇਓ ਪਖੰਡ ਉਗਰ ਸਭ ਪਾਜਾ। ਇਹਦਾ ਸਾਰਾ ਹੀ ਪਖੰਡ ਤੇ ਇਸ ਦਾ ਜਿਹੜਾ ਪਾਜ ਸੀਗਾ, ਜੋ ਹਿਪੋਕ੍ਰੀਸੀ ਜਿਹੜੀ ਸੀਗੀ ਇਹ ਕਰਦਾ, ਉਹ ਸਾਰੀ ਹੀ ਪ੍ਰਗਟ ਹੋ ਗਈ। ਇਹ ਪੂਰੀ ਤਰ੍ਹਾਂ ਕੰਪਲੀਟਲੀ ਐਕਸਪੋਜ਼ ਹੋ ਗਿਆ ਸੀ। ਲੋਕਨ ਵਿਖੇ ਅਧਿਕ ਸੋ ਲਾਜਾ। ਤੇ ਲੋਕਨ ਵਿਖੇ ਲੋਕਾਂ ਦੇ ਵਿੱਚ ਇਹ ਬਹੁਤ ਸ਼ਰਮਿੰਦਾ ਹੋਇਆ, ਮੂੰਹ ਦਿਖਾਉਣ ਜੋਗਾ ਨਹੀਂ ਰਹਿ ਗਿਆ ਕਿਸੇ ਨੂੰ। ਤੇ ਕੋ ਕਰਨ ਕਰਤਾਰਥ ਫੇਰਾ। ਉਸ ਨੂੰ ਫੇਰ ਮੁੜ ਕੇ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਦੇਖੋ ਮਹਾਰਾਜ ਜੀ ਇੰਨੇ ਬਖਸ਼ੰਦ ਹਨ ਕਿ ਸ਼ਾਹ ਸੁਹਾਗਣ ਜਿਹਨੇ ਮਿਲਣ ਤੋਂ ਇਨਕਾਰ ਕੀਤਾ ਸੀ ਤੇ ਉਹਨੂੰ ਫੇਰ ਵੀ ਸਤਿਗੁਰੂ ਜੀ ਤਰਸ ਕਰਕੇ ਉਹਨੂੰ ਮਿਲਣ ਵਾਸਤੇ ਉਸਦੇ ਨਗਰ ਵਿੱਚ ਪਹੁੰਚੇ। ਗਏ ਗੁਰੂ ਸੋ ਦੁਖੀਆ ਹੇਰਾ। ਦੇਖੋ ਮਹਾਰਾਜ ਜੀ ਕਿਉਂ ਗਏ? ਕਿਉਂਕਿ ਸ਼ਾਹ ਸੁਹਾਗਣ ਉਸ ਵੇਲੇ ਬੜਾ ਦੁਖੀ ਹੋਇਆ ਫਿਰਦਾ ਸੀਗਾ, ਰੋਂਦਾ ਪਿੱਟਦਾ ਫਿਰਦਾ ਸੀ, ਤਰਲੇ ਕਰਦਾ ਸੀ ਲੋਕਾਂ ਦੇ, ਮਿੰਨਤਾਂ ਕਰਦਾ ਸੀ ਲੋਕਾਂ ਦੀਆਂ, ਬੜਾ ਬੁਰਾ ਹਾਲ ਸੀ। ਇਹ ਤਾਂ ਬੈਗਰ ਨਾਲੋਂ ਵੀ ਪਰੇ ਸੀਗਾ, ਮੰਗਤੇ ਨਾਲੋਂ ਵੀ ਬੜੀ ਦੁਰਦਸ਼ਾ ਸੀ ਇਸ ਦੀ। ਤਿਸੇ ਤੀਏ ਕਹਿ ਕੀਨੋ ਡੇਰਾ। ਤਿਸੀ ਤਰੀ ਮਹਾਰਾਜ ਜੀ ਜਿੱਥੇ ਉਹ ਮਾਈ ਦੇ ਘਰ ਪਹਿਲਾਂ ਜਦੋਂ ਗਏ ਸਨ ਉੱਥੇ ਰਹੇ, ਫੇਰ ਮਹਾਰਾਜ ਜੀ ਉਸੇ ਜਿਹੜੇ ਹਨ ਮਾਈ ਦੇ ਘਰ ਪਹੁੰਚੇ। ਜਾਵਤ ਕੀਨੋ ਜਹਾਂ ਬਸੇਰਾ। ਮਹਾਰਾਜ ਨੇ ਉੱਥੇ ਬਸੇਰਾ ਕੀਤਾ ਜਿੱਥੇ ਪਹਿਲਾਂ ਕੀਤਾ ਸੀ। ਚੰਦ ਰਾਤ ਪੁਨ ਤਾਂ ਦਿਨ ਸੋਈ। ਹੁਣ ਦੇਖੋ ਉਹੀ ਰਾਤ ਪੂਰਨਮਾਸੀ ਵਾਲੀ ਰਾਤ ਫੇਰ ਆ ਗਈ। ਉਹੀ ਰਾਤ ਸੀਗੀ ਜਦੋਂ ਚੰਦਰਮਾ ਪੂਰਾ ਸੀਗਾ। ਮੇਲਾ ਤਾਕੇ ਭਇਓ ਨਾ ਕੋਈ। ਤੇ ਅੱਜ ਉਸ ਨਗਰ ਦੇ ਵਿੱਚ ਕੋਈ ਮੇਲਾ ਨਹੀਂ ਹੋ ਰਿਹਾ ਜਿੱਥੇ ਬਹੁਤ ਧੂਮ ਧਾਮ ਨਾਲ ਲੋਕ ਇਕੱਠੇ ਹੋਇਆ ਕਰਦੇ ਸਨ, ਬੜਾ ਮੇਲਾ ਉਤਸ਼ਾਹ ਹੋਇਆ ਕਰਦਾ ਸੀ ਲੋਕਾਂ ਨੂੰ। ਅੱਜ ਚੁੱਪ ਚਾਨ ਪਈ ਹੈ, ਕੋਈ ਵੀ ਜਿਹੜਾ ਹੈ ਅੱਜ ਮੇਲਾ ਨਹੀਂ ਹੋ ਰਿਹਾ। ਆਸ ਪਿਖ ਉਪਜੀ ਕਰੁਣਾ ਭਾਰੀ। ਇਹ ਦੇਖ ਕਰਕੇ ਚੁੱਪ ਚਾਨ ਜਿਹੜੀ ਸੀ ਉਹ ਨਗਰ ਦੇ ਵਿੱਚ ਸਤਿਗੁਰਾਂ ਨੇ ਜਿਹੜਾ ਹਨ ਕਿਰਪਾ ਕਰਨੀ ਚਾਹੀ, ਹੁਣ ਵੀ ਇਹਨਾਂ ਤੇ ਹੁਣ ਕਿਰਪਾ ਕਰੀਏ, ਇਹਨਾਂ ਦਾ ਜਿਹੜੇ ਹਨ ਮੇਲਾ ਫਿਰ ਵਾਪਸ ਆ ਜਾਵੇ। ਪੂਜਨ ਕੀਨ ਬ੍ਰਿਥਾ ਸੋ ਨਾਰੀ। ਮਹਾਰਾਜ ਨੇ ਉਸ ਮਾਈ ਨੂੰ ਸਾਰੀ ਬ੍ਰਿਥਾ ਪੁੱਛੇ ਵੀ ਇਹ ਕੀ ਹੋ ਗਿਆ ਅੱਜ। ਦੋਹਰਾ ਸਹੁ ਸੁਹਾਗਣ ਜਹ ਹੁਤੋ ਮੇਲਾ ਭਇਓ ਨਾ ਤਾਹੇ। ਮਹਾਰਾਜ ਨੇ ਪੁੱਛਿਆ, ਸ਼ਾਹ ਸੁਹਾਗਣ ਇੱਥੇ ਸੀਗਾ ਇੱਕ ਜਿਹਦੇ ਡੇਰੇ ਤੇ ਬਹੁਤ ਵੱਡਾ ਮੇਲਾ ਲੱਗਿਆ ਕਰਦਾ ਸੀ। ਰਹਿਤ ਇਹਾਂ ਕਹਿਦੋ ਨਹੀਂ ਮਾਨਵ ਮਨ ਹੈ ਜਾਹੇ। ਕਹਿਣ ਲੱਗੇ ਦੇਖੋ ਮਾਈ ਨੂੰ ਪੁੱਛਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਹਿੰਦੇ ਉਹ ਇੱਥੇ ਹੁਣ ਰਹਿੰਦਾ ਕਿ ਨਹੀਂ ਰਹਿੰਦਾ, ਜਾਂ ਹੋਰ ਕਿਤੇ ਟ੍ਰਾਂਸਫਰ ਹੋ ਗਿਆ ਹੋਣਾ, ਜਾਂ ਹੋਰ ਕਿਤੇ ਚਲਿਆ ਗਿਆ ਹੋਣਾ। ਕਹਿਣ ਲੱਗੇ ਮਾਨਵ ਮੰਨੇ ਜਾਹੇ। ਕਹਿਣ ਲੱਗੇ ਹੁਣ ਮਨੁੱਖ ਹਜੇ ਉਹਨੂੰ ਮੰਨਦੇ ਆ ਜਾਂ ਨਹੀਂ ਮੰਨਦੇ। ਚੌਪੇ ਤੀਏ ਕਹੈ ਤੇ ਝੂਠ ਸਮਾਜਾ। ਉਹ ਤੀਏ ਜਿਹੜੀ ਸੀਗੀ, ਜਿਹੜੀ ਮਾਈ ਸੀਗੀ ਕਾਫੀ ਵੱਡੀ ਉਮਰ ਵਾਲੀ ਸੀਗੀ, ਉਹ ਕਹਿੰਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੀ ਉਹਦਾ ਝੂਠ ਪਕੜਿਆ ਗਿਆ ਵਿਚਾਰੇ ਦਾ। ਉਗਰ ਗਇਓ ਜੋ ਕੀਨੋ ਪਾਜਾ। ਉਗਰ ਗਿਆ, ਸਾਰਾ ਹੀ ਐਕਸਪੋਜ਼ ਹੋ ਗਿਆ ਉਹ ਕੰਪਲੀਟਲੀ। ਸਾਰਿਆਂ ਨੂੰ ਉਹਦੀਆਂ ਜਿਹੜੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਪਰਦੇ ਪਿੱਛੇ ਜਿਹੜੇ ਵਿਕਾਰ ਕਰਦਾ ਸੀਗਾ ਤੇ ਉਹਦਾ ਭਾਜ ਜਿਹੜਾ ਉਹਦਾ ਸੀਕ੍ਰੇਟ ਹੈ ਸਾਰਾ ਹੀ ਜਿਹੜਾ ਐਕਸਪੋਜ਼ ਪੂਰਾ ਹੋ ਗਿਆ ਲੋਕਾਂ ਵਿੱਚ। ਹੁਣ ਜਿਹੜਾ ਹੈ ਉਹ ਬਿਲਕੁਲ ਹੀ ਲੋਕਾਂ ਦੇ ਵਿੱਚ ਉਹਦੀ ਇੱਜ਼ਤ ਨਹੀਂ ਰਹਿ ਗਈ। ਸੇਮਰ ਫਲ ਜਿਮ ਤਾਹੇ ਬਣਾਓ। ਕਹਿਣ ਲੱਗੇ ਜਿਵੇਂ ਸਿੰਬਲ ਰੁੱਖ ਹੁੰਦਾ ਹੈ, ਜਿਸ ਤਰ੍ਹਾਂ ਉਸ ਦਾ ਫਲ ਹੁੰਦਾ ਹੈ, ਸਿੰਬਲ ਰੁੱਖ ਦਾ ਜਿਹੜਾ ਫਲ ਹੁੰਦਾ ਹੈ ਜਿਹਨੂੰ ਸਿਲਕ ਕਾਟਨ ਟਰੀ ਕਹਿੰਦੇ ਹਨ। ਪਾਕੇ ਤੇ ਸੋ ਧੂਲ ਉਡਾਓ। ਦੇਖੋ ਜਦੋਂ ਉਹ ਫਲ ਪੱਕਦਾ ਹੈ ਆਮ ਕਰਕੇ ਉਹ ਕਿਸੇ ਦੇ ਭਲੇ ਦਾ ਹੁੰਦਾ, ਪਰ ਇਹ ਸਿੰਬਲ ਰੁੱਖ ਦਾ ਜਿਹੜਾ ਫਲ ਹੁੰਦਾ ਹੈ ਨਾ, ਇਹ ਕੀ ਹੁੰਦਾ ਜਦੋਂ ਪੱਕਦਾ ਇਹ ਟੁੱਟ ਜਾਂਦਾ ਹੈ। ਟੁੱਟ ਕੇ ਕੀ ਹੁੰਦਾ ਹੈ, ਉਸਦੇ ਅੰਦਰੋਂ ਜਿਹੜੀ ਕਾਟਨ ਹੁੰਦੀ ਹੈ ਨਾ ਰੂੰਜੀ, ਉਹ ਸਾਰੇ ਕਿਤੇ ਉੱਡ ਜਾਂਦੀ ਹੈ ਤੇ ਸਾਰੇ ਕਿਤੇ ਜਿਹੜਾ ਗੰਦ ਪਾ ਦਿੰਦੀ ਹੈ। ਅਸ ਸੁਣ ਕੇ ਬੇਦੀ ਕੁਲ ਕੇਤਾ। ਇਹ ਸੁਣ ਕਰਕੇ ਬੇਦੀ ਕੁਲ ਦੇ ਦੀਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਤਹਿ ਤੇ ਵਹਿਰ ਨਿਕੇਤਾ। ਮਹਾਰਾਜ ਜੀ ਉਸ ਵੇਲੇ ਇਹ ਮਾਈ ਤੋਂ ਸੁਣ ਕਰਕੇ ਸਤਿਗੁਰੂ ਜੀ ਬਾਹਰ ਬਹਿ ਗਏ, ਜਾ ਕੇ ਵਿਹੜੇ ਵਿੱਚ ਬਹਿ ਗਏ ਬਾਹਰ, ਜਿੱਥੇ ਜਿਹੜਾ ਖੁੱਲਾ ਥਾਂ ਸੀ। ਲੂਲਾ ਕਰ ਭਗਤੇ ਤੇ ਕਾਲਾ। ਉਸ ਵੇਲੇ ਇੱਕ ਐਸਾ ਆਦਮੀ ਜਿਹੜਾ ਕਿ ਲੂਲਾ ਸੀਗਾ, ਮਤਲਬ ਕਿ ਉਹਦੇ ਹੱਥ ਪੈਰ ਜਿਹੜੇ ਕੰਮ ਨਹੀਂ ਕਰਦੇ ਸੀ, ਵਿਚਾਰਾ ਰਿੜਦਾ ਹੋਇਆ ਉਸ ਵੇਲੇ ਪਰਮਾਤਮਾ ਦੀ ਦੇਖੋ ਕਿਸੀ ਨੇਤ ਹੈ, ਉੱਥੇ ਆ ਪਹੁੰਚਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਆਇਓ ਇੱਕ ਅਵਲੋਕ ਦਿਆਲਾ। ਤੇ ਇੱਕ ਜਦੋਂ ਐਸਾ ਜਿਹੜਾ ਹੈ ਪੀੜਤ ਆਦਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋ ਰਿੜਦਾ ਆ ਰਿਹਾ ਹੈ, ਉਸ ਨੂੰ ਦੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਇਆ ਦੇ ਘਰ ਵਿੱਚ ਆ ਗਏ। ਤਰਸ ਬਹੁਤ ਆਇਆ ਸਤਿਗੁਰਾਂ ਨੂੰ। ਦਰਸ਼ਨ ਦਰਸੇ ਭੇ ਪਦ ਪਾਨਾ। ਦੇਖੋ ਕੀ ਹੋਇਆ, ਇੱਕ ਮੇਰਾ ਭਰੀ ਨਿਗਾਹ ਸਤਿਗੁਰਾਂ ਨੇ ਉਹਨਾਂ ਤੇ ਪਾਈ ਤੇ ਉਹਦੇ ਹੱਥ ਪੈਰ ਬਿਲਕੁਲ ਠੀਕ ਹੋ ਗਏ, ਉਹ ਚੱਲਣ ਲੱਗ ਗਏ ਜੀ। ਉਹਦੀਆਂ ਲੱਤਾਂ ਵੀ ਪੈਰ ਵੀ ਤੇ ਹੱਥ ਵੀ ਸਾਰੇ ਠੀਕ ਹੋ ਗਏ, ਬਾਹਾਂ ਸਾਰੀਆਂ ਬਿਲਕੁਲ ਠੀਕ ਹੋ ਗਈਆਂ।
100% ਉਹ ਤੰਦਰੁਸਤ ਹੋ ਗਿਆ। ਸਿਰਫ ਇੱਕ ਨਿਗਾਹ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਅਤ ਸੁੰਦਰ ਹੋਇਓ ਸਵਦਾਨਾ। ਦੇਖੋ ਹੱਥ ਜਾਂ ਅਤ ਸੁੰਦਰ, ਬਹੁਤ ਸੁੰਦਰ ਉਹਦਾ ਸਰੀਰ ਬਣ ਗਿਆ, ਬਹੁਤ ਸੋਹਣਾ ਹੋ ਗਿਆ ਉਹ। ਹੱਥ ਬੰਦ ਸੋ ਖਰਾ ਅਗਾਰੀ। ਉਹਨੇ ਹੱਥ ਬੰਨ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਗਿਆ ਆ ਕੇ। ਹੋਏ ਦੀਨ ਮੁਖ ਗਿਰਾ ਉਚਾਰੀ। ਹੋਏ ਦੀਨ, ਬੜੀ ਨਿਮਰਤਾ ਵਿੱਚ ਆਇਆ ਤੇ ਕਹਿੰਦਾ ਦੇਖੋ ਮੇਰੇ ਹੱਥ ਪੈਰ ਠੀਕ ਹੋ ਗਏ। ਉਹ ਬੜਾ ਹੀ ਜਿਹੜਾ ਹਨ ਖੁਸ਼ੀ ਇੰਨੀ ਹੈ ਕਿ ਉਹ ਤੋਂ ਬੋਲਿਆ ਨਹੀਂ ਜਾਂਦਾ। ਰਾਵਰ ਕੇ ਦਰਸ਼ਨ ਤਨ ਮੇਰਾ। ਰਾਵਰ ਕੇ ਦਰਸ਼ਨ, ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਦਿਆਂ ਸਾਰ ਮੇਰਾ ਜਿਹੜਾ ਸਰੀਰ ਹੈ ਭਾ ਅਰੋਗ ਦੁੱਖ ਕਟਿਓ ਕਨੇਰਾ। ਉਹ ਬਿਲਕੁਲ ਹੀ ਮੇਰਾ ਸਰੀਰ ਅਰੋਗ ਹੋ ਗਿਆ, ਸਾਰੇ ਰੋਗ ਕੱਟੇ ਗਏ ਜਿਹਦੇ ਕਰਕੇ ਮੇਰੇ ਹੱਥ ਪੈਰ ਨਹੀਂ ਚੱਲਦੇ ਸਨ। ਮੋਤੇ ਸੰਗ ਨਾ ਛੋੜਿਓ ਜਾਈ। ਮਹਾਰਾਜ ਹੁਣ ਤੋਂ ਬਾਅਦ ਤਾਂ ਮੈਂ ਆਪ ਜੀ ਦਾ ਸੰਗ ਨਹੀਂ ਛੱਡਾਂਗਾ ਪਾਤਸ਼ਾਹ ਜੀ, ਮੈਂ ਤੁਹਾਡਾ ਸੇਵਕ ਬਣ ਕੇ ਰਹਾਂਗਾ। ਆਖੋ ਅਬ ਆਪਣੀ ਸਰਨਾਈ। ਇਸ ਕਰਕੇ ਪਾਤਸ਼ਾਹ ਜੀ ਮੇਰੀ ਬੇਨਤੀ ਹੈ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਮੈਨੂੰ ਆਪਣੇ ਨਾਲ ਹੀ ਰੱਖੋ, ਆਪਣਾ ਸੇਵਕ ਜਾਣੋ। ਸੁਨ ਮੁਸਕਾਨਾ ਕਿਰਪਾ ਨਿਧਾਨਾ। ਇਹ ਸੁਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਸਕਰਾਉਣ ਲੱਗ ਪਏ। ਮਹਾਰਾਜ ਨੇ ਸਮਾਈਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ, ਜੋ ਕਿਰਪਾ ਦੇ ਖਜ਼ਾਨੇ ਹਨ। ਤੇ ਸੋ ਇਸ ਬਿਦ ਬਚਨ ਬਖਾਨਾ। ਉਹਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਖੋ ਕੀ ਕਿਹਾ ਉਸ ਨੂੰ। ਨਗਰ ਬਿਖੈ ਬੂਝੇ ਜੇ ਕੋ। ਕਹਿਣ ਲੱਗੇ ਤੈਨੂੰ ਤਾਂ ਸਾਰੇ ਜਾਣਦੇ ਸਨ ਨਾ, ਤੇਰੇ ਹੱਥ ਪੈਰ ਨਹੀਂ ਚੱਲਦੇ, ਹੁਣ ਚੱਲਣ ਲੱਗ ਪਏ। ਕਹਿੰਦੇ ਜੇ ਤੈਨੂੰ ਕੋਈ ਪੁੱਛੇਗਾ ਨਾ ਨਗਰ ਦੇ ਵਿੱਚ ਤੇਰੇ ਹੱਥ ਪੈਰ ਕਿਵੇਂ ਠੀਕ ਹੋਏ, ਕਿਸ ਬਿਦ ਤੇਰੇ ਕਰ ਪਗ ਹੋ। ਹਾਂ ਕਹਿੰਦੇ ਇਹੀ ਸਵਾਲ ਤੈਨੂੰ ਸਾਰਿਆਂ ਨੇ ਕਰਨਾ ਹੈ ਵੀ ਤੇਰੇ ਹੱਥ ਪੈਰ ਜਿਹੜੇ ਨਹੀਂ ਚੱਲਦੇ ਸੀ ਅਚਾਨਕ ਕਿਵੇਂ ਚੱਲਣ ਲੱਗ ਪਏ। ਕਹੀਏ ਸੋ ਸੁਹਾਗਣ ਦੀਨਾ। ਕਹਿਣ ਲੱਗੇ ਤੂੰ ਇਸ ਦਾ ਜਵਾਬ ਇਹ ਦੇਣਾ ਹੈ ਕਿ ਇਹ ਸ਼ਾਹੋ ਸੁਹਾਗਣ ਜਿਹੜਾ ਸੀ ਉਹਨੇ ਮੇਰੇ ਹੱਥ ਪੈਰ ਠੀਕ ਕੀਤੇ ਨੇ, ਵੀ ਉਹਨੇ ਜਿਹੜੀ ਮੇਰੇ ਤੇ ਨਿਗਾਹ ਪਾ ਕੇ ਤੇ ਮੇਰੇ ਹੱਥ ਪੈਰ ਸ਼ਾਹੋ ਸੁਹਾਗਣ ਨੇ ਕੀਤੇ ਹਨ ਠੀਕ। ਲੂਲੇ ਤੇ ਕਰ ਪਗ ਸੁਬਕੀਨਾ। ਦੇਖੋ ਕਹਿੰਦਾ ਲੂਲੇ ਤੇ ਕਰ ਪੱਗ ਸ਼ੁਭ ਕੀਨਾ, ਮੇਰੇ ਹੱਥ ਪੈਰ ਮੈਂ ਲੂਲਾ ਸੀ ਪਰ ਮੈਂ ਹੁਣ ਠੀਕ ਹੋ ਗਿਆ ਹਾਂ, ਮੈਂ ਕ੍ਰਿਪਲ ਸੀਗਾ। ਆਏ ਸਮਾਨ ਗੁਰੂ ਕੀ ਸੋ। ਉਹਨੇ ਆਗਿਆ ਮੰਨ ਲਈ ਜੀ ਗੁਰੂ ਸਾਹਿਬ ਦੀ, ਜਿਵੇਂ ਸਤਿਗੁਰਾਂ ਨੇ ਕਿਹਾ ਉਹਨੇ ਮੰਨ ਲਿਆ ਜੀ, ਕੋਈ ਸਵਾਲ ਨਾ ਕੀਤਾ। ਆਇਓ ਨਗਰ ਬੂਝੈ ਜੇ ਕੋ। ਹੁਣ ਨਗਰ ਵਿੱਚ ਜਾਂਦਾ ਹੈ ਤੇ ਜੋ ਵੀ ਕੋਈ ਉਹਨੂੰ ਪੁੱਛਦਾ ਹੈ ਲੂਲੇ ਤੈਂ ਕਰ ਪੱਗ ਕਿਤ ਪਾਏ। ਕਹਿਣ ਲੱਗੇ ਤੂੰ ਤਾਂ ਲੂਲਾ ਸੀ, ਤੇਰੇ ਤਾਂ ਹੱਥ ਪੈਰ ਨਹੀਂ ਚੱਲਦੇ ਸਨ, ਤੂੰ ਕ੍ਰਿਪਲ ਸੀਗਾ, ਤੇ ਇਹ ਕੀ ਹੋ ਗਿਆ ਜਿਹੜਾ ਹੈ ਤੇਰੇ ਨਾਲ, ਤੂੰ ਤਾਂ ਬਿਲਕੁਲ ਠੀਕ ਲੱਗਦਾ ਹਾਂ। ਸੋ ਸੁਨਤਾ ਕੋ ਦੇਤ ਬਤਾਏ। ਉਸ ਵੇਲੇ ਉਹ ਜਿਹੜਾ ਹੈ ਉਹ ਲੋਕਾਂ ਦੀ ਇਹ ਗੱਲ ਸੁਣ ਕੇ ਉਹਨਾਂ ਨੂੰ ਜਵਾਬ ਵਿੱਚ ਇਹੀ ਦੱਸਦਾ ਹੈ ਸੋ ਸੁਹਾਗਣ ਕਰੁਣਾ ਕੀਨੀ। ਦੇਖੋ ਮੇਰੇ ਤੇ ਤਾਂ ਸ਼ਾਹੋ ਸੁਹਾਗਣ ਨੇ ਕਿਰਪਾ ਕਰਤੀ ਹੈ, ਦੇਹ ਅਰੋਗ ਤੁਰਤ ਕਰ ਦੀਨੀ। ਮੇਰੀ ਦੇਹ ਅਰੋਗ ਕਰਤੀ ਜੀ, ਉਹਨੇ ਤੁਰੰਤ ਇੰਸਟੈਂਟਲੀ ਮੇਰੀ ਦੇਹ ਜਿਹੜੀ ਹੈ ਮੇਰਾ ਸਰੀਰ ਬਿਲਕੁਲ ਹੀ ਠੀਕ ਕਰਤਾ ਉਹਨਾਂ ਨੇ। ਸੁਣ ਕੇ ਲੋਕਨ ਅਚਰਜ ਮਾਨਾ। ਲੋਕਾਂ ਨੇ ਬੜਾ ਹੈਰਾਨ ਮੰਨਿਆ ਜੀ, ਕਹਿੰਦੇ ਹਾਂ ਸੱਚ, ਕਹਿੰਦੇ ਸ਼ਾਹ ਸੁਹਾਗਣ ਨੇ ਤੇਰਾ ਠੀਕ ਕੀਤਾ ਹੈ। ਸਗਲੇ ਪੁਰ ਤਿਨ ਕੀਨ ਪਿਆਨਾ। ਸਗਲੇ ਪੁਰ ਤਿਨ ਕਹਿਣ ਲੱਗੇ ਫਿਰ ਉਹ ਜਿਹੜਾ ਸੀ ਉਹ ਲੂਲਾ ਜਿਹੜਾ ਸੀ ਵਿਚਾਰਾ ਠੀਕ ਹੋਇਆ, ਜਿੱਥੇ ਕਿਤੇ ਵੀ ਉਹ ਗਿਆ ਉਹਨੇ ਇਹੀ ਗੱਲ ਕੀਤੀ, ਮਤਲਬ ਸਾਰੇ ਨਗਰ ਵਿੱਚ ਕੋਨੇ ਕੋਨੇ ਵਿੱਚ ਇਹ ਗੱਲ ਫੈਲ ਗਈ ਵੀ ਸ਼ਾਹੋ ਸੁਹਾਗਣ ਨੇ ਹੀ ਇਹਦੇ ਪੈਰ ਹੱਥ ਪੈਰ ਠੀਕ ਕੀਤੇ ਹਨ। ਕਹਿਤ ਤਿਹ ਕੇ ਢਿਗ ਆਇਓ। ਦੇਖੋ ਕਹਿੰਦਿਆਂ ਉੱਥੇ ਪਹੁੰਚ ਗਿਆ ਜਿੱਥੇ ਸ਼ਾਹੋ ਸੁਹਾਗਣ ਆਪ ਲੁਕਿਆ ਬੈਠਾ ਸੀ ਵਿਚਾਰਾ। ਉਹ ਕਿਤੇ ਲੁਕਿਆ ਬੈਠਾ ਸੀ ਕਿਉਂਕਿ ਲੋਕ ਤਾਂ ਕੁੱਟਣ ਨੂੰ ਪੈਂਦੇ ਸੀ, ਉਹਨੂੰ ਮਾਰਨ ਨੂੰ ਪੈਂਦੇ ਸੀਗੇ, ਇਹ ਕਿਤੇ ਲੁਕਿਆ ਬੈਠਾ ਸੀਗਾ। ਇਹ ਗੱਲ ਉਹਦੇ ਤੱਕ ਪਹੁੰਚ ਗਈ। ਸੋ ਸੁਹਾਗਣ ਜੌਨ ਕਹਾਇਓ। ਕਹਿਣਗੇ ਜੋ ਜਿਹੜਾ ਹੈ ਆਪਣੇ ਆਪ ਨੂੰ ਸ਼ਾਹ ਸੁਹਾਗਣ ਕਹਿੰਦਾ ਸੀ ਹੁਣ ਉਹਨੂੰ ਵੀ ਪਤਾ ਲੱਗ ਗਿਆ। ਸੁਣ ਕਰ ਬੂਝਤ ਕਿਹ ਥਲ ਸੋ। ਤੇ ਉਸ ਵੇਲੇ ਉਹਨੂੰ ਉਹ ਜਿਹੜਾ ਹੈ ਉਹ ਆਦਮੀ ਜਿਹੜਾ ਸੀਗਾ ਉਹਨੂੰ ਆਪਣੇ ਪਾਸੇ ਕਰਕੇ ਕਹਿੰਦਾ ਤੂੰ ਕਹਿੰਦਾ ਤੈਨੂੰ ਸ਼ਾਹ ਸੁਹਾਗਣ ਨੇ ਠੀਕ ਕੀਤਾ ਹੈ, ਮੈਨੂੰ ਦੱਸ ਤੇਰੇ ਹੱਥ ਪੈਰ ਠੀਕ ਕਰਨ ਵਾਲਾ ਜਿਹੜਾ ਸੀ ਉਹ ਕਿੱਥੇ ਹੈ, ਉਹ ਮੈਨੂੰ ਉਹ ਦੱਸ। ਜਾਹੇ ਤੋਰ ਦੁੱਖ ਦੀਨੋ ਖੋ। ਹਾਂ ਜਿੱਥੇ ਤੇਰਾ ਦੁੱਖ ਮਿਟਿਆ ਗਿਆ ਹੈ ਉਹ ਥਾਂ ਕਿੱਥੇ ਹੈ। ਕਹੈ ਸੋ ਚਲੋ ਮੋਰ ਤੁਮ ਸੰਗਾ। ਕਹਿਣਗੇ ਚੱਲ ਮੈਂ ਤੇਰੇ ਨਾਲ ਚੱਲਦਾ ਹਾਂ, ਮੈਨੂੰ ਵੀ ਦਰਸ਼ਨ ਕਰਾ ਉਹਨਾਂ ਦੇ ਜਿਨ੍ਹਾਂ ਨੇ ਤੇਰੇ ਹੱਥ ਪੈਰ ਠੀਕ ਕੀਤੇ ਹਨ। ਦਰਸਾਵੋ ਜਿਹ ਕੀ ਦੁੱਖ ਭੰਗਾ। ਕਹਿਣਗੇ ਦਰਸਾਵੋ ਉਹਦੇ ਦਰਸ਼ਨ ਮੈਨੂੰ ਕਰਾਓ ਜਿਹਨੇ ਤੇਰਾ ਦੁੱਖ ਦੂਰ ਕਰਤਾ। ਸੋ ਸੁਹਾਗਣ ਅਚਰਜ ਮਾਨਿਓ। ਤੇ ਸ਼ਾਹ ਸੁਹਾਗਣ ਜਿਹੜਾ ਸੀਗਾ ਉਹ ਮਨ ਵਿੱਚ ਬੜਾ ਹੈਰਾਨ ਹੈ। ਦਰਸ਼ਨ ਕਰਨੇ ਹੇਤ ਲੁਭਾਨਿਓ। ਉਹ ਲੁਭਾਨਿਓ ਕਹਿਣ ਲੱਗੇ ਬੜਾ ਉਹਨੂੰ ਉਤਸ਼ਾਹ ਚੜਿਆ ਤੇ ਉਹਨੂੰ ਜਿਹੜਾ ਇਹ ਚਾਹ ਹੈ ਕਿ ਮੈਂ ਮਿਲਾਂ ਤਾਂ ਸਹੀ ਜਿਨ੍ਹਾਂ ਨੇ ਇਹਨਾਂ ਦੇ ਹੱਥ ਪੈਰ ਠੀਕ ਕੀਤੇ ਹਨ। ਸੰਗ ਚਲਿਓ ਸ੍ਰੀ ਗੁਰ ਢਿਗ ਆਏ। ਤੇ ਉਹਦੇ ਨਾਲ ਚੱਲਦਾ ਉੱਥੇ ਆ ਗਿਆ ਉਹ ਮਾਈ ਦੇ ਘਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਵੈ ਲੋਚਨ ਮਹਿ ਕਰੁਣਾ ਛਾਏ। ਦੇਖੋ ਦੁਆਏ ਜਿਹੜਾ ਹਨ ਸਤਿਗੁਰਾਂ ਦੇ ਦੋਵੇਂ ਨੇਤਰਾਂ ਦੇ ਵਿੱਚ ਮਹਾਰਾਜ ਦੇ ਕਿਰਪਾ ਭਰੀ ਹੋਈ ਹੈ। ਸਤਿਗੁਰੂ ਜੀ ਕਿਰਪਾ ਕਟਾਕ ਅਵਲੋਕਨ ਕੀਨੋ
ਦਾਸ ਕਾ ਦੁੱਖ ਵਿਧਾਰਿਓ। ਐਸੀ ਨਿਗਾਹ ਸਤਿਗੁਰਾਂ ਦੇ ਜਿਹੜੇ ਹਨ ਮਹਾਰਾਜ ਨੇ ਕੀਤੀ। ਦੋਹਰਾ ਸੋਹ ਸੁਹਾਗਣ ਦਰਸ ਕਰ ਜਾਣੇ ਸੋ ਦਰਵੇਸ। ਤੇ ਸ਼ਾਹ ਸੁਹਾਗਣ ਨੇ ਜਦੋਂ ਗੁਰੂ ਨਾਨਕ ਸਾਹਿਬ ਵੱਲ ਦੇਖਿਆ ਨਾ ਤਾਂ ਉਹਨੇ ਉਦੋਂ ਹੀ ਪਛਾਣ ਲਿਆ, ਕਹਿੰਦੇ ਤੇ ਇਹ ਤਾਂ ਉਹੀ ਦਰਵੇਸ਼ ਹੈ। ਦਰ ਪਰ ਮੇਰੇ ਜੋ ਮੁਰੇ ਸੋ ਖੁਦਾਏ ਜਗਤੇਸ। ਕਹਿਣ ਲੱਗੇ ਮੇਰੇ ਦਰ ਤੇ ਜਿਹੜਾ ਆਇਆ ਸੀ ਨਾ ਮੈਨੂੰ ਮਿਲਣ ਵਾਸਤੇ ਤੇ ਮੈਂ ਇਨਕਾਰ ਕੀਤਾ ਸੀ ਵੀ ਮੈਂ ਨਹੀਂ ਉਹਨਾਂ ਨੂੰ ਮਿਲਣਾ, ਕਹਿੰਦਾ ਲੈ ਇਹ ਤਾਂ ਉਹੀ ਖੁਦਾ ਹੀ ਨਿਕਲਿਆ। ਮੈਂ ਕਹੀ ਜਾਂਦਾ ਸੀ ਲੋਕਾਂ ਨੂੰ, ਝੂਠ ਬੋਲਦਾ ਸੀ ਵੀ ਮੇਰੇ ਕੋਲ ਸ਼ਾਹੋ ਉਹ ਰੱਬ ਆਉਂਦਾ ਹੈ ਪੂਰਨਮਾਸੀ ਵਾਲੇ ਦਿਨ ਨੂੰ, ਕਹਿੰਦਾ ਇਹ ਤਾਂ ਰੱਬ ਆਪ ਮੇਰੇ ਦਰਵਾਜ਼ੇ ਤੇ ਆਇਆ ਤੇ ਮੈਂ ਮੋੜ ਦਿੱਤਾ, ਤਾਂ ਹੀ ਤਾਂ ਮੇਰਾ ਬੁਰਾ ਹਾਲ ਹੋਇਆ। ਫਿਰ ਚੌਪੇ ਮੋਰ ਪਖੰਡ ਤਜਾਵਨ ਆਇਓ। ਦੇਖੋ ਇਹ ਤਾਂ ਰੱਬ ਆਪ ਆਇਆ ਸੀ ਮੇਰੇ ਦਰ ਤੇ ਕਿ ਮੈਂ ਜਿਹੜੇ ਪੁੱਠੇ ਸਿੱਧੇ ਕੰਮ ਕਰਦਾ ਹਾਂ, ਜਿਹੜੇ ਮੈਂ ਗਲਤ ਕੰਮ ਕਰਦਾ ਹਾਂ, ਇਹਨਾਂ ਨੂੰ ਦੂਰ ਕਰਨ ਵਾਸਤੇ, ਜਿਹੜੇ ਮੇਰੀ ਹਿਪੋਕ੍ਰੇਸੀ ਸੀ ਉਹਨੂੰ ਦੂਰ ਕਰਨ ਵਾਸਤੇ, ਪਖੰਡ ਨੂੰ। ਇਸ ਵੇਲੇ ਜਾਨ ਚਰਨ ਲਪਟਾਇਓ। ਇਹ ਜਾਣ ਕਰਕੇ ਉਸ ਸ਼ਾਹ ਸੁਹਾਗਣ ਨੇ ਕੀ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਜਾ ਕੇ। ਦੀਨ ਭਇਓ ਨਾ ਉਠਾਵਤ ਸੀਸਾ। ਬਸ ਦੀਨ ਭਇਓ, ਇੰਨਾ ਦੀਨ ਹੋਇਆ, ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਨਾਲ ਜਿਹੜਾ ਜਾ ਲਾਇਆ ਤੇ ਮੁੜ ਕੇ ਹੀ ਨਹੀਂ ਚੁੱਕਦਾ। ਹੁਣ ਉੱਥੇ ਹੀ ਆਪਣਾ ਜਿਹੜਾ ਮੱਥਾ ਲਾਈ ਰੱਖਿਆ ਤੇ ਸਤਿਗੁਰਾਂ ਦੇ ਚਰਨਾਂ ਨੂੰ ਪਕੜੀ ਬੈਠਾ ਹੈ। ਕਰਤ ਬਿਨੈ ਤੁਮ ਹੋ ਜਗਦੀਸਾ। ਤੇ ਬੇਨਤੀ ਕਰਦਾ ਹੈ, ਰੋ ਰੋ ਕੇ ਕਰਦਾ ਹੈ, ਤੁਮ ਹੋ ਜਗਦੀਸਾ, ਤੂੰ ਜਗਤ ਦਾ ਈਸ ਹੈ, ਤੂੰ ਜਗਤ ਦਾ ਮਾਲਕ ਹੈ। ਅਫਵਲ ਗੁਨ ਹੈ ਕਰੋ ਅਬ ਮੇਰਾ। ਮਹਾਰਾਜ ਮੈਨੂੰ ਮਾਫ ਕਰ ਦੋ ਜਿਹੜੇ ਮੈਂ ਪਾਪ ਕੀਤੇ ਹਨ। ਪਾਤਸ਼ਾਹ ਜੀ ਮੈਨੂੰ ਜਿਹੜਾ ਹੈ ਗੁਣ ਹੈ ਕਰੋ ਅਬ ਮੇਰਾ ਹੁਣ ਮੈਨੂੰ ਗੁਣ ਦੇ ਦਿਓ, ਮੇਰੇ ਔਗਣ ਬਖਸ਼ ਲਿਓ ਸਤਿਗੁਰੂ ਜੀ। ਹੋ ਸਾਹਿਬ ਮੈਂ ਰਾਵਰ ਚੇਰਾ। ਹੋ ਸਾਹਿਬ ਤੁਸੀਂ ਸਾਹਿਬ ਹੋ, ਮੈਂ ਤੁਹਾਡਾ ਚੇਲਾ ਹਾਂ। ਸ਼ਾਹ ਸੁਹਾਗਣ ਕਹਿੰਦਾ ਹੋ ਅਦਮੰ ਤੂੰ ਅਦਮ ਉਦਾਹਰਨ। ਕਹਿਣਗੇ ਹੋ ਅਦਮੰ, ਕਹਿੰਦਾ ਮੈਂ ਨੀਚ ਹਾਂ। ਕਹਿਣ ਲੱਗੇ ਤੂੰ ਜਿਹੜਾ ਅਦਮ ਉਦਾਹਰਨ, ਤੁਸੀਂ ਨੀਚਾਂ ਨੂੰ ਤਾਰਨ ਵਾਲੇ ਹੋ। ਪਾਤਸ਼ਾਹ ਜੀ ਮੈਂ ਨੀਚ ਹਾਂ, ਮੈਂ ਡੁੱਬਣ ਵਾਲਾ ਹਾਂ, ਤੁਸੀਂ ਤਾਰਨ ਵਾਲੇ ਹੋ ਹੱਥ ਦੇ ਕੇ। ਭਾ ਅਵਤਾਰ ਜਗਤ ਕੋ ਤਾਰਨ। ਪਾਤਸ਼ਾਹ ਜੀ ਤੁਹਾਡਾ ਅਵਤਾਰੇ ਤੁਸੀਂ ਲਿਆ ਹੈ ਇਸ ਜਗਤ ਨੂੰ ਤਾਰਨ ਵਾਸਤੇ। ਆਪ ਛਪਾਏ ਮੁਝੇ ਵਡਿਆਈ। ਦੇਖੋ ਇਸ ਪਿੰਗਲੇ ਨੂੰ ਤੁਸੀਂ ਠੀਕ ਕੀਤਾ ਤੇ ਇਹਨੂੰ ਠੀਕ ਕਰਕੇ ਤੇ ਮੇਰਾ ਨਾਂ ਲਾਤਾ ਵੀ ਮੈਂ ਕੀਤਾ ਹੈ, ਮੈਨੂੰ ਵਡਿਆਈ ਦੇਣ ਵਾਸਤੇ। ਦੇਖੋ ਅਸਲ ਵਿੱਚ ਜਿਹੜਾ ਹੈ ਪਰਮਾਤਮਾ ਐਸਾ ਹੀ ਕਰਦਾ ਹੈ ਨਾ, ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੁੰਦਾ ਹੈ। ਪਰ ਇਹ ਜਿਹੜਾ ਹੈ ਮਨੁੱਖ ਨੂੰ ਪਰਮਾਤਮਾ ਵਡਿਆਈ ਦੇ ਦਿੰਦਾ, ਜਿਵੇਂ ਇਹਨੂੰ ਸ਼ਾਹ ਸੁਹਾਗਣ ਨੂੰ ਗੁਰੂ ਨਾਨਕ ਨੇ ਦਿੱਤੀ। ਦੇਖੋ ਇਸੇ ਤਰ੍ਹਾਂ ਹੀ ਆਪਣੇ ਨਾਲ ਵੀ ਹੁੰਦਾ ਹੈ, ਜੋ ਕਾਰਜ ਕਰਨ ਤੇ ਕਰਾਉਣ ਵਾਲਾ ਉਹ ਪਰਮਾਤਮਾ ਹੈ ਤੇ ਮਨੁੱਖ ਨੂੰ ਜਿਹੜਾ ਹੈ ਉਹ ਵਡਿਆਈ ਦਿੰਦਾ ਹੈ। ਤੇ ਆਪਾਂ ਵਡਿਆਈ ਨੂੰ ਲੈ ਕੇ ਕਹਿ ਦਿੰਦੇ ਵੀ ਮੈਂ ਕੀਤਾ ਹਾਂ, ਆਪਾਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਹਾਂ ਮੈਂ ਹੀ ਕੀਤਾ ਹੈ। ਦੇਖੋ ਐਸਾ ਜਿਹੜਾ ਹੈ, ਦੇਖੋ ਕਿੱਡਾ ਵੱਡੀ ਮੈਸੇਜ ਮਹਾਰਾਜ ਨੇ ਇਸ ਸਾਖੀ ਵਿੱਚ ਆਪਾਂ ਨੂੰ ਦੱਸ ਰਹੇ ਹਨ। ਜਿਵੇਂ ਸ਼ਾਹ ਸੁਹਾਗਣ ਨੂੰ ਦੇਖੋ ਵਡਿਆਈ ਦਿੱਤੀ, ਪਰਮਾਤਮਾ ਆਪਾਂ ਨੂੰ ਹਰ ਰੋਜ਼ ਐਸੀ ਵਡਿਆਈ ਦਿੰਦਾ ਹੈ ਤੇ ਆਪਾਂ ਉਸ ਵਡਿਆਈ ਨੂੰ ਗਲਤ ਵਰਤੋਂ ਕਰਕੇ ਆਪਾਂ ਆਪਣਾ ਹੰਕਾਰ ਬਣਾ ਲੈਂਦੇ ਹਾਂ। ਇਸ ਕਰਕੇ ਤੁਮ ਦੇਵਤ ਇਹ ਬਿਰਦ ਸਦਾਈ। ਦੇਖੋ ਤੁਮ ਦੇਵਤ, ਤੁਸੀਂ ਤਾਂ ਦੇਣ ਵਾਲੇ ਹੋ, ਇੱਥੇ ਤਾਂ ਤੁਹਾਡਾ ਸੁਭਾਅ ਹੀ ਹੈ, ਤੁਸੀਂ ਦਿੰਦੇ ਹੀ ਹੋ, ਲੈਂਦੇ ਤਾਂ ਕੁਝ ਵੀ ਨਹੀਂ ਕਿਸੇ ਤੋਂ। ਗੁਰੂ ਕਹੈ ਐਸੇ ਅਬ ਜਾਨੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਐਸੇ ਅਬ ਜਾਨੋ, ਹੁਣ ਤਾਂ ਤੂੰ ਐਸਾ ਜਾਣਨਾ ਕਰ। ਸੋਹ ਰਵਿਆ ਸਭ ਮਾਹੇ ਪਛਾਨ ਹੈ। ਸ਼ਾਹੋ ਕਹਿਣਗੇ ਜਿਹੜਾ ਸ਼ਾਹੋ ਸੁਹਾਗਣ ਦੀ ਤੂੰ ਗੱਲ ਕਰਦਾ, ਤੂੰ ਸੁਹਾਗਣ ਬਣਿਆ ਸੀ ਉਹ ਸ਼ਾਹੋ ਦਾ। ਕਹਿੰਦੇ ਇੱਕ ਉਪਦੇਸ਼ ਆਪਣੇ ਪੱਲੇ ਬਣ ਲਾ ਅੱਜ, ਉਹੀ ਸ਼ਾਹੋ ਜਿਹੜਾ ਪਰਮਾਤਮਾ ਹੈ ਸਾਰਿਆਂ ਦੇ ਵਿੱਚ ਹੀ ਹੈ, ਉਹਨੂੰ ਸਾਰਿਆਂ ਵਿੱਚ ਦੇਖਣਾ ਕਰ ਪਰਮਾਤਮਾ ਨੂੰ। ਦੋਹਰਾ ਸਭ ਕੋ ਦਰਸ਼ਨ ਦੀਜੀਏ ਸਭ ਕੋ ਦਰਸ਼ਨ ਲੈਹੋ। ਦੇਖੋ ਸਾਰਿਆਂ ਨੂੰ ਆਪਣੇ ਦਰਸ਼ਨ ਦੇ ਤੇ ਸਾਰਿਆਂ ਦੇ ਦਰਸ਼ਨ ਲੈ। ਇਸ ਕਰਕੇ ਤੂੰ ਆਪਣੇ ਆਪ ਨੂੰ ਵੱਡਾ ਨਾ ਸਮਝ, ਕਿਉਂਕਿ ਰੱਬ ਤਾਂ ਸਾਰਿਆਂ ਵਿੱਚ ਹੀ ਵਸਦਾ ਹੈ। ਸਦਾ ਬੰਦਗੀ ਕੀਜੀਏ ਮਨ ਖੁਦਾਏ ਮੈਂ ਦੇਹੋ। ਇਸ ਕਰਕੇ ਤੂੰ ਸਦਾ ਹੀ ਬੰਦਗੀ ਕਰ, ਸਦਾ ਹੀ ਭਗਤੀ ਕਰ ਉਹ ਪਰਮਾਤਮਾ ਦੀ, ਮਨ ਖੁਦਾਏ ਮੈਂ ਦੇਹੋ। ਆਪਣਾ ਮਨ ਜਿਹੜਾ ਹੈ ਖੁਦਾ ਦੀ ਜਿਹੜਾ ਸੇਵਨ ਵਿੱਚ, ਖੁਦਾ ਦੇ ਸਿਮਰਨ ਦੇ ਵਿੱਚ, ਖੁਦਾ ਦੇ ਜਿਹੜੇ ਹਨ ਉਹਦੇ ਵਿੱਚ ਹੀ ਪਰਚਿਆ ਰਹਿ। ਪਰਮਾਤਮਾ ਦੇ ਅੰਦਰ, ਪਰਮਾਤਮਾ ਦੀ ਯਾਦ ਵਿੱਚ ਹੀ ਤੂੰ ਪਰਚਿਆ ਰਹਿ। ਚੌਪੇ ਮਾਨੇ ਹਿਤ ਸੋ ਗੁਰ ਕੇ ਬੈਨਾ। ਮਾਨੇ ਹਿਤ ਸੋ ਕਹਿਣ ਲੱਗੇ ਉਸਨੇ ਉਸੇ ਵੇਲੇ ਸ਼ਾਹ ਸੁਹਾਗਣ ਨੇ ਸਤਿਗੁਰਾਂ ਦੇ ਬਚਨਾਂ ਤੇ ਮੱਥਾ ਟੇਕ ਦਿੱਤਾ ਤੇ ਵੀ ਠੀਕ ਹੈ ਸਤ ਬਚਨ ਜੀ। ਸੋ ਬਖਸਾਏ ਗਇਓ ਨਿਜ ਐਨਾ। ਦੇਖੋ ਸੋ ਬਖਸ਼ਾਏ, ਮਹਾਰਾਜ ਨੇ ਬਖਸ਼ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਹ ਸੁਹਾਗਣ ਨੂੰ ਵੀ ਤੇਰੇ ਪਿਛਲੇ ਔਗਣ ਬਖਸ਼ ਲਏ ਹਨ। ਸੋ ਇਸ ਪ੍ਰਕਾਰ ਕਰਕੇ ਉਹ ਆਪਣੇ ਘਰ ਨੂੰ ਚਲਿਆ ਗਿਆ। ਫਿਰ ਸ਼ਾਹ ਸੁਹਾਗਣ ਭਇਓ ਮੁਰੀਦ ਗੁਰੂ ਕਾ ਸੋਈ।
ਦੇਖੋ ਉਹ ਮੁਰੀਦ ਬਣ ਗਿਆ, ਸਤਿਗੁਰਾਂ ਦਾ ਚੇਲਾ ਬਣ ਗਿਆ, ਸਤਿਗੁਰਾਂ ਦਾ ਸਿੱਖ ਬਣ ਗਿਆ। ਨਗਰ ਬਿਖੈ ਮਨਤਾ ਪੁਨ ਹੋਈ। ਉਹਦੀ ਜਿਹੜੀ ਹਨ ਉਹ ਨਗਰ ਦੇ ਵਿੱਚ ਮਾਨਤਾ ਵਡਿਆਈ ਫਿਰ ਹੋ ਗਈ ਸ਼ਾਹ ਸੁਹਾਗਣ ਦੀ। ਲੂਲਾ ਕਹਿਤ ਭਇਓ ਸਭ ਥਾਏ। ਤੇ ਉਹ ਲੂਲਾ ਇਹੀ ਗੱਲ ਕਹੀ ਜਾਂਦਾ ਸਾਰਿਆਂ ਨੂੰ ਵੀ ਇਹ ਨਹੀਂ ਮੈਨੂੰ ਠੀਕ ਕੀਤਾ ਹੈ। ਸਹੁ ਸੁਹਾਗਣ ਤੇ ਪਗ ਪਾਏ। ਦੇਖੋ ਸ਼ਾਹ ਸੁਹਾਗਣ ਤੇ ਹੀ ਮੈਂ ਸਾਰੇ ਹੱਥ ਪੈਰ ਆਪਣੇ ਪਾਏ ਹਨ। ਸਰਬ ਲੋਕ ਤਬ ਨਿਸ਼ਚਾ ਕੀਨੋ। ਸਾਰੇ ਲੋਕਾਂ ਨੂੰ ਵੀ ਫੇਥ ਹੋ ਗਿਆ, ਨਿਸ਼ਚਾ ਹੋ ਗਿਆ, ਭਰੋਸਾ ਹੋ ਗਿਆ। ਸਹੁ ਆਵਤ ਇਸ ਢਿੱਗ ਮਨ ਚੀਨੋ। ਕਹਿਣਗੇ ਸੱਚਮੁੱਚ ਇਹਦੇ ਕੋਲ ਰੱਬ ਆਉਂਦਾ ਹੈ, ਕਿਉਂ ਕਿ ਨਹੀਂ? ਅੱਜ ਤਾਂ ਸੱਚਮੁੱਚ ਉਹ ਰੱਬ ਨੂੰ ਮਿਲ ਕੇ ਆਇਆ ਹੈ ਨਾ। ਅੱਜ ਤਾਂ ਸੱਚਮੁੱਚ ਉਹਨੂੰ ਗੁਰੂ ਨਾਨਕ ਦੇ ਰੂਪ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ ਆ ਨਾ। ਕਹਿੰਦੇ ਉਹੀ ਜਿਹੜਾ ਹਨ ਨਿਰਗੁਣ ਸਰੂਪ ਦੇ ਸਰਗੁਣ ਰੂਪ ਗੁਰੂ ਨਾਨਕ ਸਾਹਿਬ ਦੇ ਵਿੱਚ ਹੋਏ ਹਨ ਅੱਜ ਦਰਸ਼ਨ। ਐਸਾ ਲੋਕਾਂ ਨੇ ਵੀ ਜਾਣ ਲਿਆ ਹੁਣ ਝੰਡੇ ਰਾਖੇ ਨੇ ਜਥਾਨਾ। ਫੇਰ ਉਹਦੇ ਝੰਡੇ ਗੱਡੇ ਗਏ, ਫੇਰ ਉਹਦੇ ਝੰਡੇ ਲੋਕਾਂ ਨੇ ਲਾਤੇ ਉਹਦੇ ਡੇਰੇ ਤੇ। ਨੌਬਤ ਬਾਜਣ ਲਗੇ ਨਿਸ਼ਾਨਾ। ਫੇਰ ਜਿਹੜਾ ਹਨ ਮੁੜ ਕੇ ਉਹੀ ਕੰਮ ਸ਼ੁਰੂ ਹੋਇਆ, ਨੌਬਤਾਂ ਵੱਜਣ ਲੱਗੀਆਂ, ਨਿਸ਼ਾਨ ਵੱਡੇ ਵੱਡੇ ਨਗਾਰੇ ਜਿਹੜੇ ਹਨ ਉਹ ਵੱਜਣੇ ਸ਼ੁਰੂ ਹੋ ਕੇ ਲੱਗਣੇ ਲੱਗਿਓ ਬੜੋ ਤਹ ਮੇਲਾ। ਤੇ ਵੱਡਾ ਮੇਲਾ ਹੋ ਗਿਆ ਜੀ ਸ਼ੁਰੂ। ਫੇਰ ਸਮ ਦਿਸਤੇ ਤਬ ਹੋਏ ਸਕੇਲਾ। ਤੇ ਚਾਰੇ ਪਾਸੇ ਤੋਂ ਲੋਕ ਆਉਂਦੇ ਹਨ ਵੱਡਾ ਮੇਲੇ ਰੂਪ ਵਿੱਚ, ਉਹਦੇ ਡੇਰੇ ਤੇ ਸਾਰੇ ਲੋਕ ਇਕੱਠੇ ਹੁੰਦੇ ਹਨ। ਦੋਹਰਾ ਲੋਕ ਪਰਸ ਪਰ ਸਭ ਕਹੈ ਭੂਲੇ ਨਿੰਦ ਉਚਾਰ। ਤੇ ਕਹਿੰਦੇ ਲੋਕ ਆਪਸ ਵਿੱਚ ਗੱਲਾਂ ਕਰਦੇ ਹਨ, ਕਹਿੰਦੇ ਆਪਾਂ ਤੋਂ ਤਾਂ ਵੱਡੀ ਭੁੱਲ ਹੋ ਗਈ ਜਿਹੜੀ ਇਹਦੀ ਨਿੰਦਿਆ ਕੀਤੀ, ਆਪਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਪੂਰਨ ਹੈ ਇਹ ਸੰਤ ਸੁਭ ਸਹੁ ਆਵੇ ਜਿਸ ਦਵਾਰ। ਦੇਖੋ ਇਹ ਤਾਂ ਸ਼ੁਭ ਸੰਤ ਨੇ, ਇਹ ਤਾਂ ਚੰਗਾ ਸੰਤ ਹੈ, ਇਹ ਤਾਂ ਅਸਲੀ ਸੰਤ ਹੈ। ਕਹਿੰਦੇ ਸੱਚਮੁੱਚ ਹੀ ਪਰਮਾਤਮਾ ਇਹਦੇ ਦੁਆਰ ਤੇ ਆਉਂਦਾ ਹੈ। ਦੇਖੋ ਗੁਰੂ ਨਾਨਕ ਆਏ ਸੀ ਨਾ, ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਸੇ ਮਹਾਰਾਜ ਜੀ ਹਨ। ਦੇਖੋ ਝੂਠਿਆਂ ਨੂੰ ਵੀ ਸੱਚੇ ਬਣਾ ਕੇ ਤੇ ਇਹ ਖਲਕਤ ਇਹ ਲੋਕਾਂ ਦੀ ਸੇਵਾ ਵਿੱਚ ਲਾ ਦਿੰਦੇ ਨੇ। ਦੇਖੋ ਕਿਸੇ ਦੀ ਬੁਰੀਆਈ ਨੂੰ ਵੀ ਚੰਗਿਆਈ ਬਣਾ ਦਿੰਦੇ ਨੇ। ਦੇਖੋ ਦੁਨੀਆ ਦੇ ਕਾਨੂੰਨ ਤਾਂ ਇੱਕ ਬੰਦੇ ਦਾ ਪਾਪ ਦੇਖ ਕੇ ਨਾ ਉਹਨਾਂ ਨੂੰ ਫਾਂਸੀਆਂ ਚੜਾ ਦਿੰਦੇ ਨੇ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਦੇ ਨੇ। ਇਹ ਤਾਂ ਗੁਰੂ ਨਾਨਕ ਹੀ ਹੈ ਨਾ ਬਖਸ਼ਣਹਾਰ, ਜਿਹਨੇ ਜਿਹੜਾ ਹਨ ਕਿੱਡੇ ਅਪਰਾਧ ਵੀ ਕੋਈ ਕਰਦਾ ਹੈ ਨਾ ਉਹਦੇ ਅਪਰਾਧ ਬਖਸ਼ਿਸ਼ ਕਰਕੇ ਉਹਨੂੰ ਫਿਰ ਰਸਤੇ ਪਾਉਂਦੇ ਨੇ, ਰਸਤੇ ਪਾ ਕੇ ਫਿਰ ਲੋਕਾਂ ਦੀ ਸੇਵਾ ਵਿੱਚ ਲਾਉਂਦੇ ਨੇ। ਦੇਖੋ ਐਸਾ ਗੁਰੂ ਨਾਨਕ ਹੈ। ਚੌਪੇ ਜਿਹ ਕੇ ਬਰ ਲੂਲੇ ਪਗ ਪਾਏ। ਕਹਿਣਗੇ ਜਿਹੜੇ ਕਿ ਜਿਹਦੇ ਕਰਕੇ ਦੇਖੋ ਲੂਲੇ ਨੇ ਵੀ ਆਪਣੇ ਹੱਥ ਪੈਰ ਠੀਕ ਕਰਾ ਲਏ। ਇਸ ਬਿਦ ਕਹਿ ਬਹੁ ਭੇਟ ਚੜਾਏ। ਇਸ ਬਿਦ ਕਹਿਣਗੇ ਲੋਕਾਂ ਵਿੱਚ ਐਸੀਆਂ ਗੱਲਾਂ ਇਹ ਚਰਚਾ ਚੱਲਦੀ ਹੈ ਤੇ ਇਹ ਸੁਣਾ ਕੇ ਬਹੁਤ ਸਾਰੀਆਂ ਭੇਟਾਂ ਲਿਆ ਕੇ ਚੜਾਉਂਦੇ ਹਨ। ਦੂਰ ਦੂਰ ਤੇ ਨਰਤ ਹੈ ਆਏ। ਦੂਰ ਦੂਰ ਤੋਂ ਲੋਕ ਆਉਂਦੇ ਹਨ ਸ਼ਾਹ ਸੁਹਾਗਣ ਦੇ ਕੋਲ। ਮਨ ਹੈ ਅਗਰਜ ਤੇ ਅਧਕਾਏ। ਦੇਖੋ ਪਹਿਲਾਂ ਤੋਂ ਵੀ ਵੱਧ ਇਹਦੀ ਜਿਹੜਾ ਮੇਲਾ ਹੋਰ ਵੀ ਵੱਡਾ ਹੋ ਗਿਆ, ਹੋਰ ਵੀ ਜ਼ਿਆਦਾ ਫੋਲੋਅਰਸ ਹੋ ਗਏ। ਸ੍ਰੀ ਗੁਰੂ ਨਾਮ ਜਪਤ ਭਾਸ ਹੋਈ। ਇਸ ਕਰਕੇ ਸ੍ਰੀ ਗੁਰੂ ਨਾਮ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ ਹੈ। ਕਹਿਣਗੇ ਦੇਖੋ ਗੁਰੂ ਨਾਨਕ ਦੇ ਨਾਮ ਵਿੱਚ ਕਿੰਨੀ ਵਡਿਆਈ ਹੈ, ਗੁਰੂ ਦੇ ਉਪਦੇਸ਼ ਵਿੱਚ ਕਿੰਨੀ ਬਰਕਤ ਹੈ। ਇਹ ਸ਼ਾਹ ਸੁਹਾਗਣ ਦਾ ਜਿਹੜਾ ਝੂਠਾ ਕੰਮ ਸੱਚਾ ਬਣ ਗਿਆ, ਲੋਕਾਂ ਦੀ ਹੋਰ ਵੱਧ ਸ਼ਰਧਾ ਹੋ ਗਈ। ਜਾਂ ਤੇ ਪੂਜਾ ਬਹੁ ਜਗ ਹੋਈ। ਇਸ ਕਰਕੇ ਬਹੁਤ ਸਾਰੀ ਪੂਜਾ ਹੋਣ ਲੱਗੀ ਸੰਸਾਰ ਦੇ ਵਿੱਚ। ਆਪਣੋ ਪੰਥ ਕਿਉ ਇੱਕ ਤਾਹੀ। ਤੇ ਇਹੀ ਸ਼ਾਹ ਸੁਹਾਗਣ ਹੈ ਜਿਹਦਾ ਇੱਕ ਪੰਥ ਆਪਣਾ, ਇਹਨੇ ਇੱਕ ਰਸਤਾ, ਇੱਕ ਹੋਰ ਜਿਹੜਾ ਪੰਥ ਇਹਨੇ ਤੋੜ ਲਿਆ। ਬੰਦ ਤੇ ਜੇ ਘੁੰਗਰੂ ਪਗ ਮਾਹੀ। ਦੇਖੋ ਇਹਨਾਂ ਦੇ ਜਿਹੜੇ ਅੱਜ ਵੀ ਗੱਦੀ ਤੇ ਬਹਿੰਦੇ ਹਨ ਆਪਣੇ ਪੈਰਾਂ 'ਚ ਘੁੰਗਰੂ ਬੰਨ੍ਹਦੇ ਹਨ। ਘਰ ਮਹਿ ਮੌਰੀ ਪਾਵਹਿ ਸੋਏ। ਤੇ ਗਲ ਵਿੱਚ ਜਿਹੜੀਆਂ ਹਨ ਮੌਲੀਆਂ ਪਾ ਕੇ ਤੇ ਇਹ ਇੱਕ ਸੁਹਾਗਣਾ ਦੀ ਤਰ੍ਹਾਂ ਤਿਆਰ ਹੁੰਦੇ ਹਨ। ਵੇਖ ਚਲਿਓ ਜਗ ਪ੍ਰਗਟ ਹੋਏ। ਦੇਖੋ ਇਹ ਭੇਖ ਜਿਹੜਾ ਹਨ ਸੰਸਾਰ ਵਿੱਚ ਚੱਲ ਪਿਆ ਜੀ। ਇਹ ਵੀ ਇੱਕ ਜਿਹੜਾ ਹੈ ਇੱਕ ਫਿਰਕਾ ਮੰਨ ਲਓ ਉਹ ਵੀ ਸ਼ੁਰੂ ਹੋ ਗਿਆ। ਇਸ ਬਿਦ ਕੀਨ ਕਰਤਾਰਥ ਤਾਹੀ। ਦੇਖੋ ਇਸ ਬਿਦ ਇਹ ਤਰੀਕੇ ਦੇ ਨਾਲ ਸਤਿਗੁਰਾਂ ਨੇ ਇਹਨਾਂ ਤੇ ਕਿਰਪਾ ਕੀਤੀ। ਨਾਮ ਪਤਿਤ ਪਾਵਨ ਹੈ ਜਾਹੀ। ਦੇਖੋ ਨਾਮ ਜਿਨ੍ਹਾਂ ਦਾ ਪਤਿਤ ਪਾਵਨ ਹੈ, ਜੋ ਪਾਪੀਆਂ ਨੂੰ ਜਿਹੜੀਆਂ ਹਨ ਮਹਾ ਪਾਪੀਆਂ ਨੂੰ ਵੀ ਪੁੰਨੀ ਬਣਾ ਦਿੰਦੇ ਨੇ, ਰੱਬ ਬਣਾ ਦਿੰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਖੋ ਸ਼ਾਹ ਸੁਹਾਗਣ ਨੂੰ ਇਹ ਵੀ ਸਿੱਖਿਆ ਦਿੱਤੀ, ਜੇ ਤੂੰ ਝੂਠ ਦਾ ਪਾਜ ਕਰਦਾ ਹੈ ਨਾ, ਪਖੰਡ ਕਰਦਾ ਹੈ ਨਾ, ਲੋਕ ਤਾਂ ਫਿਰ ਵੀ ਤੇਰੇ ਪਿੱਛੇ ਲੱਗ ਜਾਂਦੇ ਨੇ ਭੁੱਲ ਭੁਲੇਖੇ, ਪਰ ਜੇ ਤੂੰ ਸੱਚਾ ਸਾਧ ਬਣ ਕੇ, ਸੱਚਾ ਸੰਤ ਬਣ ਕੇ ਜੇ ਤੂੰ ਐਸਾ ਕਰੇਂਗਾ ਤਾਂ ਹੋਰ ਵੀ ਵੱਧ ਲੋਕ ਤੇਰੇ ਪਿੱਛੇ ਲੱਗਣਗੇ। ਦੇਖੋ ਇਹ ਵੀ ਮਹਾਰਾਜ ਨੇ ਇਹਨੂੰ ਸਬੂਤ ਦਿੱਤਾ। ਸੱਚਾ ਜਿਹੜਾ ਹੈ ਮਾਰਗ ਉਹ ਹਮੇਸ਼ਾ ਹੀ ਚੰਗਾ ਹੈ।
ਉਹਦੇ ਵਿੱਚ ਕਿਤੇ ਵੀ ਕੋਈ ਘਾਟਾ ਨਹੀਂ ਪੈਂਦਾ। ਲਾਲੇ ਆਪਣੀ ਮੁਕਤੀ ਹੁੰਦੀ ਹੈ, ਲਾਲੇ ਦੂਜਿਆਂ ਦੀ ਵੀ ਹੁੰਦੀ ਹੈ। ਦੋਹਰਾ ਸ੍ਰੀ ਗੁਰੂ ਨਾਨਕ ਤੇ ਬਿਨਾ ਕਰੈ ਕੌਣ ਅਸ ਕਾਜ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬਗੈਰ ਕੌਣ ਐਸਾ ਕਾਰਜ ਕਰ ਸਕਦਾ ਹੈ। ਤਾਰੇ ਨਰ ਕਲ ਕਾਲ ਮੈਂ ਵੱਡੋ ਗਰੀਬ ਨਿਵਾਜ। ਦੇਖੋ ਐਸਾ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਇਸ ਕਲਯੁਗ ਦੇ ਜੀਵਾਂ ਨੂੰ ਤਾਰਨਾ ਕੀਤਾ। ਭਾਵੇਂ ਕਿੱਡੇ ਵੱਡੇ ਵੀ ਪਾਪੀ ਹੋਣ, ਗੁਰੂ ਨਾਨਕ ਤਾਂ ਬਹੁਤ ਵੱਡਾ ਹੈ ਉਹਨਾਂ ਨਾਲੋਂ ਵੀ, ਜਿਹੜਾ ਕਿ ਉਹਨਾਂ ਦੇ ਪਾਪ ਬਖਸ਼ਣ ਯੋਗ ਹੈ। ਇਸ ਕਰਕੇ ਇਸ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਹੀ ਬਖਸ਼ ਸਕਦਾ ਹੈ, ਹੋਰ ਕੋਈ ਨਹੀਂ ਬਖਸ਼ ਸਕਦਾ। ਹੋਰ ਕੌਣ ਬਖਸ਼ ਦੇਗਾ ਜੀ? ਐਡੇ ਵੱਡੇ ਵੱਡੇ ਪਾਪੀ ਹਨ, ਤੇ ਜਿਹੜਾ ਹਨ ਬਖਸ਼ਣ ਵਾਲਾ ਤਾਂ ਬਹੁਤ ਵੱਡਾ ਆਪ ਰੱਬ ਚਾਹੀਦਾ ਤਾਂ ਕੋਈ ਬਖਸ਼ਿਆ ਜਾਏਗਾ, ਤੇ ਗੁਰੂ ਨਾਨਕ ਤੋਂ ਬਿਨਾ ਕੌਣ ਹੋ ਸਕਦਾ ਹੈ। ਚੌਪਈ ਤਹਤੇ ਗਮਨੇ ਗੁਰੂ ਅਗਾਰੀ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੁਣ ਅੱਗੇ ਚੱਲੇ ਹਨ। ਨਰਨ ਉਦਾਹਰਨ ਪਰ ਉਪਕਾਰੀ। ਦੇਖੋ ਨਰਨਾਂ ਦਾ ਉਧਾਰ ਕਰਨ ਵਾਸਤੇ ਪਰ ਉਪਕਾਰੀ ਗੁਰੂ ਨਾਨਕ ਸਾਹਿਬ ਜੀ। ਜਹ ਟਿੱਲਾ ਹੈ ਬਾਲ ਗੁੰਦਾਈ। ਦੇਖੋ ਜਹ ਟਿੱਲਾ, ਇਹ ਟਿੱਲਾ ਜਿਹੜਾ ਹੈ ਜੇਹਲਮ ਜਿਹੜੀ ਹੈ ਡਿਸਟ੍ਰਿਕਟ ਜ਼ਿਲ੍ਹਾ ਉੱਥੇ ਦਾ ਹੈ। ਕਹਿੰਦੇ ਇਹ ਟਿੱਲਾ ਜਿਹੜਾ ਹੈ ਉੱਥੇ ਪਹੁੰਚੇ ਸਤਿਗੁਰੂ ਜੀ, ਜਿੱਥੇ ਇੱਕ ਸੰਤ ਰਹਿੰਦਾ ਸੀਗਾ ਜਿਹਦਾ ਨਾਂ ਸੀ ਬਾਲ ਗੁੰਦਾਈ। ਸੋ ਉਹ ਰਹਿੰਦਾ ਸੀ ਜੀ ਉੱਥੇ। ਜੋਗੀ ਬਹੁਤ ਰਹਿਤ ਤੇ ਥਾਈ। ਤੇ ਇਹ ਬਾਲ ਗੁੰਦਾਈ ਦੀ ਜਿਹੜੀ ਗੱਦੀ ਹੈ ਨਾ, ਇਹਦੇ ਉੱਤੇ ਬਹਿਣ ਵਾਲਾ ਸਿੱਧ ਬਗਾਈ ਹੋਇਆ, ਜਿਹਦੇ ਤੋਂ ਰਾਂਝੇ ਨੇ ਯੋਗ ਦਾ ਜਿਹੜਾ ਹੈ ਸਿੱਖਿਆ ਲਈ ਸੀ। ਸੋ ਇਹ ਜਿਹੜੀ ਹਨ ਇਹਨਾਂ ਦੀ ਵੀ ਇੱਕ ਗੱਦੀ ਤੁਰੀ ਆਉਂਦੀ ਹੈ। ਕਹਿੰਦੇ ਜੋਗੀ ਬਹੁਤ ਰਹਿਤ ਤੇ ਥਾਈ, ਬਹੁਤ ਸਾਰੇ ਜੋਗੀ ਲੋਕ ਇਸ ਥਾਂ ਤੇ ਰਹਿੰਦੇ ਸਨ। ਦੋਹਰਾ ਬਾਲ ਗੁੰਦਾਈ ਸਦਨ ਮਹਿ ਬਾਜ ਸਾਲ ਮਹਿ ਬਾਜ। ਦੇਖੋ ਇਹ ਬਾਲ ਗੁੰਦਾਈ ਜਿਹੜਾ ਸੰਤ ਸੀਗਾ ਨਾ, ਸਾਧ, ਕਹਿੰਦੇ ਬਹੁਤ ਧਨੀ ਸੀਗਾ, ਬਹੁਤ ਅਮੀਰ ਸੀਗਾ, ਤੇ ਬਹੁਤ ਸੇਵਾ ਕਰਿਆ ਕਰਦਾ ਸੀਗਾ। ਇਹਦੇ ਘਰ ਦੇ ਵਿੱਚ ਤਬੇਲੇ ਦੇ ਵਿੱਚ ਘੋੜੇ ਬੰਨੇ ਹੁੰਦੇ ਸਨ ਬਹੁਤ ਵੱਡੇ। ਇੱਕ ਖਜ਼ਾਨਾ ਚੀਰ ਕੋ ਪਰ ਉਪਕਾਰ ਕੇ ਕਾਜ। ਇੱਕ ਇਹਦੇ ਘਰ 'ਚ ਵਾਲਡਰੋਪ ਹੁੰਦੀ ਸੀ, ਬਹੁਤ ਵੱਡੀ ਅਲਮਾਰੀ ਸੀ, ਜਿਹਦੇ ਵਿੱਚ ਬਹੁਤ ਸਾਰੇ ਕੱਪੜੇ ਇਹਨੇ ਰੱਖੇ ਹੋਏ ਸਨ, ਜਿਹੜੇ ਕਿ ਲੋਕਾਂ ਨੂੰ ਵੰਡਣ ਵਾਸਤੇ। ਚੰਗੇ ਤੋਂ ਚੰਗੇ ਕੱਪੜੇ ਇਹਨੇ ਰੱਖੇ ਹੋਏ ਸਨ, ਵੀ ਜੇ ਕੋਈ ਨੰਗਾ ਆਏਗਾ ਉਹਨੂੰ ਕੱਪੜੇ ਦੇਣੇ ਹਨ। ਚੌਪੇ ਉੱਤਮ ਭੋਜਨ ਸੋ ਬਨਵਾਵ ਹੈ। ਦੇ ਹਰ ਰੋਜ਼ ਇਹਦੇ ਘਰ ਵਿੱਚ ਉੱਤਮ, ਬਹੁਤ ਸਵਾਦਿਸ਼, ਬਹੁਤ ਚੰਗਾ ਭੋਜਨ ਬਣਿਆ ਕਰਦਾ ਸੀ। ਜੋ ਤਹ ਜਾਏ ਸਬਨ ਕੋ ਖਵਾਵ ਹੈ। ਦੇਖੋ ਜੋ ਵੀ ਕੋਈ ਚਲਿਆ ਜਾਂਦਾ ਸੀ ਬਾਲ ਗੁੰਦਾਈ ਕੋ, ਸਾਰਿਆਂ ਨੂੰ ਇੱਕ ਸਾਰ ਬਿਨਾਂ ਕੋਈ ਜਿਹੜਾ ਹਨ ਰੋਕ ਟੋਕ ਤੋਂ ਸਾਰਿਆਂ ਨੂੰ ਲੰਗਰ ਛਕਾਇਆ ਕਰਦਾ ਸੀ। ਸੁੰਦਰ ਮੰਦਰ ਮਹਿ ਬਿਸਰਾਮਾ। ਦੇਖੋ ਫੇਰ ਰਹਿਣ ਵਾਸਤੇ ਵੀ ਸੁੰਦਰ ਇਹਦੇ ਮੰਦਰ ਬਣਾਏ ਹੋਏ ਸਨ, ਸੁੰਦਰ ਕਮਰੇ ਘਰ ਬਣਾਏ ਹੋਏ ਸਨ ਲੋਕਾਂ ਦੀ ਰਹਿائش ਵਾਸਤੇ। ਨਗਨ ਦੇਖ ਪਟ ਦੇ ਅਬਿਰਾਮਾ। ਦੇਖੋ ਕੋਈ ਵੀ ਨੰਗੇ ਨੂੰ ਦੇਖ ਲਵੇ, ਭੱਜ ਕੇ ਜਾ ਕੇ ਇਸ ਦੇ ਬੰਦੇ ਰੱਖੇ ਹੋਏ ਸਨ, ਉਹ ਦੇਖ ਲੈਂਦੇ ਸਨ ਤੇ ਜਾ ਕੇ ਉਹਨੂੰ ਕੱਪੜੇ ਦਿਆ ਕਰਦੇ ਸਨ। ਪੰਥ ਚਲਤ ਸ਼ਰਮ ਜੋ ਹੋਏ ਜਾਵ ਹੈ। ਜੋ ਰਸਤੇ ਵਿੱਚ ਚੱਲਦੇ ਹੋਏ ਥੱਕ ਜਾਂਦੇ ਸਨ, ਭੇਜ ਤੁਰੰਗ ਤਾਹੇ ਚੜਵਾਵ ਹੈ। ਉਹਨਾਂ ਵਾਸਤੇ ਘੋੜੇ ਭੇਜ ਦਿੰਦਾ ਸੀ, ਵੀ ਘੋੜੇ ਤੇ ਚੜਾ ਕੇ ਘਰ ਨੂੰ ਲੈ ਕੇ ਆਓ, ਇੱਥੇ ਉਹਨਾਂ ਦਾ ਵਿਸ਼ਰਾਮ ਕਰਾਈਏ। ਇੰਨੀ ਸੇਵਾ ਇਹ ਬਾਲ ਗੁੰਦਾਈ ਕਰਿਆ ਕਰਦਾ ਸੀ। ਨਿਤ ਉਪਕਾਰ ਕਰਨ ਅਬਿਲਾਖੀ। ਦੇਖੋ ਇਹਦਾ ਜਿਹੜਾ ਹੈ ਅਬਲਾਖੀ ਸੀਗਾ, ਇਹ ਚਾਹਵਾਨ ਸੀਗਾ ਵੀ ਮੈਂ ਵੱਧ ਤੋਂ ਵੱਧ ਪਰ ਉਪਕਾਰ ਚੰਗੇ ਕਰਮ ਕਰਾਂ। ਜਿਉ ਅਵਨੀ ਪਰ ਸਫਲਿਓ ਸਾਖੀ। ਦੇਖੋ ਇਸੇ ਪ੍ਰਕਾਰ ਕਰਕੇ ਜਿਹੜਾ ਹਨ, ਜਿਵੇਂ ਕੋਈ ਬਿਰਛ ਹੁੰਦਾ ਨਾ, ਕੋਈ ਟਰੀ ਹੁੰਦਾ ਫਲਾਂ ਵਾਲਾ, ਜਿਹੜੇ ਹਰ ਇੱਕ ਨੂੰ ਛਾਂ ਵੀ ਦਿੰਦਾ ਹੈ, ਉਹਦੀ ਭੁੱਖ ਮੇਟਣ ਵਾਸਤੇ ਉਹਨਾਂ ਨੂੰ ਫਲ ਵੀ ਦਿੰਦਾ ਹੈ। ਇਸ ਤਰ੍ਹਾਂ ਦਾ ਬਾਲ ਗੁੰਦਾਈ ਹੈ ਪਰਉਪਕਾਰੀ। ਇਹ ਡੇਰੇ ਕੇ ਜਾਏ ਸਮੀਪਾ। ਇਹ ਡੇਰੇ ਕੇ ਜਾਏ ਸਮੀਪਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਡੇਰੇ ਕੋਲ ਪਹੁੰਚ ਗਏ ਹੁਣ ਬਾਲ ਗੁੰਦਾਈ ਦੇ। ਬੈਠ ਰਹੇ ਬੇਦੀ ਕੁਲ ਦੀਪਾ। ਬੈਠੇ ਹਨ ਉਹ ਬੇਦੀ ਦੇ ਕੁਲ ਦੀਪ, ਜਿਹੜੇ ਕਿ ਬੇਦੀ ਕੁਲ ਦੇ ਉਜਾਗਰ ਹਨ। ਸੋ ਮਹਾਰਾਜ ਜੀ ਬੈਠੇ ਹਨ। ਬਾਲ ਗੁੰਦਾਈ ਜਬ ਸੁਧ ਹੋਈ। ਜਦੋਂ ਬਾਲ ਗੁੰਦਾਈ ਨੂੰ ਪਤਾ ਲੱਗਿਆ ਕੋਈ ਸਾਧ ਆਇਆ ਹੈ ਮੇਰੇ ਸ਼ਹਿਰ ਦੇ ਵਿੱਚ, ਵਹਿਰ ਅਤੀਤ ਬੈਠ ਰਹੇ ਦੋਈ। ਵੀ ਵਹਿਰ ਬਾਹਰ ਬੈਠੇ ਹਨ, ਦੋ ਅਤੀਤ, ਦੋ ਸੰਤ ਫਕੀਰ ਬੈਠੇ ਹਨ। ਨਹੀਂ ਅਗਾਰੀ ਆਵਤ ਸੋ। ਵੀ ਉਹ ਅੱਗੇ ਸ਼ਹਿਰ ਵੱਲ ਨਹੀਂ ਤੁਰ ਕੇ ਆਉਂਦੇ, ਬਾਹਰ ਸ਼ਹਿਰ ਤੋਂ ਬੈਠੇ ਹਨ। ਜੋਗੀ ਤਬ ਹੈ ਬੁਲਾਏ ਦੋ। ਉਸਨੇ ਆਪਣੇ ਜਿਹੜੇ ਸੇਵਕ ਜੋਗੀ ਸਨ, ਬਾਲ ਗੁੰਦਾਈ ਨੇ ਦੋ ਜਿਹੜੇ ਜੋਗੀ ਬੁਲਾਏ। ਕਹਿਓ ਤਿਨਹਿ ਕੋ ਅੰਨ ਹੋ ਜਾਈ। ਉਹਨਾਂ ਨੂੰ ਕਿਹਾ ਕਿ ਜਾ ਕਰਕੇ ਉਹ ਅਤੀਤ ਜਿਹੜੇ ਫਕੀਰ ਸੰਤ ਆਏ ਹਨ, ਉਹਨਾਂ ਨੂੰ ਜਾ ਕੇ ਇੱਥੇ ਲੈ ਕੇ ਆਓ ਸ਼ਹਿਰ ਵਿੱਚ, ਤੇ ਸਾਡੇ ਮਹਿਲਾਂ ਵਿੱਚ ਲੈ ਕੇ ਆਓ। ਪਹੁੰਚੇ ਸੋ ਸ੍ਰੀ ਗੁਰ ਜਹ ਥਾਈ। ਉਹ ਪਹੁੰਚ ਗਏ ਦੋਵੇਂ ਯੋਗੀ ਆ ਕੇ ਜਿੱਥੇ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਜੀ ਬੈਠੇ ਸਨ। ਦੋਹਰਾ ਚਲਹੋ ਅਤੀਤ
ਚਲੋ ਅਤੀਥੋ ਉਠ ਅਬੈ ਬਾਲ ਗੁੰਦਾਈ ਥਾਨ। ਉਹਨਾਂ ਨੇ ਆ ਕੇ ਬੇਨਤੀ ਕੀਤੀ, ਚਲੋ ਅਤੀਤੋ, ਕਹਿਣ ਲੱਗੇ ਹੇ ਅਤੀਤ ਲੋਕ, ਹੇ ਫਕੀਰ ਲੋਕ, ਤੁਸੀਂ ਉੱਠੋ ਹੁਣ ਸਾਡੇ ਨਾਲ ਚਲੋ, ਬਾਲ ਗੁੰਦਾਈ ਦੇ ਘਰ ਜਾਂਦੇ ਹਾਂ। ਬੈਠਣ ਕੋ ਮੰਦਰ ਭਲੇ ਸੁਖ ਸੋ ਹੋਏ ਗੁਜਰਾਨ। ਤੇ ਉੱਥੇ ਤੁਸੀਂ ਸੁੱਖ ਨਾਲ ਬੈਠਣਾ ਕਰਿਓ, ਕਿਉਂਕਿ ਸੁੰਦਰ ਜਿਹੜੇ ਆਰਾਮ ਵਾਲੇ ਮੰਦਰ ਘਰ ਬਣੇ ਹੋਏ ਹਨ, ਕੰਫਰਟੇਬਲ ਹਨ, ਤੁਸੀਂ ਉੱਥੇ ਜਾ ਕੇ ਰੈਸਟ ਕਰੋ। ਚੌਪੇ ਸ੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਨਹੀਂ ਜਾਣਾ ਜੀ ਉੱਥੇ। ਜਹ ਬੈਠ ਹੈ ਤਹ ਰਹਿਣ ਬਿਤਾਵ ਹੈ। ਜਿੱਥੇ ਅਸੀਂ ਬੈਠੇ ਹਾਂ ਅਸੀਂ ਉੱਥੇ ਰਾਤ ਬਤੀਤ ਕਰਾਂਗੇ, ਬੈਠਿਆਂ ਹੀ ਬੈਠਾ ਇੱਥੇ। ਚਾਹੀਏ ਨਿਤ ਅਤੀਤ ਕੋ ਐਸੀ। ਕਹਿਣ ਲੱਗੇ ਅਤੀਤ ਜਿਹੜੇ ਫਕੀਰ ਲੋਕ ਹੁੰਦੇ ਨੇ ਉਹਨਾਂ ਨੂੰ ਚਾਹੀਦਾ ਵੀ ਇਸੇ ਤਰ੍ਹਾਂ ਹੀ ਨਾ, ਉਹ ਕਿਹੜੇ ਸੁੱਖ ਭਾਲਦੇ ਨੇ ਦੁਨੀਆ ਦੇ, ਉਹਨਾਂ ਨੂੰ ਕੀ ਫਰਕ ਪੈਂਦਾ ਹੈ। ਆਏ ਜੋ ਬਿਨ ਹੈ ਬਿਤਾਵ ਹੈ ਤੈਸੀ। ਕਹਿਣਗੇ ਜੋ ਬਣ ਜਾਵੇ, ਜੋ ਕੁਦਰਤ ਵਿੱਚ ਹੋਵੇ, ਜੋ ਪਰਮਾਤਮਾ ਦੇ ਭਾਣੇ ਵਿੱਚ ਹੋਵੇ, ਫਕੀਰ ਨੂੰ ਤਾਂ ਉਹੀ ਚੰਗਾ ਲੱਗਦਾ ਹੈ। ਬਾਲ ਗੁੰਦਾਈ ਢਿੱਗ ਪੁਨ ਜਾਏ। ਉਸ ਵੇਲੇ ਜਦੋਂ ਬਾਲ ਗੁੰਦਾਈ ਕੋਲ ਇਹਦੇ ਦੋ ਜੋਗੀਆਂ ਨੇ ਜਾ ਕੇ ਕਿਹਾ ਕਿ ਉਹ ਤਾਂ ਨਹੀਂ ਆਉਂਦੇ, ਤਾਂ ਬਾਲ ਗੁੰਦਾਈ ਜਿਹੜਾ ਆਪ ਚੱਲ ਕੇ ਆਇਆ। ਜਾਏ ਬਤਾਇਓ ਨਹਿਸੋ ਆਏ। ਉਹਨਾਂ ਨੇ ਜਾ ਬਤਾਇਆ ਨਾ ਬਾਲ ਗੁੰਦਾਈ ਨੂੰ ਵੀ ਉਹ ਨਹੀਂ ਆਏ, ਤੇ ਬਾਲ ਗੁੰਦਾਈ ਨੇ ਜਦੋਂ ਇਹ ਸੁਣਿਆ ਤੇ ਉਹਨਾਂ ਨੇ ਜੋਗੀਆਂ ਨੇ ਇਹ ਕਿਹਾ ਜਾ ਕੇ, ਇਉਂ ਸੁਣ ਆਪ ਤਹਾਂ ਚਲ ਆਇਓ। ਕਹਿਣ ਲੱਗੇ ਇਉਂ ਸੁਣ, ਕਹਿਣ ਲੱਗੇ ਫੇਰ ਬਾਲ ਗੁੰਦਾਈ ਆਪ ਤਿਆਰ ਹੋਇਆ ਕਿ ਮੈਂ ਜਾਂਦਾ ਹਾਂ। ਜੇ ਥਲ ਬੈਠਿਓ ਪ੍ਰਭੂ ਸੁਹਾਇਓ। ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਸਨ ਭਾਈ ਬਾਲੇ ਜੀ ਦਾ ਨਾਲ, ਆਦਰ ਯੁੱਤ ਮੁਖ ਬਚਨ ਉਚਾਰੇ। ਉਹਨੇ ਬਹੁਤ ਆਦਰ ਸਤਕਾਰ ਰੈਸਪੈਕਟ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਚਲੋ ਅਤੀਤੋ ਸੰਗ ਹਮਾਰੇ। ਕਹਿੰਦੇ ਚਲੋ ਅਤੀਤੋ, ਹੇ ਸੰਤ ਫਕੀਰ ਜੀ ਸਾਡੇ ਨਾਲ ਚਲੋ। ਆਵਤ ਮੇਘ ਘਟਾ ਬਰਖਾਵ ਹੈ। ਦੇਖੋ ਕਹਿੰਦੇ ਅਸਮਾਨ ਵੱਲ ਦੇਖੋ ਕਿੰਨੀਆਂ ਘਟਾ ਆ ਰਹੀਆਂ ਹਨ, ਕਾਲੇ ਬੱਦਲ ਆ ਰਹੇ ਹਨ, ਬਹੁਤ ਮੀਂਹ ਪੈਣ ਵਾਲਾ ਹੈ। ਮੰਦਰ ਮਹਿ ਸੁਖ ਨਿਸਾ ਬਿਹਾਵ ਹੈ। ਦੇਖੋ ਮੰਦਰ ਵਿੱਚ ਜੇ ਤੁਸੀਂ ਘਰ ਵਿੱਚ ਰਹੋਗੇ, ਰਾਤ ਕੱਟੋਗੇ ਤਾਂ ਸੁੱਖਾਂ ਨਾਲ ਬਤੀਤ ਹੋ ਜਾਏਗੀ, ਆਰਾਮ ਹੋ ਜਾਏਗਾ। ਦੋਹਰਾ ਸ੍ਰੀ ਗੁਰ ਕਹੈ ਅਤੀਤ ਹਮ ਜੈਸੇ ਬਨ ਹੈ ਆਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਲ ਗੁੰਦਾਈ ਨੂੰ ਕਹਿੰਦੇ ਦੇਖੋ ਅਸੀਂ ਅਤੀਤ ਹਾਂ ਜਿਵੇਂ ਤੂੰ ਸਾਨੂੰ ਕਿਹਾ ਹੈ, ਤੇ ਅਸੀਂ ਫਕੀਰ ਲੋਕ ਹੁੰਦਿਆਂ ਹੋਇਆਂ ਅਸੀਂ ਤਾਂ ਉਵੇਂ ਗੁਜ਼ਾਰਾ ਕਰਾਂਗੇ ਜਿਵੇਂ ਹੋਵੇਗਾ ਇੱਥੇ। ਦੁੱਖ ਸੁਖ ਸਮ ਔਰ ਜਾਣ ਕੈ ਸਮਾ ਦੇਤ ਗੁਜਰਾਏ। ਦੇਖੋ ਸਾਡਾ ਤਾਂ ਹਿਸਾਬ ਸਿੱਧਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੁੱਖ ਤੇ ਸੁੱਖ ਸਾਡੇ ਵਾਸਤੇ ਬਰਾਬਰ ਹੈ, ਸਾਨੂੰ ਕੋਈ ਇਹਦੇ ਵਿੱਚ ਸਾਨੂੰ ਡਿਫਰੈਂਸ ਨਹੀਂ ਦਿਸਦਾ ਵੀ ਦੁੱਖ ਹੋਰ ਹੈ ਤੇ ਸੁੱਖ ਹੋਰ ਹੈ। ਇਸ ਕਰਕੇ ਕਹਿੰਦੇ ਸਮਾ ਦੇਤ ਗੁਜਰਾਏ, ਅਸੀਂ ਸਮਾਂ ਐਸਾ ਹੀ ਗੁਜ਼ਾਰਾ ਕਰਦੇ ਹਾਂ। ਚੌਪੇ ਕਹਿ ਕਹਿ ਮੰਦਰ ਖੋਜਤ ਫਿਰਹੀ। ਕਹਿੰਦੇ ਕਿੱਥੇ ਕਿੱਥੇ ਅਸੀਂ ਮੰਦਰ ਜਾ ਕੇ ਲੱਭਦੇ ਫਿਰਾਂਗੇ, ਅਸੀਂ ਤਾਂ ਹਰ ਰੋਜ਼ ਇੱਕ ਨਵੇਂ ਥਾਂ ਤੇ ਜਾਣਾ ਹੈ। ਜੇ ਇਹ ਬਿਰਤੀ ਰੱਖੀਏ ਵੀ ਸੁੰਦਰ ਘਰ ਚਾਹੀਦੇ, ਸਾਨੂੰ ਆਰਾਮ ਚਾਹੀਦਾ ਹੈ, ਫਿਰ ਕਿੱਥੇ ਕਿੱਥੇ ਜਾ ਕੇ ਘਰ ਲੱਭਦੇ ਫਿਰਾਂਗੇ। ਦੇਸ਼ ਵਿਦੇਸ਼ ਗਮਨ ਹਮ ਕਰਹੀ। ਤੇ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਗਮਨ ਕਰਦੇ ਹੀ ਰਹਿੰਦੇ ਹਾਂ, ਵੀ ਆ ਔਨ ਦ ਮੂਵ ਹਾਂ, ਅਸੀਂ ਕਿੱਥੇ ਜਾ ਕੇ ਲੱਭਾਂਗੇ ਆਰਾਮ। ਜਹ ਬੈਸ ਹੈ ਤਹ ਦੇਤ ਬਿਤਾਏ। ਇਸ ਕਰਕੇ ਜਿੱਥੇ ਅਸੀਂ ਬਹਿੰਦੇ ਹਾਂ ਉੱਥੇ ਹੀ ਰਾਤ ਉੱਥੇ ਦਿਨ ਬਤੀਤ ਕਰਾ ਲੈਂਦੇ ਹਾਂ ਆਪਣਾ। ਹਮਰੋ ਮਤਾ ਸਦਾ ਇਹ ਭਾਏ। ਇਸ ਕਰਕੇ ਸਾਡਾ ਤਾਂ ਇਸ ਤਰ੍ਹਾਂ ਦਾ ਮਤਾ, ਸਾਡਾ ਤਾਂ ਇਸ ਤਰ੍ਹਾਂ ਦਾ ਜਿਹੜਾ ਰਹਿਣੀ ਸਹਿਣੀ ਹੈ ਸਾਡੀ। ਬਾਲ ਗੁੰਦਾਈ ਬਚਨ ਅਲਾਇਆ। ਉਸ ਵੇਲੇ ਬਾਲ ਗੁੰਦਾਈ ਨੇ ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਪੁਰਖ ਅਲੇਖ ਕਰਹਿ ਜੋ ਦਾਇਆ। ਦੇਖੋ ਕਹਿੰਦੇ ਉਹ ਪੁਰਖ ਪੂਰਖ ਨਰਕਾਂ ਚੋਂ ਰੱਖਣ ਵਾਲਾ ਜੋ ਪਰਮਾਤਮਾ ਪਾਰ ਬ੍ਰਹਮ ਪਰਮਾਤਮਾ ਹੈ, ਕਹਿੰਦੇ ਉਹ ਅਲੇਖ ਜਿਹੜਾ ਲੇਖਾਂ ਤੋਂ ਪਰੇ ਹੈ ਪਰਮਾਤਮਾ, ਕਹਿੰਦੇ ਜਿਹਦੇ ਉੱਤੇ ਉਹ ਦਇਆ ਕਰੇ ਪਰਮਾਤਮਾ। ਦੇਵ ਹੈ ਜਬ ਸਮਾਜ ਸੁਖਦਾਏ। ਜੇ ਉਹ ਪਰਮਾਤਮਾ ਆਪਾਂ ਨੂੰ ਸਮਾਜ ਦਿੰਦਾ, ਆਪਾਂ ਨੂੰ ਮਾਇਆ ਦਿੰਦਾ, ਆਪਾਂ ਨੂੰ ਘਰ ਦਿੰਦਾ ਹੈ, ਆਪਾਂ ਨੂੰ ਖਾਣਾ ਦਿੰਦਾ ਹੈ, ਆਪਾਂ ਨੂੰ ਜਿਹੜਾ ਹਨ ਆਰਾਮ ਵਾਸਤੇ ਸੁੰਦਰ ਮਕਾਨ, ਸੁੰਦਰ ਜੀਵਨ ਵਿੱਚ ਲੋੜਾਂ ਆਪਣੀਆਂ ਜੇ ਪੂਰੀਆਂ ਕਰੇ, ਨਹੀਂ ਨਿਰਾਦਰ ਤਿਨ ਮਨ ਆਏ। ਹਾਂ ਫਿਰ ਜੇ ਆਪਾਂ ਫਿਰ ਵੀ ਨਾ ਲਈਏ ਤਾਂ ਆਪਾਂ ਨਿਰਾਦਰ ਕਰ ਰਹੇ ਹਾਂ ਨਾ। ਜੇ ਨਾ ਹੋਵੇ ਤਾਂ ਚਲੋ ਮੰਨ ਲਈਏ ਵੀ ਹਾਂ ਗੁਜ਼ਾਰਾ ਕਰਨਾ ਹੈ, ਪਰ ਜੇ ਹੋਵੇ ਫਿਰ ਕਾਹਨੂੰ ਗੁਜ਼ਾਰਾ ਕਰਨਾ ਹੈ? ਕਰਦੇ ਹੁੰਦਿਆਂ ਹੋਇਆਂ ਬਾਹਰ ਕਿਉਂ ਬਹਿਣਾ ਹੈ? ਸਰਬ ਨਿਰੰਜਨ ਕੇਰ ਪਦਾਰਥ। ਦੇਖੋ ਇਹ ਸਾਰੇ ਜਿਹੜੇ ਹਨ ਪਦਾਰਥ ਸਾਡੇ ਨਹੀਂ, ਬਾਲ ਗੁਦਾਈ ਕਹਿੰਦਾ ਇਹ ਤਾਂ ਪਰਮਾਤਮਾ ਦੇ ਹੀ ਹਨ। ਇਹ ਸਾਰੇ ਪਦਾਰਥ ਜਿਹੜੇ ਹਨ ਪਰਮਾਤਮਾ ਦੇ ਆਪਣੇ ਹਨ। ਭਲੀ ਬਾਤ ਕਰਨਾ ਪਰਸਵਾਰਥ। ਕਹਿਣ ਲੱਗੇ ਭਲੀ ਬਾਤ, ਕਹਿਣ ਲੱਗੇ ਇਸ ਕਰਕੇ ਉਹਨਾਂ ਨੂੰ ਵਰਤਣਾ ਕੋਈ ਜਿਹੜਾ ਹਨ ਪਰ ਸਵਾਰਥ, ਇਹ ਬਣਾਏ ਆ ਲੋਕਾਂ ਦੇ ਸੁੱਖ ਵਾਸਤੇ। ਕਿਹੜੇ ਮੈਂ ਆਪਣੇ ਸੁੱਖ ਵਾਸਤੇ ਬਣਾਏ ਨੇ, ਇਹ ਹੈ ਵੀ ਉਹਨਾਂ ਦੇ, ਤੇ ਉਹਨਾਂ ਦੇ ਜਿਹੜਾ ਹਨ ਮੈਂ ਪਰ ਉਪਕਾਰ ਵਿੱਚ ਇਹ ਲਾਉਂਦਾ ਹਾਂ, ਮੈਂ ਤਾਂ ਸੇਵਾ ਕਰਦਾ ਹਾਂ, ਹੈ ਤਾਂ ਸਭ ਕੁਝ ਪ੍ਰਮਾਤਮਾ ਦਾ। ਇਸ ਪ੍ਰਕਾਰ ਕਹਿ ਬਾਲ ਗੁੰਦਾਈ। ਜਦੋਂ ਇਸ ਪ੍ਰਕਾਰ ਦੇ ਬਚਨ ਕੀਤੇ ਇਸ ਬਾਲ ਗੁੰਦਾਈ ਨੇ, ਲੈ ਕਰ ਸੰਗ ਚਲਿਓ ਸੁਖਦਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਰ ਪਏ, ਕਿਉਂਕਿ ਉਹਨੇ ਕਹਿਤਾ ਨਾ ਵੀ ਪ੍ਰਮਾਤਮਾ ਦਾ ਹੈ, ਮੇਰਾ ਤਾਂ ਨਹੀਂ ਨਾ ਹੈਗਾ। ਸੋ ਮਹਾਰਾਜ ਜੀ ਉਸ ਵੇਲੇ ਉਸਦੇ ਨਾਲ ਹੀ ਤੁਰ ਪਏ। ਦੋਹਰਾ ਨੀਕੇ ਘਰ ਮਹਿ ਜਾਏ ਕੈ ਕੀਨੋ ਬਚਨ ਬਖਾਨ। ਉਸ ਵੇਲੇ ਉਸਦੇ ਘਰ ਜਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਬਚਨ ਕੀਤੇ। ਦੇਖੋ ਸੁਭ ਸਥਾਨ ਇਹ ਭਲੋ ਹੋਏ ਗੁਜਰਾਨ। ਤੇ ਦੇਖੋ ਮਹਾਰਾਜ ਨੂੰ ਜਿਹੜਾ ਹੈ ਨਿੱਕੇ ਘਰ ਮੈਂ ਜਾਏ ਕੈ ਆਪਣੇ ਸੁੰਦਰ ਘਰ ਵਿੱਚ ਲੈ ਕੇ ਗਿਆ ਬਾਲ ਗੁੰਦਾਈ। ਕੀਨੋ ਬਚਨ ਬਖਾਨ ਤੇ ਮਹਾਰਾਜ ਨੂੰ ਬੇਨਤੀ ਦੇ ਸ਼ਬਦ ਕਹਿੰਦਾ ਹੈ ਬਾਲ ਗੁੰਦਾਈ। ਕਹਿੰਦਾ ਦੇਖੋ ਸ਼ੁਭ ਅਸਥਾਨ ਇਹੋ ਮਹਾਰਾਜ, ਦੇਖੋ ਇਹ ਚੰਗੇ ਅਸਥਾਨ ਨੇ, ਇਹ ਰਹਿਣ ਵਾਸਤੇ ਆਰਾਮ ਵਾਲੇ ਅਸਥਾਨ ਹਨ। ਭਲੋ ਗੁਜਰਾਨ, ਇੱਥੇ ਚੰਗਾ ਗੁਜ਼ਾਰਾ ਹੋ ਜਾਏਗਾ। ਚੌਪਈ ਸ੍ਰੀ ਗੁਰ ਕਹਿਓ ਤਾਹੇ ਕੇ ਸੰਗਾ। ਜੋ ਬਾਲ ਗੁੰਦਾਈ ਨੇ ਇਹ ਕਿਹਾ ਨਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਿਆ ਦੇਖੋ ਨ੍ਰਿਪ ਲੀਲਾ ਰੰਗਾ। ਦੇਖੋ ਇਹ ਪਾਤਸ਼ਾਹਾਂ ਦੀ ਲੀਲਾ ਤੇ ਉਹਨਾਂ ਦੀਆਂ ਖੁਸ਼ੀਆਂ ਤੇ ਰੰਗ ਹਨ। ਇਹ ਤਾਂ ਸਾਰੀਆਂ ਜਿਹੜੀਆਂ ਹਨ ਇਹ ਖੁਸ਼ੀਆਂ ਮੇਲੇ ਜਿਹੜੇ ਹੁੰਦੇ ਨੇ ਜ਼ਿੰਦਗੀ ਨੂੰ ਜਿਹੜਾ ਹਨ ਆਪਾਂ ਪਦਾਰਥਾਂ ਨਾਲ ਸਜਾਉਂਦੇ ਹਾਂ। ਕਹਿੰਦੇ ਇਹ ਰੰਗ ਤਮਾਸ਼ੇ ਜਿਹੜੇ ਹਨ ਇਹ ਤਾਂ ਰਾਜਿਆਂ ਵਾਲੇ ਹਨ ਤੇਰੇ ਘਰ ਵਿੱਚ। ਬਸਤਰ ਕੋਸ ਕੋ ਜਬੈ ਦਿਖਾਇਓ। ਜਦੋਂ ਉਹਨੇ ਬਸਤਰਾਂ ਦਾ ਵਾਰਡਰੋਬ ਜਿਹੜੀ ਸੀਗੀ ਅਲਮਾਰੀ ਜਿਹੜੀ ਸੀ ਭਰੀ ਹੋਈ ਕੱਪੜਿਆਂ ਦੀ ਦਿਖਾਈ। ਭਾਂਤ ਭਾਂਤ ਕੋ ਰੰਗ ਸੁਹਾਇਓ। ਤੇ ਭਾਂਤ ਭਾਂਤ ਰੰਗਾਂ ਦੇ ਉੱਥੇ ਕੱਪੜੇ ਪਏ ਹੋਏ ਹਨ। ਬਹੁਰੋ ਬਚਨ ਭਣਿਓ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਉਸ ਵੇਲੇ। ਸਰਬ ਰਾਜ ਲੀਲਾ ਹਮ ਜਾਨੀ। ਕਹਿਣ ਲੱਗੇ ਇਹ ਤਾਂ ਸਾਰੀਆਂ ਰਾਜ ਦੀਆਂ ਖੇਡਾਂ ਹਨ, ਇਹ ਤਾਂ ਸਾਰੀਆਂ ਰਾਜ ਦੀਆਂ ਲੀਲਾ, ਮਤਲਬ ਕਿ ਸੁੱਖ ਦੇਣ ਵਾਲੀਆਂ, ਸੁੱਖ ਲੈਣ ਵਾਸਤੇ ਮਨੁੱਖ ਇਹ ਸਭ ਕੁਝ ਬਣਾਉਂਦਾ ਹੈ। ਬਾਜ ਸਾਲ ਮਹਿ ਜਬ ਲੈ ਗਇਓ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਬੇਲੇ ਵਿੱਚ ਲੈ ਕੇ ਗਏ ਜਿੱਥੇ ਘੋੜੇ ਬੰਨੇ ਹੁੰਦੇ ਹਨ, ਸਟੇਬਲ ਵਿੱਚ ਭਲੇ ਤੁਰੰਗ ਦਿਖਾਵਤ ਭਇਓ। ਉੱਥੇ ਚੰਗੇ ਘੋੜੇ ਜਿਹੜੇ ਤਕੜੇ ਘੋੜੇ ਖੜੇ ਦਿਖਾਏ। ਗੁਰੂ ਕਹੈ ਸੁਨ ਬਾਲ ਗੁੰਦਾਈ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜਿਆਂ ਵੱਲ ਦੇਖ ਕੇ ਕਿਹਾ ਜਿਹੜਾ ਹਨ ਸੁਨ ਬਾਲ ਗੁੰਦਾਈ। ਇਹ ਲੀਲਾ ਰਾਜਨ ਬਨ ਆਏ। ਕਹਿੰਦੇ ਇਹ ਤਾਂ ਰਾਜਿਆਂ ਵਾਲਾ ਜਿਹੜਾ ਹਨ ਠਾਠ ਬਾਠ ਹੈ ਤੇਰੀ ਸਾਰੀ। ਵੈ ਅਤੀਤ ਸਭ ਤਜੈ ਸਮਾਜਾ। ਕਹਿਣ ਲੱਗੇ ਹੋਏ ਅਤੀਤ, ਕਹਿਣ ਲੱਗੇ ਤੈਨੂੰ ਤਾਂ ਅਤੀਤ ਹੋਣਾ ਚਾਹੀਦਾ ਹੈ, ਤਿਆਗੀ ਹੋਣਾ ਚਾਹੀਦਾ ਹੈ, ਇਹ ਸਮਾਜ ਨੂੰ ਤਾਂ ਤਿਆਗਣਾ ਹੀ ਚੰਗਾ ਹੈ। ਹੈ ਬਿਲੋਕਨ ਕਿਆ ਹਮ ਕਾਜਾ। ਕਹਿਣ ਲੱਗੇ ਸਾਨੂੰ ਇਹ ਦੇਖਣ ਵਿੱਚ ਕੋਈ ਚਾਹ ਨਹੀਂ। ਬਾਲ ਗੁੰਦਾਈ ਨੂੰ ਕਿਹਾ ਜਿਹੜਾ ਤੂੰ ਸਾਨੂੰ ਦਿਖਾ ਰਿਹਾ ਹੈ ਇਹਦੇ ਵਿੱਚ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ, ਕਿਉਂਕਿ ਜਿਹੜਾ ਹੈ ਅਸੀਂ ਤਿਆਗੀ ਲੋਕ ਹਾਂ, ਅਸੀਂ ਇਹ ਚੀਜ਼ਾਂ ਵਿੱਚ ਬਹੁਤਾ ਧਿਆਨ ਨਹੀਂ ਦਿੰਦੇ। ਆਤਮ ਗਿਆਨ ਮਾਨ ਬਿਨ ਹੋਣਾ। ਦੇਖੋ ਕਹਿੰਦੇ ਆਤਮ ਗਿਆਨ ਮਾਨ ਬਿਨ ਹੋਣਾ। ਜਦੋਂ ਮਾਣ ਨਾ ਹੋਵੇ ਨਾ, ਕਿਉਂਕਿ ਬਾਲ ਗੁੰਦਾਈ ਥੋੜਾ ਜਿਹਾ ਮਾਣ ਬਾਕੀ ਸੀ ਨਾ, ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਦਿਖਾ ਰਿਹਾ ਸੀ ਨਾ ਵੀ ਇਹ ਵੀ ਦੇਖੋ, ਇਹ ਵੀ ਦੇਖੋ, ਇਹ ਵੀ ਦੇਖੋ। ਭਾਵੇਂ ਉਹ ਮੰਨਦਾ ਸੀ ਵੀ ਪ੍ਰਮਾਤਮਾ ਦੇ ਪਦਾਰਥ ਨੇ, ਪਰ ਥੋੜਾ ਜਿਹਾ ਮਾਣ ਤਾਂ ਇਹ ਆ, ਕਹਿ ਟੇਕ ਵਾਲਾ ਮਾਣ ਵੀ ਹੋ ਜਾਵੇ ਨਾ ਬੰਦੇ ਨੂੰ, ਉਹ ਵੀ ਮਾੜਾ ਹੈ। ਸੋ ਬਾਲ ਗੁੰਦਾਈ ਜਿਹੜਾ ਕਹਿ ਟੇਕ ਤੱਕ ਤਾਂ ਆ ਗਿਆ ਸੀ ਉਹ ਲੈਵਲ ਤੱਕ, ਪਰ ਕਹਿ ਟੇਕ ਦਾ ਵੀ ਮਾਣ ਉਹਦੇ ਵਿੱਚ ਰਹਿ ਗਿਆ ਸੀ ਥੋੜਾ ਜਿਹਾ। ਸੋ ਉਹਨੂੰ ਜਿਹੜਾ ਖਤਮ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਤਮ ਗਿਆਨ ਜਿਹੜਾ ਪ੍ਰਮਾਤਮਾ ਦਾ ਗਿਆਨ ਹੈ ਨਾ, ਜਿਹੜਾ ਅੰਦਰੋਂ ਹੀ ਅੰਦਰ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਕਹਿੰਦੇ ਮਾਣ ਬਿਨਾ ਹੋਣਾ। ਉਹ ਮਾਣ ਤੋਂ ਬਗੈਰ ਹੋਵੇਗਾ, ਤੈਨੂੰ ਅੰਦਰੋਂ ਮਾਣ ਬਿਲਕੁਲ ਕੱਢਣਾ ਪੈਣਾ। ਪ੍ਰਾਈਡ ਤੇਰੇ ਕੋਲ 1% ਜਾਂ 0.5 0.1 ਉਨੀ ਵੀ ਨਹੀਂ ਚਾਹੀਦੀ ਤੇਰੇ ਵਿੱਚ। ਸਿਮਰਨ ਨਾਮ ਸੰਤ ਧਨ ਪਾਉਣਾ। ਦੇਖੋ ਸਿਮਰਨ ਨਾਮ ਦਾ ਸਿਮਰਨ ਕਰਨਾ, ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ, ਸੰਤ ਧਨ ਪਾਉਣਾ, ਉਹੀ ਸੰਤ ਵਾਸਤੇ ਧਨ ਹੈ ਉਹਦੇ ਘਰ ਦਾ। ਜਿਹੜਾ ਹਨ ਇੱਕ ਸੰਤ ਵਾਸਤੇ ਉਹਦਾ ਵੈਲਥ ਕੀ ਹੈ, ਪਰਮੇਸ਼ਰ ਦਾ ਨਾਮ, ਇਹੀ ਜਾਣਨਾ ਚਾਹੀਦਾ ਹੈ। ਹਮ ਤੁਮਕੋ ਸੋ ਦੇਖਣ ਚਾਹੀਏ। ਕਹਿਣਗੇ ਹਮ ਤੇ ਤੁਮ, ਸਾਨੂੰ ਦੋਵਾਂ ਨੂੰ ਕਹਿੰਦੇ ਉਹੀ ਧਨ ਇਕੱਠਾ ਕਰਨਾ ਚਾਹੀਦਾ ਤੇ ਉਹੀ ਧਨ ਵੱਲ ਆਪਣਾ ਧਿਆਨ ਜੋੜਨਾ ਕਰਨਾ ਚਾਹੀਦਾ ਹੈ। ਜੇ ਕੋ ਪਾਏ ਪਰਮ ਸੁਖ ਲਹੀਏ। ਜਿਹਦੇ ਕਰਕੇ ਸ੍ਰਿਸ਼ਟ ਸੁਖ ਸਦਾ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਚਹਨ ਪਦਾਰਥ ਕੋ ਜੋ ਹੋ। ਕਹਿਣਗੇ ਜੋ ਪਦਾਰਥਾਂ ਦੀਆਂ ਇੱਛਾਵਾਂ ਕਰਦੇ ਨੇ, ਹਜੇ ਵੀ ਮਨ ਵਿੱਚ ਇੱਛਾ ਕੋ ਇਹ ਹੋਵੇ ਤੇ ਉਹ ਹੋਵੇ, ਤੇ ਲਖੋ ਵਿਰੋਧੀ ਸੋ। ਕਹਿਣਗੇ ਕਹਿਣਗੇ ਇਹਨਾਂ ਤੋਂ ਵਿਰੋਧੀ ਜਾਣੋ। ਉਹ ਨਾਮ ਤੋਂ ਫਿਰ ਵਿਰੋਧੀ ਬਣ ਜਾਂਦੇ ਨੇ। ਉਹ ਨਾਮ ਤੋਂ ਬਗੈਰ ਵੀ ਹੋਰ ਕਿਤੇ ਆਸ ਰੱਖੀ ਬੈਠੇ ਨੇ ਵੀ ਇੱਥੋਂ ਵੀ ਮੈਨੂੰ ਸੁੱਖ ਮਿਲ ਜਾਏਗਾ। ਸੁਣ ਕੇ ਅਚਰਜ ਮਨ ਮਹਿਮਾਨਾ। ਇਹ ਸੁਣ ਕਰਕੇ ਆਪਣੇ ਮਨ ਵਿੱਚ ਬੜਾ ਹੈਰਾਨ ਹੋਇਆ ਬਾਲ ਗੁੰਦਾਈ। ਕਹਿੰਦਾ ਵੀ ਅੱਜ ਤੱਕ ਤਾਂ ਮੈਨੂੰ ਲੋਕ ਰੱਬੇ ਮੰਨਦੇ ਰਹੇ ਨੇ, ਪਰ ਇੱਕ ਗੁਰੂ ਨਾਨਕ ਹੈ ਜਿਨੇ ਕਿ ਤੁੱਛ ਮਾਤਰ ਮੇਰੇ ਵਿੱਚ ਹੰਕਾਰ ਉਹ ਵੀ ਦੇਖ ਲਿਆ। ਬਾਲ ਗੁੰਦਾਈ ਬਚਨ ਬਖਾਨਾ। ਉਸ ਵੇਲੇ ਬਾਲ ਗੁੰਦਾਈ ਨੇ ਇਹ ਬਚਨ ਕੀਤਾ। ਦੋਹਰਾ ਕਹੋ ਅਤੀਤੋ ਨਾਮ ਨਿਜ ਕਿਤ ਆਏ ਕਿਤ ਜਾਏ। ਕਹਿੰਦੇ ਹੇ ਅਤੀਤੋ, ਇਹ ਜਿਹੜਾ ਹਨ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ, ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਹੋ ਤੁਸੀਂ। ਉੱਤਮ ਬੇਖ ਸਰੀਰ ਮਹਿ ਹੈ ਸੁਭ ਤੋਰ ਸੁਭਾਏ। ਕਹਿਣਗੇ ਉੱਤਮ ਭੇਖ, ਥੋੜਾ ਬੇਖ ਜਿਹੜਾ ਥੋੜੀ ਜਿਹੜਾ ਬੋਲਣ ਦਾ ਤਰੀਕਾ ਤੁਹਾਡਾ ਜਿਹੜਾ ਹੈ, ਇਹ ਜਿਹੜੇ ਹਨ ਉਪਦੇਸ਼ ਦੇਣ ਦਾ ਜਿਹੜਾ ਹੈ ਧੁਰਾ ਜਿਹੜਾ ਹੈ ਮੈਂ ਦੇਖਿਆ ਬਹੁਤ ਚੰਗਾ ਹੈ। ਤੁਸੀਂ ਬਹੁਤ ਭਲੇ ਲੋਕ ਹੋ, ਸ਼ੁਭ ਤੋਰ ਸੁਭਾਏ, ਥੋੜਾ ਸੁਭਾਅ ਵੀ ਬੜਾ ਚੰਗਾ ਹੈ। ਚੌਪੇ ਨਾਨਕ ਨਿਰੰਕਾਰੀ ਮਮ ਨਾਏ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸਾਡਾ ਨਾਮ ਹੈ ਨਾਨਕ ਨਿਰੰਕਾਰੀ ਹੈ। ਇਹ ਕੋ ਬਾਲਾ ਲੋਕ
ਅਲਾਏ। ਕਹਿਣਗੇ ਇਹ ਬਾਲਾ ਹੈ, ਇਹਨੂੰ ਲੋਕ ਬਾਲਾ ਜੀ ਕਹਿੰਦੇ ਹਨ, ਭਾਈ ਬਾਲਾ ਜੀ। ਸੁਨਿਓ ਨਾਮ ਜਪ ਬਾਲ ਗੁੰਦਾਈ। ਜਦੋਂ ਇਹ ਨਾਮ ਨਾਨਕ ਸੁਣਿਆ ਬਾਲ ਗੁੰਦਾਈ ਨੇ, ਬੰਦਨ ਕੀਨ ਭਾਉ ਅਧਿਕਾਈ। ਬਸ ਚਰਨਾਂ ਤੇ ਡਿੱਗ ਪਿਆ, ਬੜੇ ਪ੍ਰੇਮ ਨਾਲ ਉਹਨੇ ਮੱਥਾ ਟੇਕਿਆ। ਅਬ ਜਾਣੇ ਸ੍ਰੀ ਨਾਨਕ ਸੋਈ। ਕਹਿਣਗੇ ਅਬ ਜਾਣੇ, ਮੈਂ ਹੁਣ ਜਾਣਿਆ ਹਾਂ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਹੋ, ਚਰਚਾ ਸਿੱਧਨ ਸੋ ਜਹੇ ਹੋਈ। ਜਿਨ੍ਹਾਂ ਨੇ ਸਿੱਧਾਂ ਦੇ ਨਾਲ ਚਰਚਾ ਕੀਤੀ ਸੀ। ਤੁਮ ਤੋ ਕਲਾਵਾਨ ਮਤਵਾਨਾ। ਤੁਸੀਂ ਤਾਂ ਆਪ ਕਲਾਵਾਨ ਹੋ, ਸ਼ਕਤੀਆਂ ਦੇ ਮਾਲਕ ਹੋ ਸਤਿਗੁਰੂ ਜੀ, ਵੱਡੀ ਮੱਤ ਵਾਲੇ ਹੋ ਤੁਸੀਂ। ਇੱਕ ਉੱਤਰ ਮੁਝ ਦੇਹੋ ਸੁਜਾਨਾ। ਸਤਿਗੁਰੂ ਜੀ, ਹੇ ਸਿਆਣੇ ਸਤਿਗੁਰੂ ਜੀ, ਮੈਨੂੰ ਇੱਕ ਸਵਾਲ ਦਾ ਉੱਤਰ ਦਿਓ, ਮੈਨੂੰ ਆਨਸਰ ਦਿਓ ਇੱਕ ਸਵਾਲ ਦਾ, ਇੱਕ ਕੁਐਸਚਨ ਦਾ। ਬੈਠੇ ਆਪ ਵਹਿਰ ਜਿਹੇ ਥਾਈ। ਮਹਾਰਾਜ ਜਿੱਥੇ ਆਪ ਜੀ ਬੈਠੇ ਸਨ, ਸੁਖ ਸੋ ਬਿਤੈ ਕੇ ਦੁਖ ਤਹਿ ਪਾਈ। ਮਹਾਰਾਜ ਉੱਥੇ ਥੋੜੀ ਰਾਤ ਸੁੱਖ ਨਾਲ ਬਤੀਤ ਹੋਣੀ ਸੀ ਜਾਂ ਦੁੱਖਾਂ ਵਿੱਚ ਬਤੀਤ ਹੋਣੀ ਸੀ, ਮੈਨੂੰ ਇਹ ਦੱਸ ਦਿਓ। ਬਾਦਸ਼ਾਹ ਜੀ ਕਿਵੇਂ ਨਾ ਕਿਵੇਂ ਵੀ ਕਹਿੰਦੇ ਵੀ ਜਿਹੜਾ ਉਹ ਰਾਤ ਤੁਸੀਂ ਉੱਥੇ ਬਤੀਤ ਕਰਨੀ ਸੀ ਨਾ ਉਜਾੜ ਵਿੱਚ, ਉਹ ਸੁੱਖਾਂ ਦੀ ਹੋਣੀ ਸੀ ਜਾਂ ਦੁੱਖਾਂ ਦੀ ਹੋਣੀ ਸੀ? ਅਬ ਸੁਭ ਮੰਦਰ ਮਾਹੀ ਆਏ। ਮਹਾਰਾਜ ਹੁਣ ਤੁਸੀਂ ਸ਼ੁਭ ਮੰਦਰ, ਚੰਗੇ ਘਰ ਵਿੱਚ ਆ ਗਏ ਹੋ, ਜੈ ਸਗਰੋ ਸ਼ਰਮ ਜਾਏ ਬਿਲਾਏ। ਜਿੱਥੇ ਸਾਰਾ ਥਕੇਮਾ ਥੋੜਾ ਦੂਰ ਹੋ ਜਾਏਗਾ, ਚੰਗਾ ਆਰਾਮ ਤੁਹਾਨੂੰ ਮਿਲੇਗਾ। ਦੋਹਰਾ ਗੁਰੂ ਭਨਿਓ ਬੈਠੇ ਜਹਾਂ ਹੋਤ ਜਾਤ ਗੁਜਰਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਲ ਗੁੰਦਾਈ ਨੂੰ, ਜਿੱਥੇ ਅਸੀਂ ਬੈਠੇ ਸਾਂ ਗੁਜ਼ਾਰਾ ਤਾਂ ਉੱਥੇ ਵੀ ਹੋ ਹੀ ਜਾਣਾ ਸੀ। ਜੇ ਫਕੀਰ ਖੋਜੈ ਕਹਾ ਮੰਦਰ ਨੀਕੇ ਥਾਨ। ਕਹਿਣਗੇ ਜੇ ਫਕੀਰ ਚੰਗੇ ਭਲੇ ਘਰ ਲੱਭਣ ਲੱਗ ਜਾਣ ਤਾਂ ਉਹਨਾਂ ਨੂੰ ਕਿੱਥੇ ਮਿਲਣਗੇ। ਕਹਿੰਦੇ ਇਹ ਆਸ ਇੱਕ ਫਕੀਰ ਨੂੰ ਨਹੀਂ ਹੋਣੀ ਚਾਹੀਦੀ। ਬਣਨਾ ਵੀ ਫਕੀਰ ਤੇ ਐਸ਼ੋ ਆਰਾਮ ਵੀ ਆਪਣੇ ਰੱਖਣੇ, ਇਹ ਤਾਂ ਨਹੀਂ ਨਾ ਹੋ ਸਕਦਾ। ਕਹਿੰਦੇ ਇੱਕ ਪਾਸੇ ਲੱਗਣਾ ਪੈਂਦਾ ਹੈ, ਜਾਂ ਤਾਂ ਐਸ਼ੋ ਆਰਾਮ ਇੱਕ ਗ੍ਰਸਤੀ ਬਣ ਕੇ ਤੁਸੀਂ ਇੰਜੋਏ ਕਰੋ, ਜਾਂ ਫਿਰ ਜੇ ਫਕੀਰ ਬਣਨਾ ਹੈ ਤਾਂ ਇਹ ਗੱਲਾਂ ਤੇ ਆਸ ਨਾ ਰੱਖੋ, ਇਹਨਾਂ ਨੂੰ ਤੁਸੀਂ ਛੱਡਣਾ ਪੈਣਾ ਹੈ। ਇਸ ਕਰਕੇ ਜਿਹੜਾ ਗੁਰੂ ਦਾ ਉਪਦੇਸ਼ ਵੀ ਐਸਾ ਹੈ, ਸੋ ਐਸਾ ਸੰਨਿਆਸ ਧਾਰਨਾ ਕਰਨਾ ਚਾਹੀਦਾ। ਘਰ ਵਿੱਚ ਹੀ ਜਿਹੜਾ ਹੈ, ਘਰ ਨੂੰ ਹੀ ਜੰਗਲ ਮੰਨਣਾ ਚਾਹੀਦਾ ਹੈ। ਉਪਦੇਸ਼ ਤਾਂ ਇਹ ਹੈ। ਕਹਿੰਦੇ ਪਰ ਜੇ ਜਿਹਦਾ ਹੈ ਮਨ ਦੀ ਇੱਛਾ ਬਣੀ ਰਵੇ ਕਿ ਮੈਨੂੰ ਹੋਰ ਆਰਾਮ ਮਿਲੇ, ਭਾਈ ਇਹ ਗਲਤ ਹੈ। ਸਤਿਗੁਰੂ ਜੀ ਕਹਿੰਦੇ ਮਿਲ ਜਾਣ ਉਹ ਵੱਖਰੀ ਗੱਲ ਹੈ, ਉਹ ਪਰਮਾਤਮਾ ਦਾ ਧੰਨਵਾਦ ਕਰੋ, ਪਰ ਬੰਦੇ ਨੂੰ ਉਸ ਦੇ ਵਿੱਚ ਜਿਹੜਾ ਹੈ ਆਪਣੇ ਆਪ ਨੂੰ ਨਹੀਂ ਗਵਾਉਣਾ ਚਾਹੀਦਾ, ਉਹਨੂੰ ਇੱਕ ਕੰਡੀਸ਼ਨ ਨਹੀਂ ਬਣਾਉਣਾ ਚਾਹੀਦਾ, ਉਹਨੂੰ ਇੱਕ ਬਖਸ਼ਿਸ਼ ਸਮਝਣਾ ਚਾਹੀਦਾ ਵੀ ਅੱਜ ਜੇ ਘਰ ਮਿਲਿਆ ਸ਼ੁਕਰ ਹੈ ਪਰਮਾਤਮਾ ਤੇਰਾ, ਹਾਂਜੀ ਜੇ ਨਾ ਮਿਲੇ ਤਾਂ ਵੀ ਸ਼ੁਕਰ ਹੀ ਹੈ। ਚੌਪੇ ਪੁੰਨ ਕਹਿ ਮੁਝ ਕਿਉਂ ਨਾ ਬਤਾਵਤ। ਪੁੰਨ ਕਹਿ, ਕਹਿਣ ਲੱਗੇ ਫੇਰ ਉਹ ਕਹਿਣ ਲੱਗਾ ਬਾਲ ਗੁੰਦਾਈ, ਮਹਾਰਾਜ ਮੈਨੂੰ ਤੁਸੀਂ ਫਿਰ ਵੀ ਆਨਸਰ ਨਾ ਦਿੱਤਾ। ਸੁਖ ਗੁਜਰਤ ਕਹਿ ਕਸ਼ਟ ਬਿਹਾਵਤ। ਤੁਹਾਡਾ ਸੁੱਖ ਨਾਲ ਰਾਤ ਬਤੀਤ ਹੋਣੀ ਸੀ ਜਾਂ ਕਸ਼ਟਾਂ ਵਿੱਚ ਹੋਣੀ ਸੀ। ਗੁਰੂ ਕਹੈ ਗੁਜਰਤ ਦੁਖ ਸੰਗ। ਮਹਾਰਾਜ ਕਹਿੰਦੇ ਹਾਂ ਭਾਈ ਬਾਲ ਗੁੰਦਾਈ, ਜੇ ਤੂੰ ਸੰਸਾਰੀ ਜਿਹੜਾ ਹਨ ਬ੍ਰਿਤੀ ਨਾਲ ਪੁੱਛੇਗਾ ਤਾਂ ਹਾਂ ਫਿਰ ਦੁੱਖ ਨਾਲ ਹੀ ਬਤੀਤ ਹੋਗੀ ਨਾ। ਜੇ ਤੂੰ ਸੰਸਾਰੀ ਇਨਸਾਨ ਮੰਗੋ, ਜਿਹੜਾ ਹਨ ਸੰਸਾਰੀ ਜਿਹੜਾ ਹਨ ਬੰਦਿਆਂ ਮੰਗੋ ਪੁੱਛੇਗਾ, ਤੇ ਜੇ ਤੁਸੀਂ ਸਾਨੂੰ ਸੰਸਾਰੀ ਕਰਕੇ ਦੇਖਦੇ ਹੋ, ਹਾਂ ਫਿਰ ਤਾਂ ਦੁੱਖ ਹੈ। ਉਹ ਇੱਥੇ ਨਾਲੋਂ ਸੁੱਖ ਤਾਂ ਨਹੀਂ ਨਾ ਹੋਣਾ, ਇੱਥੇ ਸੁੱਖ ਹੈ ਉੱਥੇ ਦੁੱਖ ਹੈ। ਹਾਂਜੀ ਆਏ ਹੋਤੇ ਤਬ ਘਟਾ ਉਮੰਗ। ਕਹਿਣ ਲੱਗੇ ਆਏ, ਕਹਿੰਦੇ ਆਉਣ ਲੱਗੀ ਸੀ ਘਟਾ, ਬੱਦਲ ਆ ਰਹੇ ਸਨ, ਮੀਂਹ ਪੈ ਜਾਣਾ ਸੀ ਬਹੁਤ ਸਾਰਾ ਉੱਥੇ। ਪੁਨ ਆਪਨ ਕਰਮੈ ਲੈ ਸਾਕ। ਦੇਖੋ ਹੁਣ ਉਸ ਵੇਲੇ ਉਸ ਬਾਲ ਗੁੰਦਾਈ ਨੇ ਕੀ ਕੀਤਾ, ਆਪਨ ਕਰ ਆਪਣੇ ਹੱਥ ਵਿੱਚ ਸਾਗ ਲੈ ਕੇ, ਭਖਰੇ ਕੀ ਰੋਟੀ ਕਹਿ ਵਾਕ। ਉਹਨੇ ਭਖਰੇ ਦੀ ਰੋਟੀ ਕਹਿ ਕੇ ਬਣਵਾਈ। ਇਸ ਪ੍ਰਕਾਰ ਕੋ ਮੋਰ ਆਹਾਰਾ। ਕਹਿਣ ਲੱਗੇ ਇਸ ਤਰ੍ਹਾਂ ਮਹਾਰਾਜ ਨੂੰ ਕਹਿਣ ਲੱਗਾ ਬਾਲ ਗੁੰਦਾਈ, ਮੈਂ ਤਾਂ ਇਸ ਤਰ੍ਹਾਂ ਦਾ ਭੋਜਨ ਛਕਦਾ ਸਤਿਗੁਰੂ ਜੀ, ਮੈਂ ਤਾਂ ਜਿਹੜਾ ਹਨ ਇਸ ਤਰ੍ਹਾਂ ਦੀ ਰੋਟੀ, ਸੁੱਕੀ ਰੋਟੀ ਮੈਂ ਛਕਦਾ ਹਾਂ। ਲਖੋ ਪਦਾਰਥ ਪਰ ਉਪਕਾਰਾ। ਇਹ ਜਿਹੜੇ ਪਦਾਰਥ ਮੇਰੇ ਕੋਲ ਹਨ ਇਹ ਤਾਂ ਸਾਰੇ ਪਰ ਉਪਕਾਰ ਵਾਸਤੇ, ਦੁਨੀਆ ਦੇ ਭਲੇ ਵਾਸਤੇ ਰੱਖੇ ਹਨ, ਇਹ ਮੈਂ ਆਪਣੇ ਵਾਸਤੇ ਨਹੀਂ ਰੱਖੇ, ਇਹ ਮੈਂ ਆਪਣੇ ਸੁੱਖ ਵਾਸਤੇ ਨਹੀਂ ਰੱਖੇ। ਕਬ ਹਉ ਕਰੋ ਨਾ ਅੰਗੀਕਾਰਾ। ਮਹਾਰਾਜ ਮੈਂ ਇਹਨਾਂ ਨੂੰ ਕਿਤੇ ਵੀ ਆਪਣੇ ਨਹੀਂ ਸਮਝਦਾ, ਸਭ ਰਾਖੇ ਮੈਂ ਹਿਤ ਉਪਕਾਰਾ। ਮੈਂ ਤਾਂ ਇਹ ਰੱਖਿਆ ਲੋਕਾਂ ਦਾ ਭਲਾ, ਲੋਕਾਂ ਦੀ ਸੇਵਾ ਕਰਨ ਵਾਸਤੇ। ਅਨੇਕ ਲੋਕ ਸੁਖ ਪਾਵ ਹੈ ਆਏ। ਦੇਖੋ ਅਨੇਕਾਂ ਹੀ ਲੋਕ ਇੱਥੇ ਆ ਕੇ ਆਰਾਮ ਦੇ ਨਾਲ 2 ਘੜੀਆਂ 1 ਦਿਨ 2 ਦਿਨ ਰਹਿ ਕੇ ਸੁਖ ਪਾਉਂਦੇ ਹਨ। ਮਾਰਗ ਸ਼ਰਮ ਕੋ ਦੇਹੇ ਬਿਲਾਈ। ਸਾਰੇ ਜਿਹੜਾ ਰਸਤੇ ਦਾ ਜਿਹੜਾ ਥਕੇਵਾ ਹੁੰਦਾ ਉਹ ਲੱਥ ਜਾਂਦਾ ਹੈ ਆਰਾਮ ਦੇ ਨਾਲ। ਇਸ ਪ੍ਰਕਾਰ ਕੀ ਸੁਣ ਕਰ ਬਾਣੀ। ਇਸ ਪ੍ਰਕਾਰ ਦੀ ਜਦੋਂ ਬਾਣੀ ਬਾਲ ਗੁੰਦਾਈ ਦੇ ਜੋ ਉਹਨਾਂ ਦਾ ਜਸਟੀਫਿਕੇਸ਼ਨ ਸੀ ਸਤਿਗੁਰਾਂ ਨੇ ਸੁਣਿਆ, ਅਧਿਕ ਪ੍ਰਸ਼ੰਸਾ ਗੁਰੂ ਬਖਾਨੀ। ਮਹਾਰਾਜ ਬਹੁਤ ਖੁਸ਼ ਹੋਏ ਬਾਲ ਗੁੰਦਾਈ ਤੇ ਉਹਦੀ ਸੇਵਾ ਨੂੰ ਦੇਖ ਕੇ, ਭਾਵਨਾ ਨੂੰ ਦੇਖ ਕੇ। ਸਰਬ ਜੋਗੀਆਂ ਨੇ ਕੇਰ ਮਝਾਰੀ। ਕਹਿਣਗੇ ਸਾਰੇ ਜੋਗੀਆਂ ਕੇਰ ਮਝਾਰੀ, ਸਾਰੇ ਜੋਗੀਆਂ ਦੇ ਵਿੱਚੋਂ ਉੱਤਮ ਤੁਮ ਚਿਤ ਮਤ ਉਪਕਾਰੀ। ਤੂੰ ਮਤ ਉਪਕਾਰੀ ਹੈ, ਤੇਰੀ ਜਿਹੜੀ ਮਤ ਹੈ ਉਪਕਾਰ ਕਰਨ ਦੇ, ਕਿਉਂਕਿ ਜੋਗੀ ਤਾਂ ਮੰਗ ਕੇ ਖਾਂਦੇ ਨੇ
ਤੇ ਉਹ ਸੈਲਫਿਸ਼ ਹੋ ਜਾਂਦੇ ਨੇ, ਉਹ ਆਪਣੇ ਰੰਗ ਵਿੱਚ ਬੈਠੇ ਰਹਿੰਦੇ ਤੇ ਲੋਕਾਂ ਤੋਂ ਆਪਣੀ ਸੇਵਾ ਕਰਾਉਂਦੇ ਨੇ। ਪਰ ਤੂੰ ਉਹ ਜੋਗੀ ਹੈ ਜੋ ਲੋਕਾਂ ਦੀ ਸੇਵਾ ਵਿੱਚ ਆਪਣਾ ਸੁੱਖ ਦੇਖਦਾ ਹੈ, ਇਸ ਕਰਕੇ ਤੂੰ ਉੱਤਮ ਹੈ ਸਾਰੇ ਜੋਗੀਆਂ ਨਾਲੋਂ। ਏਕ ਨਿਸਾ ਬਸ ਕਰ ਤਿਹ ਥਾਨਾ, ਇੱਕ ਰਾਤ ਸਤਿਗੁਰੂ ਜੀ ਬਾਲ ਗੁੰਦਾਈ ਕੋ ਰਹੇ ਉਸਦੇ ਘਰ ਵਿੱਚ। ਹੋਰ ਹੋਤ ਗੁਰ ਕੀ ਨ ਪਿਆਨਾ, ਫੇਰ ਹੁੰਦਿਆਂ ਸਾਰ ਸਤਿਗੁਰੂ ਜੀ ਉੱਥੋਂ ਤੁਰ ਪਏ ਹਨ। ਕੋਨ ਸਲ ਕੋਟ ਬਿਖਾ ਚਲ ਆਏ, ਹੁਣ ਸਤਿਗੁਰੂ ਜੀ ਸਿਆਲਕੋਟ ਵਾਪਸ ਆ ਗਏ। ਮੁਝ ਸੋ ਐਸੇ ਬਚਨ ਅਲਾਏ, ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਮੈਨੂੰ ਕੀਤਾ। ਹੇ ਬਾਲਾ ਇਸ ਨਗਰ ਮਝਾਰਾ, ਕਹਿੰਦੇ ਹੇ ਬਾਲਾ ਇਸ ਨਗਰ ਸਿਆਲਕੋਟ ਦੇ ਵਿੱਚ ਸੰਸਾਰੀ ਇੱਕ ਮੀਤ ਹਮਾਰਾ, ਇੱਕ ਸੰਸਾਰੀ ਬੰਦਾ ਹੈ ਜਿਹੜਾ ਸਾਡਾ ਮਿੱਤਰ ਹੈ, ਸਾਡਾ ਫਰੈਂਡ ਹੈ। ਪੂਰਬ ਗਮਨਿਓ ਜੋ ਸੰਗਾਰਾ, ਜੋ ਉਹ ਸਾਡੇ ਨਾਲ ਅੱਗੇ ਨਾਲ ਜੋ ਸਾਡੇ ਤੁਰ ਕੇ ਗਿਆ ਸੀ, ਸਾਡੇ ਨਾਲ ਰਹਿੰਦਾ ਸੀ। ਮੂਲਾ ਨਾਮ ਸੋ ਇਹਾ ਅਗਾਰਾ, ਉਹਦਾ ਨਾਮ ਮੂਲਾ ਸੀਗਾ, ਮੂਲਾ ਖੱਤਰੀ ਜਿਹੜਾ ਤੇ ਸੀ। ਸੋ ਮਿਲਨ ਚਾਹੇ ਮਨ ਮੇਰਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਮਨ ਕਰਦਾ ਕਿ ਆਪਾਂ ਹੁਣ ਮੂਲਾ ਖੱਤਰੀ ਨੂੰ ਮਿਲ ਪਈਏ ਇੱਕ ਵਾਰੀ ਹੁਣ। ਚਲੋ ਅਬੈ ਜਿਤ ਦਿਸ ਹੋਏ ਡੇਰਾ, ਕਹਿੰਦੇ ਚਲੋ ਆਪਾਂ ਉਹਦੇ ਡੇਰੇ ਚੱਲੀਏ, ਉਹਦੇ ਘਰ ਚੱਲੀਏ ਜਿੱਥੇ ਉਹਦਾ ਘਰ ਬਣਿਆ ਹੋਇਆ ਹੈ ਮੂਲਾ ਖੱਤਰੀ ਦਾ। ਅਸ ਕਹਿ ਚੱਲ ਮੂਲੇ ਕੇ ਪੌਰ, ਸਤਿਗੁਰੂ ਜੀ ਇਸ ਤਰ੍ਹਾਂ ਕਹਿੰਦਿਆਂ ਹੋਇਆਂ ਭਾਈ ਬਾਲਾ ਜੀ ਕਹਿੰਦੇ ਅਸੀਂ ਦੋਵੇਂ ਤੁਰ ਕਰਕੇ ਉਹਨਾਂ ਦੇ ਘਰ ਪਹੁੰਚ ਗਏ ਸਾਹਮਣੇ ਦਰਵਾਜ਼ੇ ਦੇ। ਆਏ ਖਰੇ ਬੇਦੀ ਸਿਰ ਮੋਰ, ਤੇ ਆ ਖੜੇ ਹੋਏ ਦਰਵਾਜ਼ੇ ਦੇ ਉੱਤੇ ਜਿਹੜੇ ਹਨ ਬੇਦੀ ਕੁਲ ਦੇ ਸਿਰਮੌਰ ਗੁਰੂ ਨਾਨਕ ਸਾਹਿਬ ਜੀ। ਘਰਨੀ ਸਨਮੁਖ ਜਬ ਹੈ ਨਿਹਾਰੇ, ਜਦੋਂ ਉਹਦੇ ਘਰ ਵਾਲੀ ਨੇ ਦੇਖਿਆ ਕਿ ਕੌਣ ਆਇਆ ਹੈ ਤੇ ਦੇਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਭਾਈ ਬਾਲਾ ਜੀ ਖੜੇ ਹਨ, ਨਿਜ ਪਤ ਸੋ ਅਸ ਬਚਨ ਉਚਾਰੇ, ਉਹਨੇ ਜਾ ਕਰਕੇ ਭੱਜੇ ਸਾਹ ਚੜਿਆ ਉੱਤੇ ਨੂੰ ਤੇ ਥੱਲੇ ਨੂੰ ਆ ਰਿਹਾ, ਆਦਿਆ ਜਾਂ ਨਹੀਂ ਆਇਆ ਪਤਾ ਨਹੀਂ। ਤੇ ਉਸ ਵੇਲੇ ਉਹਨੇ ਜਾ ਕੇ ਆਪਣੇ ਪਤੀ ਨੂੰ ਇਹ ਕਿਹਾ, ਪੂਰਬ ਗਮਨਿਓ ਜਾਹੇ ਸੰਗਾਰੇ, ਕਹਿਣ ਲੱਗੇ ਉਹ ਜਿਹਦੇ ਨਾਲ ਤੁਸੀਂ ਪਹਿਲਾਂ ਚਲੇ ਗਏ ਸੀ, ਘਰ ਵੀ ਨਹੀਂ ਦੱਸ ਕੇ ਗਏ ਸੀਗੇ, ਦੁਕਾਨ ਤੋਂ ਸਿੱਧਾ ਉਹਨਾਂ ਦੇ ਨਾਲ ਤੁਸੀਂ ਪਤਾ ਨਹੀਂ ਕਿੱਥੇ ਚਲੇ ਗਏ ਸੀ। ਸੋ ਅਬ ਸਾਧ ਆਏ ਤਬ ਦੁਆਰੇ, ਉਹ ਸਾਧ ਹੁਣ ਫੇਰ ਆ ਗਿਆ ਦਰਵਾਜ਼ੇ ਤੇ ਆ ਖੜਿਆ ਹੋਇਆ। ਕਹਿੰਦੇ ਉਹ ਸਾਧ ਫੇਰ ਆ ਗਿਆ ਹੁਣ। ਘਰ ਮਹਿ ਤੂਰਨ ਦੁਰੀਏ ਜਾਈ, ਕਹਿਣਗੇ ਤੂੰ ਐਂ ਕਰ ਆਪਣੇ ਘਰ ਵਾਲੇ ਮੁੱਲੇ ਨੂੰ, ਕਹਿੰਦੀ ਉਹਦੀ ਘਰ ਵਾਲੀ, ਤੂੰ ਜਾ ਕੇ ਛੁਪ ਜਾ, ਲੁਕ ਜਾ, ਕਿਤੇ ਹਾਈਡ ਹੋ ਜਾ ਜੀ ਕਿਤੇ ਘਰ ਦੇ ਵਿੱਚ, ਨਾਹੀਂ ਤਾਂ ਤੁਝ ਕੋ ਲੇਹ ਬੁਲਾਈ, ਨਹੀਂ ਤਾਂ ਤੁਹਾਨੂੰ ਬੁਲਾ ਲੈਣਾ ਉਹਨਾਂ ਨੇ, ਤੁਹਾਨੂੰ ਨਾਲ ਫੇਰ ਲੈ ਜਾਣਾ ਹੈ। ਕਹਿੰਦੇ ਇਸ ਪ੍ਰਕਾਰ ਕਰਕੇ ਤੁਹਾਨੂੰ ਮੇਰੇ ਨਾਲੋਂ ਵਿਛੋੜ ਦੇਣਾ ਉਹਨਾਂ ਨੇ, ਤੁਹਾਨੂੰ ਪਤਾ ਨਹੀਂ ਫਿਰ ਨਾਲ ਲੈ ਕੇ ਕਿੱਥੇ ਜਾਣਗੇ, ਫਿਰ ਮੁੜ ਕੇ ਤੂੰ ਆਏਗਾ ਕਿ ਨਹੀਂ ਆਏਗਾ ਕੋਈ ਪਤਾ ਨਹੀਂ। ਜਦਪ ਮੂਲਾ ਪ੍ਰਭ ਕੋ ਜਾਣਤ, ਸੋ ਜਦਪ ਕਹਿੰਦਾ ਜਦੋਂ ਦਾ ਇਹ ਮੁੱਲਾ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹਨ, ਮਹਿਮਾਨੀ ਕੀ ਰੀਤ ਪਛਾਣਤ, ਉਹ ਜਾਣਦਾ ਸੀਗਾ। ਦੇਖੋ ਕਿੰਨੇ ਸ਼ਕਤੀਸ਼ਾਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ। ਗੁਰੂ ਨਾਨਕ ਸਰਬ ਸਮਰੱਥ ਹਨ, ਸਭ ਕੁਝ ਜਾਣਨ ਵਾਲੇ ਹਨ, ਇਹਨੇ ਸਭ ਕੁਝ ਆਪਣੇ ਅੱਖੀਂ ਦੇਖਿਆ ਹੋਇਆ ਹੈ। ਦੇਖੋ ਨਾ ਮਨੁੱਖ ਦੀ ਅਗਿਆਨਤਾ ਕਿੱਥੇ ਤੱਕ ਜਾਂਦੀ ਹੈ, ਅੱਖੀਂ ਦੇਖਿਆ ਹੋਇਆ, ਐਕਸਪੀਰੀਅੰਸ ਕੀਤਾ ਹੋਇਆ, ਨਾਲ ਰਹਿ ਕੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹਨੇ ਸਾਰੇ ਬਚਨ ਵੀ ਸੁਣੇ ਤੇ ਮਹਾਰਾਜ ਦੇ ਜਿਹੜੇ ਹਨ ਜੀਵਨ ਵੀ ਦੇਖਿਆ, ਤਾਂ ਫਿਰ ਵੀ ਕਰਾਮਾਤ ਯੁੱਤ ਅੰਤਰਜਾਮੀ, ਜਾਣਦਾ ਸੀ ਵੀ ਕਰਾਮਾਤੀ ਹੈ, ਅੰਤਰਜਾਮੀ ਹੈ, ਗੁਰੂ ਨਾਨਕ ਤੋਂ ਕੋਈ ਛੁਪਿਆ ਹੋਇਆ ਨਹੀਂ, ਗੁਰੂ ਨਾਨਕ ਸਭ ਕੁਝ ਜਾਣਦੇ ਹਨ। ਕਰੈ ਜੋ ਚਾਹੈ ਸਭ ਘਟ ਸੁਆਮੀ, ਨਾ ਦੇਖੋ ਸਾਰੇ ਘਟਾਂ ਵਿੱਚ ਇੱਕੋ ਇੱਕ ਸੁਆਮੀ ਗੁਰੂ ਨਾਨਕ ਸਾਹਿਬ ਜੀ ਹਨ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਉਹ ਸੁਆਮੀ ਗੁਰੂ ਨਾਨਕ ਸਾਹਿਬ ਜੀ ਨੇ। ਸਾਰੀ ਦੁਨੀਆ ਦੇ ਉੱਤੇ, ਸਾਰੀ ਖਲਕਤ ਉੱਤੇ ਜੋ ਕੁਝ ਹੁੰਦਾ ਹੈ ਉਹਦੇ ਜਾਣਨ ਵਾਲੇ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਹਨ। ਇਹ ਵੀ ਜਾਣਦਾ ਹੈ ਸਾਰਾ, ਤਦਪ ਤਿਆ ਨੈ ਮਤ ਵਿੱਚ ਲਾਈ, ਤੇ ਫੇਰ ਕਰੇ ਜੋ ਚਾਹੇ ਕਹਿ ਲਗੇ ਕਰ ਸਕਦਾ ਹੈ ਜੋ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ। ਤਦਪ ਤਿਆ ਨੈ ਮਤ ਵਿੱਚ ਲਾਈ, ਫੇਰ ਵੀ ਜਿਹੜੀ ਹੈ ਇਹਦੀ ਇਸਤਰੀ ਨੇ ਮੂਲੇ ਖੱਤਰੀ ਦੀ ਮੱਤ ਮਾਰ ਦਿੱਤੀ। ਕਹਿੰਦੇ ਇਸ ਕਰਕੇ ਜਿਹੜਾ ਹੈ ਡੋਮੀਨੈਂਸ ਜਿਹੜਾ ਫੈਕਟਰ ਹੁੰਦਾ ਹੈ ਨਾ, ਸੇ ਡੋਮੀਨੈਂਸ ਕੈਰੈਕਟਰ ਜਿਹੜਾ ਹੁੰਦਾ ਹੈ, ਕਹਿੰਦੇ ਕਿ ਇਹਦੇ ਘਰ ਵਾਲੀ ਨੇ ਐਸਾ ਡੋਮੀਨੈਂਸ ਪਾਇਆ ਇਹਦੇ ਉੱਤੇ, ਕਹਿੰਦੇ ਇਹਦੇ ਘਰ ਵਾਲੀ ਨੇ ਇਹਦੀ ਮੱਤ ਮਾਰ ਦਿੱਤੀ, ਇਹਦੀ ਮੱਤ ਜਿਹੜੀ ਚੱਲੀ ਹੋਈ ਨਹੀਂ। ਕਹਿੰਦੇ ਕੀ ਹੋਇਆ, ਪੂਰਨ ਬਰਿਓ ਸਦਨ ਮਹਿ ਜਾਈ, ਬਾਹਰ ਤਾਂ ਕੀ ਜਾਣਾ ਸੀ, ਖੁਸ਼ੀ ਤਾਂ ਕੀ ਹੋਣੀ ਸੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਆਏ ਹਨ, ਉਹਨਾਂ ਦੇ ਚਰਨ ਪੈਣ ਕਰਕੇ ਪੂਜਨ ਅਸਥਾਨ ਬਣ ਜਾਣਾ ਸੀ ਉਹ ਥਾਂ, ਲੋਕਾਂ ਨੇ ਆ ਕੇ ਪੂਜਿਆ ਕਰਨਾ ਸੀ ਸਦੀਆਂ ਤੱਕ, ਲੋਕਾਂ ਨੇ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਿਆ ਕਰਨੇ ਸੀ ਉਹ ਘਰ ਦੇ ਵੀ, ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹਨ। ਪਰ ਇਹ ਜਿਹੜਾ ਹੈ ਜਾਂ ਬਦਕਿਸਮਤੀ ਬੰਦਾ ਜਿਹੜਾ ਹੁੰਦਾ ਹੈ ਨਾ,
ਘਰ ਮੂਹਰੇ ਆਇਆ ਪਰਮਾਤਮਾ ਨੂੰ ਵੀ ਜਿਹੜਾ ਹੈ ਇਹਨੇ ਡਰ ਕੇ ਜਾ ਕੇ ਦਰਸ਼ਨ ਕਰਨ ਦੀ ਬਜਾਏ ਇਹ ਜਾ ਕੇ ਘਰ ਵਿੱਚ ਪਿੱਛੇ ਨੂੰ ਚਲਿਆ ਗਿਆ ਲੁਕਣ ਵਾਸਤੇ। ਗੋਮੈ ਸੁਸਕ ਪਰੇ ਜਿਹ ਥਾਈ, ਜਿੱਥੇ ਗੋਹਾ ਸੁੱਕਿਆ ਹੋਇਆ ਪਿਆ ਸੀਗਾ ਉਹ ਜਿਹੜਾ ਹੈ ਇੱਕ ਕਮਰੇ ਦੇ ਵਿੱਚ ਜਿੱਥੇ ਪਾਥੀਆਂ ਬਣਾ ਕੇ ਰੱਖੀਆਂ ਹੋਈਆਂ ਸੀ ਗੋਹੇ ਦੀਆਂ, ਵੱਡੋ ਤਿਮਰ ਤਹ ਦੇਹ ਦੁਰਾਏ, ਉੱਥੇ ਬਹੁਤ ਹਨੇਰਾ ਸੀ ਤੇ ਉੱਥੇ ਜਾ ਲੁਕਿਆ ਇਹ ਮੁੱਲਾ ਖੱਤਰੀ। ਸ੍ਰੀ ਨਾਨਕ ਜਾਨੀ ਬਿਦ ਸਾਈ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾਣਦੇ ਹਨ ਵੀ ਇਹ ਮੁੱਲਾ ਕੀ ਕਰ ਰਿਹਾ ਤੇ ਕੀ ਸੋਚ ਰਿਹਾ, ਇਹਦੀ ਘਰਵਾਲੀ ਕੀ ਕਰ ਰਹੀ ਹੈ, ਸਭ ਕੁਝ ਜਾਣਨ ਵਾਲੇ ਗੁਰੂ ਨਾਨਕ ਸਾਹਿਬ ਜੀ ਹਨ। ਮੂਲੇ ਮੂਲੇ ਊਚ ਅਲਾਈ, ਮਹਾਰਾਜ ਨੇ ਫੇਰ ਵੀ ਦੇਖੋ ਆਪਣੇ ਸਿੱਖ ਨੂੰ ਬਖਸ਼ਣ ਵਾਸਤੇ, ਫੇਰ ਵੀ ਉਹ ਕੁਕਰਮ ਤੋਂ ਬਚਾਉਣ ਵਾਸਤੇ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮੂਲੇ ਦੇ ਘਰ ਦੇ ਮੂਹਰੇ ਖੜ ਕੇ ਨਾ ਮਹਾਰਾਜ ਜੀ ਉੱਚੀ ਆਵਾਜ਼ ਨਾਲ ਕਹਿੰਦੇ ਮੂਲੇ ਮੂਲੇ, ਐਸਾ ਸੱਦਦੇ ਹਨ ਗੁਰੂ ਨਾਨਕ ਸਾਹਿਬ ਜੀ। ਸੁਨ ਗੁਹਾਰ ਨਾਰ ਨਿਜਕਾਨਾ, ਇਹ ਆਵਾਜ਼ ਜਿਹੜਾ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਸ ਵੇਲੇ ਉਸ ਇਸਤਰੀ ਮੂਲੇ ਖੱਤਰੀ ਦੀ ਇਸਤਰੀ ਨੇ ਵੀ ਸੁਣਿਆ ਤੇ ਮੂਲੇ ਨੇ ਵੀ ਸੁਣਿਆ। ਮਹਾਰਾਜ ਨੇ ਆਵਾਜ਼ ਮਾਰੀ ਜ਼ੋਰ ਦੀ ਉੱਚੀ, ਰੱਬ ਕੇ ਸਨਮੁਖ ਬਚਨ ਬਖਾਨਾ, ਤੇ ਆ ਕਰਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਕੇ ਉਹ ਇਸਤਰੀ, ਆਪ ਜੀ ਨੂੰ ਯਾਦ ਹੋਏਗਾ ਨਾ ਇਹ ਉਹੀ ਇਸਤਰੀ ਹੈ ਜਿਹੜੀ ਸਤੀ ਹੋਣ ਚੱਲੀ ਸੀ। ਮਹਾਰਾਜ ਨੇ ਮੁੱਲਾ ਖੱਤਰੀ ਨੂੰ ਜਿਹੜਾ ਸੀਗਾ ਉਸੇ ਦਿਨ ਉਸੇ ਇਨਸਟੈਂਟ ਵਿੱਚ ਵਾਪਸ ਘਰ ਭੇਜਿਆ ਕਿ ਆਪਣੀ ਘਰਵਾਲੀ ਨੂੰ ਸਤੀ ਹੋਣ ਤੋਂ ਬਚਾ ਲਾ। ਦੇਖੋ ਉਹੀ ਇਸਤਰੀ ਅੱਜ ਗੁਣਤਾ ਕੀ ਜਾਣਨਾ ਸੀ ਗੁਰੂ ਸਾਹਿਬ ਦਾ, ਤੇ ਆ ਕਰਕੇ ਸਾਹਮਣੇ ਖੜ ਕੇ ਜਿਸ ਹੈ ਪੁਕਾਰੇ ਸੋਨ ਹੈ ਧਾਮੂ, ਦੇਖੋ ਅਕੇ ਝੂਠ ਬੋਲਦੀ ਹੈ। ਕਹਿੰਦੇ ਜਿਸ ਦੀ ਤੁਸੀਂ ਪੁਕਾਰ ਕਰਦੇ ਹੋ ਨਾ, ਜਿਸ ਨੂੰ ਤੁਸੀਂ ਸੱਦਦੇ ਹੋ ਉਹ ਘਰ ਵਿੱਚ ਨਹੀਂ ਹੈਗਾ, ਕਾਜ ਕਰਨ ਗਮਨਿਓ ਕਿਤ ਗ੍ਰਾਮੂ, ਉਹ ਕੋਈ ਕੰਮ ਵਾਸਤੇ ਕੋਈ ਪਿੰਡ ਦੇ ਵਿੱਚ ਚਲਿਆ ਗਿਆ ਹੈ, ਉਹ ਬਾਹਰ ਚਲਿਆ ਗਿਆ ਕਿਤੇ ਪਿੰਡ ਵਿੱਚ ਹੋਵੇਗਾ ਪਰ ਘਰ ਨਹੀਂ ਹੈਗਾ। ਦੇਖੋ ਐਡਾ ਉਹ ਝੂਠ ਬੋਲੀ। ਦੇਖੋ ਇਹ ਝੂਠ ਗੁਰੂ ਨਾਨਕ ਦੇ ਸਨਮੁਖ ਹੋ ਕੇ ਬੋਲੀ। ਉਹ ਇਹ ਨਹੀਂ ਜਾਣਦੇ ਕਿ ਤੇਰੇ ਸਵਾਸਾਂ ਦੇ ਵਿੱਚ, ਤੇਰੇ ਦਿਲ ਦੇ ਵਿੱਚ, ਹਿਰਦੇ ਵਿੱਚ ਇਹੀ ਗੁਰੂ ਨਾਨਕ ਵਸਦਾ ਹੈ, ਤੇਰੇ ਆਲੇ ਦੁਆਲੇ ਇਹੀ ਗੁਰੂ ਨਾਨਕ ਵਸਦਾ ਹੈ। ਇਹਦੇ ਕਰਕੇ ਤੂੰ ਜਿਉਂਦੀ ਹਾਂ, ਇਹਦੇ ਕਰਕੇ ਤੂੰ ਬੋਲਣ ਦੀ ਸਮਰੱਥਾ ਰੱਖਦੀ ਹਾਂ। ਇਹ ਗੱਲ ਨਹੀਂ ਉਹਨੇ ਜਾਣੀ। ਇਸੇ ਪ੍ਰਕਾਰ ਆ ਨਾ ਆਪਾਂ ਵੀ ਕਈ ਵਾਰੀ ਗੁਰੂ ਸਾਹਿਬ ਦੇ ਸਾਹਮਣੇ ਜਦੋਂ ਅਰਦਾਸ ਕਰਦੇ ਹਾਂ ਆਪਾਂ ਵੀ ਕਈ ਵਾਰੀ ਝੂਠ ਬੋਲ ਦਿੰਦੇ ਆ ਨਾ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੜਾ ਝੂਠ ਬੋਲਦੇ ਹਾਂ। ਹਾਂਜੀ, ਜਿਹੜਾ ਬੰਦੇ ਨੇ ਕਿਤੇ ਜਿਹੜਾ ਹਨ ਸਿੱਖੀ ਦੇ ਉੱਤੇ ਮਾਰਗ ਤੇ ਪੈਰ ਨਾ ਰੱਖਿਆ ਹੋਵੇ, ਸ਼ਰਾਬੀ ਹੋਵੇ, ਹਾਂਜੀ ਦਿਨ ਰਾਤ ਖਾਂਦਾ ਪੀਂਦਾ ਹੋਵੇ, ਗਾਲਾਂ ਕੱਢਦਾ ਹੋਵੇ, ਵਿਸ਼ੇ ਵਿਕਾਰਾਂ 'ਚ ਗਲਤਾਨ ਹੋਵੇ, ਗੁਰਦੁਆਰੇ 'ਚ ਖੜ ਕੇ ਕਹਿੰਦੇ ਭਾਈ ਜਿਹੜਾ ਹੈ ਫਲਾਣਾ ਭਾਈ, ਲੈ ਉਹਨੂੰ ਭਾਈ ਦਾ ਦਰਜਾ ਵੀ ਦੇ ਦਿੰਦੇ ਹਾਂ। ਫੇਰ ਉਹਨੂੰ ਕਹਿ ਦਿੰਦੇ ਹਾਂ ਜੀ ਬੜਾ ਤੁਹਾਡਾ ਸੇਵਕ ਹੈ, ਉਹਨੇ ਜਿਹਨੇ ਕਿਤੇ ਲੰਗਰਾਂ ਵਿੱਚੋਂ ਇੱਕ ਗਲਾਸ ਚੱਕ ਕੇ ਨਾ ਧੋਤਾ ਹੋਵੇ। ਹਾਂਜੀ, ਇਸ ਤਰ੍ਹਾਂ ਦੇ ਝੂਠ ਆਪਾਂ ਵੀ ਬੋਲਦੇ ਹਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਕਿਉਂਕਿ ਆਪਾਂ ਨੂੰ ਲੱਗਦਾ ਲੋਕ ਜਿਉਂਦੇ ਨੇ, ਕਮੇਟੀਆਂ ਜਿਉਂਦੀਆਂ ਨੇ, ਪ੍ਰਧਾਨ ਜਿਉਂਦਾ ਹੈ, ਪਰ ਜਿਹੜਾ ਗੁਰੂ ਉਹ ਨਹੀਂ ਸੁਣਦਾ। ਉਹਦੇ ਅੱਗੇ ਝੂਠ ਬੋਲਦੇ ਆਪਾਂ ਖੜ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ। ਦੇਖੋ ਐਸਾ ਜਿਹੜਾ ਹੈ ਵਾਤਾਵਰਨ ਜਿਹੜਾ ਇੱਥੇ ਇਹ ਸਾਖੀ ਤੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਗੁਰੂ ਅੱਗੇ ਆਪਾਂ ਕਿਤੇ ਵੀ ਝੂਠ ਨਹੀਂ ਬੋਲ ਸਕਦੇ। ਦੋਹਰਾ ਸੁਨ ਕੇ ਸ੍ਰੀ ਗੁਰ ਬਚ ਕਹਿਓ ਬੇਮੁਖ ਕਰਮ ਵਿਹੀਨ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਜਦੋਂ ਝੂਠਾ ਸੁਣਿਆ ਨਾ ਉਸ ਨਾਰ, ਉਸ ਇਸਤਰੀ ਦਾ, ਮੂਲੇ ਖੱਤਰੀ ਦੀ ਘਰਵਾਲੀ ਦਾ, ਮਹਾਰਾਜ ਨੇ ਉਸੇ ਵੇਲੇ ਬਚਨ ਕੀਤਾ ਬੇਮੁਖ। ਇਹ ਬੇਮੁਖ ਹੋ ਗਿਆ, ਗੁਰੂ ਤੋਂ ਪਿੱਠ ਕਰ ਲਈ, ਗੁਰੂ ਤੋਂ ਇਨਕਾਰੀ ਹੋ ਗਿਆ, ਕਰਮ ਵਿਹੀਨ, ਇਹ ਕਿਰਪਾ ਤੋਂ ਹੀਣਾ ਹੋ ਗਿਆ। ਮਹਾਰਾਜ ਨੇ ਇਹ ਜਿਹੜੀਆਂ ਹਨ ਜਿਹੜੀ ਕਿਰਪਾ ਸੀ ਨਾ ਮਹਾਰਾਜ ਨੇ ਖਿੱਚ ਲਈ। ਹੁਣ ਮਹਾਰਾਜ ਨੇ ਕਿਹਾ ਕਰਮ ਵਿਹੀਨ, ਇਹ ਕਿਰਪਾ ਤੋਂ ਹੀਣਾ ਹੋ ਗਿਆ। ਹੁਣ ਹਮ ਆਏ ਤੁਝ ਮਿਲਨ ਕੋ ਛਪਨ ਸਦਨ ਮਹਿ ਕੀਨ, ਕਹਿੰਦੇ ਮੂਲਿਆ ਮੈਂ ਤਾਂ ਆਇਆ ਸੀ ਤੇਰੇ ਦਰਵਾਜ਼ੇ ਤੇ ਤੈਨੂੰ ਮਿਲਣ ਵਾਸਤੇ, ਮਿਲਣ ਦੀ ਬਜਾਏ ਤੂੰ ਘਰ ਵਿੱਚ ਜਾ ਕੇ ਛੁਪ ਗਿਆ। ਤੂੰ ਇਹ ਸਤਿਕਾਰ ਕੀਤਾ, ਅਸੀਂ ਤਾਂ ਤੇਰੇ ਘਰ ਦੇ ਸਾਹਮਣੇ ਖੜੇ ਹਾਂ, ਤੈਨੂੰ ਆਵਾਜ਼ਾਂ ਵੀ ਮਾਰਦੇ ਹਾਂ ਤੇ ਤੂੰ ਜਾ ਕੇ ਅੰਦਰ ਲੁਕ ਗਿਆ। ਹਾਂਜੀ, ਚੌਪੇ ਜੀਵਨ ਝੂਠ ਮਰਨ ਸੱਚ ਕਹੇ, ਦੇਖ ਮੂਲਿਆ ਤੂੰ ਇੱਕ ਵਾਰੀ ਮਰਦਾਨੇ ਨੂੰ ਇੱਕ ਗੋਲ ਕੋਇਨ ਦੇ ਜਿਹੜਾ ਹਨ ਵੈਲਿਊ ਦੇ ਪਿੱਛੇ ਇੱਕ ਗੋਲ ਕੋਇਨ ਜਿਹੜਾ ਹਨ ਇੱਕ ਸੋਨੇ ਦਾ ਸਿੱਕਾ ਲੈਣ ਵਾਸਤੇ ਤੂੰ ਕਿਹਾ ਸੀਗਾ, ਤੂੰ ਲਿਖ ਕੇ ਦਿੱਤਾ ਸੀਗਾ ਜੀ ਜੀਵਨ ਝੂਠ ਹੈ ਤੇ ਮਰਨਾ ਸੱਚ ਹੈ। ਕਹਿੰਦੇ ਤੂੰ ਇਹ ਲਿਖ ਕੇ ਦੇਣ ਵਾਲਾ ਅੱਜ ਕੀ ਹੋ ਗਿਆ ਤੇਰੇ ਨਾਲ? ਮੂਡ ਮਤੀ ਪਰ ਭੇਦ ਨਾ ਲਹੇ, ਕਹਿੰਦੇ ਮੂਡ ਮਤੀ, ਤੇਰੀ ਮੱਤ ਜਿਹੜੀ ਮੂਢੇ ਰਹੀ, ਤੇਰੀ ਮੱਤ ਜਿਹੜੀ ਭੈੜਿਓ ਰਹੀ, ਪੁੱਠਿਓ ਰਹੀ ਤੇਰੀ ਮੱਤ, ਤੇ ਤੂੰ ਭੇਦ ਨਹੀਂ ਜਾਣਿਆ ਪਰਮਾਤਮਾ ਦਾ ਵੀ ਸੱਚ ਕੀ ਹੈ। ਕਹੇ ਨਾਰ ਕੇ ਦੁਰਿਓ ਅਗਾਰਾ, ਤੇ ਤੂੰ ਆਪਣੀ ਇਸਤਰੀ ਦੇ ਕਹੇ ਜਾ ਕੇ ਪਿੱਛੇ ਗੋਹਿਆਂ ਵਿੱਚ ਲੁਕ ਗਿਆ। ਦੇਖੋ ਇਸ ਮੂਲੇ ਦਾ ਕਿੰਨੀ ਮੱਤ ਮਾਰੀ ਹੈ। ਪਰਮੇਸ਼ਰ ਤੇਰੇ ਦਰਵਾਜ਼ੇ ਤੇ ਖੜਾ ਤੇ ਤੂੰ ਜਾ ਕੇ ਗੋਹਿਆਂ 'ਚ ਫਸਦਾ ਫਿਰਦਾ,
ਤੂੰ ਜਾ ਕੇ ਗੋਹਿਆਂ 'ਚ ਵੜਦਾ ਫਿਰਦਾ, ਕੀ ਤੇਰੀ ਸਿਆਣਪ ਹੈ? ਸਾਹਮਣੇ ਪਰਮਾਤਮਾ ਆਪ ਆਇਆ ਤੈਨੂੰ ਮਿਲਣ ਵਾਸਤੇ। ਅਸ ਕਹਿ ਬਹੁਰਸ ਲੋਕ ਉਚਾਰਾ। ਸਤਿਗੁਰਾਂ ਨੇ ਫਿਰ ਇਹ ਸ਼ਲੋਕ ਉਚਾਰਨ ਕੀਤਾ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1410 ਤੋਂ ਲੈ ਕੇ 1412 ਜਿਹੜਾ ਹਨ ਸ਼ਲੋਕ 12 ਤੇ ਵਧੇਕ ਵਿੱਚ ਆਉਂਦਾ ਹੈ। ਸਿਰੇ ਮੁਖਵਾਕ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ। ਨਾਲ ਕਿਰਾੜਾ ਕਹਿਣ ਲੱਗੇ, ਦੇਖੋ ਇਹ ਜਿਹੜੇ ਹਨ ਵਪਾਰੀ ਲੋਕ ਹੁੰਦੇ ਨੇ, ਬਾਣੀਏ ਹੁੰਦੇ ਨੇ, ਜਾਂ ਇਹ ਜਿਹੜੇ ਕਠੋਰ ਹਿਰਦੇ ਵਾਲੇ ਬੰਦੇ ਹੁੰਦੇ ਨੇ, ਕਿਰਾੜਾ ਕਹਿਣ ਲੱਗੇ ਇਹਨਾਂ ਨਾਲ ਜਿਹੜੀ ਦੋਸਤੀ ਆ ਨਾ, ਕੂੜੀ ਪਾਏ, ਇਹ ਕੂੜੇ ਝੂਠੇ ਹੁੰਦੇ ਹਨ। ਇਹਨਾਂ ਦਾ ਵਣਜ ਨਾਲ ਇਹ ਸਰਬੰਧ ਹੁੰਦਾ, ਮਾਇਆ ਦੀ ਕਮਾਉਣ ਦੇ ਵਿੱਚ ਇਹ ਹੁੰਦਾ ਹੈ। ਇਹ ਕਿਸੇ ਦੇ ਜਿਹੜਾ ਹਨ ਪਿਓ ਚਾਚੇ ਨਹੀਂ ਲੱਗਦੇ ਹੁੰਦੇ। ਇਸ ਕਰਕੇ ਕੂੜੀ ਇਹਨਾਂ ਦੀਆਂ ਕਰਤੂਤਾਂ ਵੀ ਝੂਠੀਆਂ ਹੀ ਹੁੰਦੀਆਂ ਨੇ, ਤੇ ਇਹਨਾਂ ਦੀਆਂ ਝੂਠੀਆਂ ਕਰਤੂਤਾਂ ਜਿਹੜੀਆਂ ਹਨ, ਇਹ ਝੂਠੀਆਂ ਕਰਤੂਤਾਂ ਹੀ ਇਹਨਾਂ ਦੇ ਪੱਲੇ ਪੈਂਦੀਆਂ ਹਨ। ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ। ਦੇਖੋ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਮਰਨ ਨਾ ਜਾਪੈ ਮੂਲਿਆ। ਕਹਿੰਦੇ ਮੂਲਿਆ ਤੈਨੂੰ ਪਤਾ ਨਹੀਂ ਮੌਤ ਕਿੱਥੇ ਆ ਜਾਣੀ ਹੈ, ਮੌਤ ਕਿੱਥੇ ਖੜੀ ਹੈ ਤੇਰੇ ਵਾਸਤੇ। ਕਹਿਣਗੇ ਆਵੇ ਕਿਤੇ ਥਾਏ, ਕਿਹੜੇ ਥਾਂ ਤੇ ਆ ਕੇ ਤੈਨੂੰ ਮੌਤ ਨੇ ਮਾਰ ਦੇਣਾ, ਆ ਕੇ ਤੈਨੂੰ ਨਹੀਂ ਪਤਾ। ਸਤਿਗੁਰਾਂ ਨੇ ਇਹ ਬਚਨ ਕੀਤਾ ਬਸ। ਚੌਪੇ ਇਸ ਵਿਦ ਕਹਿ ਮਕਰੰਦੀ ਬਦਨਾ। ਉਸ ਵੇਲੇ ਕਵਲ ਮੁਖ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸ਼ਬਦ ਪੜਿਆ, ਚਲੇ ਪੀਠ ਦੇ ਕਰਨੇ ਚ ਸਦਨਾ। ਮਹਾਰਾਜ ਆਪਣੀ ਪਿੱਠ ਦੇ ਕੇ ਮੂਲੇ ਦੇ ਘਰ ਵੱਲ ਤੇ ਮਹਾਰਾਜ ਜੀ ਤੁਰ ਪਏ ਹਨ। ਇਸ ਖਿਨ ਸਿਆਮ ਨਾਮ ਤਹਿ ਨਿਕਸਾ। ਦੇਖੋ ਜਦੋਂ ਪਰਮਾਤਮਾ ਪਿੱਠ ਕਰ ਲੈਂਦਾ ਹੈ ਨਾ, ਤਾਂ ਬਣਦਾ ਕੀ ਹੈ? ਜਿਵੇਂ ਦੇਖੋ ਸਾਧ ਸੁਹਾਗਣ ਦੀ ਗੱਲ ਆਪਾਂ ਪਹਿਲਾਂ ਕੀਤੀ ਹੈ, ਸਭ ਕੁਝ ਠੀਕ ਹੈ। ਜਿਸ ਵੇਲੇ ਗੁਰੂ ਸਾਹਿਬ ਨੇ ਆਪਣੀ ਪਿੱਠ ਕੀਤੀ ਨਾ, ਉਹਦਾ ਤਾਂ ਬੁਰਾ ਹਾਲ ਹੋ ਗਿਆ। ਅੱਜ ਫੇਰ ਮੁੱਲੇ ਦੇ ਘਰ ਦੇ ਸਾਹਮਣੇ ਸਤਿਗੁਰਾਂ ਨੇ ਪਿੱਠ ਕਰ ਲਈ। ਜਦੋਂ ਮਹਾਰਾਜ ਨੇ ਪਿੱਠ ਕੀਤੀ ਨਾ, ਤਾਂ ਕਹਿੰਦੇ ਕੀ ਹੋਇਆ? ਉਸੇ ਵੇਲੇ ਗੋਹੇ ਦੇ ਵਿੱਚੋਂ ਇੱਕ ਕਾਲਾ ਨਾਗ ਨਿਕਲਿਆ ਬਾਹਰ। ਸਿਮਰ ਬਿਖੈ ਮੂਲੇ ਕੋ ਡਸਾ। ਹਨੇਰੇ ਵਿੱਚ ਮੂਲੇ ਨੂੰ ਦਿਸਿਆ ਨਹੀਂ, ਉਹਨੇ ਹਨੇਰੇ ਵਿੱਚ ਆ ਕੇ ਮੂਲੇ ਨੂੰ ਡੰਕ ਮਾਰਿਆ ਉਸਨੇ। ਹਾਏ ਹਾਏ ਕਰ ਬਾਹਰ ਆਇਓ। ਹਾਏ ਹਾਏ ਕਰਦਾ ਹੋਇਆ ਡੰਕ ਵੱਜਿਆ ਹੋਇਆ ਬਾਹਰ ਆਇਆ, ਤੇ ਸਤਿਗੁਰ ਤਾਂ ਪਿੱਠ ਕਰਕੇ ਚਲੇ ਗਏ ਸਨ। ਤੇ ਇਹ ਹਾਏ ਹਾਏ ਕਰਦਾ ਰੋਂਦਾ ਪਿੱਟਦਾ ਉਹ ਗੋਹਿਆਂ ਤੋਂ ਬਾਹਰ ਨਿਕਲਿਆ। ਨਿਜ ਨਾਰੀ ਸੋ ਬੈਨ ਅਲਾਇਓ। ਆਪਣੀ ਨਾਰੀ ਆਪਣੀ ਇਸਤਰੀ ਨੂੰ ਕਹਿਣ ਲੱਗਾ ਆ ਕੇ ਮੂਲਾ, ਕਰਮਹੀਨ ਤੈ ਮੈਂ ਕੋ ਮਾਰਿਓ। ਕਹਿਣ ਲੱਗੇ ਤੂੰ ਮੈਨੂੰ ਮਰਵਾ ਦਿੱਤਾ ਹੈ। ਕਹਿੰਦੇ ਤੂੰ ਕੀ ਕੀਤਾ? ਮੇਰੇ ਨਾਲ ਘਰ ਵਾਲੀ ਨੂੰ ਬਲੇਮ ਕੀਤਾ। ਹੁਣ ਮੂਲੇ ਨੇ ਕਹਿੰਦਾ ਤੇਰੇ ਕਰਕੇ ਮੈਂ ਕਰਮਹੀਨ ਹੋ ਗਿਆ, ਮੇਰੇ ਤੋਂ ਗੁਰੂ ਨਾਨਕ ਦੀ ਕਿਰਪਾ ਵੀ ਉੱਠ ਗਈ। ਕਹਿੰਦੇ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਬੈਠਾ, ਤੇ ਤੂੰ ਮੈਨੂੰ ਮਰਵਾਈ ਦਿੱਤਾ। ਘਰ ਵਾਲੀ ਨੂੰ ਕਹਿੰਦਾ ਛੱਡੀ ਸੀਸ ਮਮ ਜੀਵ ਬਿਦਾਰਿਓ। ਕਹਿਣ ਲੱਗੇ ਉਹ ਕਹਿੰਦੇ ਸਿਰੇ ਚੜੀ ਹੋਈ, ਕਹਿੰਦੇ ਤੂੰ ਮੇਰੀ ਇਸਤਰੀ ਸਿਰੇ ਚੜੀ ਹੋਈ ਨੇ, ਕਹਿੰਦੇ ਮੇਰਾ ਜੀਵਨ ਹੀ ਖਰਾਬ ਕਰਕੇ ਰੱਖਤਾ। ਮੇਰਾ ਜੀਵਨ ਜਿੱਥੇ ਮੈਨੂੰ ਮੁਕਤੀ ਮਿਲ ਜਾਣੀ ਸੀ, ਉਹ ਤਾਂ ਜਿਹੜਾ ਹਨ ਮਿਲਣੀ ਕੀ ਹੈ? ਮੈਨੂੰ ਤਾਂ ਸੱਪ ਨੇ ਡੰਕ ਮਾਰਿਆ, ਮੈਂ ਤਾਂ ਨਰਕਾਂ ਨੂੰ ਜਾਵਾਂਗਾ, ਕਿਉਂਕਿ ਮੈਂ ਬੇਮੁਖ ਹੋ ਗਿਆ ਹਾਂ ਗੁਰੂ ਤੋਂ। ਕਿਤ ਦਿਸ ਗਮਨੇ ਦੇਹੋ ਬਤਾਈ। ਘਰ ਵਾਲੀ ਨੂੰ ਪੁੱਛਦਾ ਹੈ, ਜ਼ਹਿਰ ਅੰਦਰ ਚੜੀ ਜਾਂਦੀ ਹੈ ਉਹਦੇ ਸੱਪ ਦੀ। ਮਰਦਾ ਹੋਇਆ ਇੱਕ ਗੱਲ ਪੁੱਛਦਾ ਹੈ, ਦੱਸ ਮੇਰਾ ਗੁਰੂ ਕਿੱਧਰਲੇ ਵੱਲ ਗਿਆ ਹੈ? ਗੁਰੂ ਨਾਨਕ ਕਿੱਧਰ ਨੂੰ ਚਲਿਆ ਗਿਆ? ਉਹ ਮੈਨੂੰ ਦੱਸ ਦੇ ਹੁਣ ਉਹ ਰਸਤਾ। ਆਪਣੇ ਗੁਨਾਹ ਲਿਓ ਬਖਸਾਏ। ਮੈਂ ਭੱਜ ਕੇ ਮਰਨ ਤੋਂ ਪਹਿਲਾਂ ਜਾ ਕੇ ਮੈਂ ਆਪਣੀ ਮੁਆਫੀ ਤਾਂ ਮੰਗ ਲਵਾਂ ਨਾ ਗੁਰੂ ਸਾਹਿਬ ਤੋਂ, ਬਖਸ਼ਾ ਲਵਾਂ ਮੈਂ ਆਪਣੀ ਭੁੱਲ ਨੂੰ। ਲਿਖਣ ਭਈ ਮੂਰਛਾ ਦੇਹੀ। ਬਸ ਉਹ ਕਿੱਥੇ ਜਾਣਾ ਸੀ, ਉਸੇ ਵੇਲੇ ਮੁਰਛਾ ਹੋ ਗਿਆ, ਉਹ ਜ਼ਹਿਰ ਚੜ ਗਈ ਤੇ ਉੱਥੇ ਜਿਹੜਾ ਹੈ ਢਹਿ ਪਿਆ ਤੇ ਮਰ ਗਿਆ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਵੀ ਮੂਲੇ ਦੀ ਅੱਜ ਮੌਤ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਉਹਦੇ ਘਰ ਵਿੱਚ ਆਏ ਸਨ। ਤੇ ਦੇਖੋ ਮਹਾਰਾਜ, ਦੇਖੋ ਨਾ, ਜਿੱਥੇ ਵੀ ਮਹਾਰਾਜ ਦਾ ਕੋਈ ਪਿਆਰਾ ਸਰੀਰ ਛੱਡਦਾ ਨਾ, ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚਦੇ ਹਨ। ਆਪਣੇ ਮਾਪਿਆਂ ਦੇ, ਰਾਏ ਬੁਲਾਰ ਦੇ, ਦੇਖੋ ਫਿਰ ਜਿਹੜੇ ਆਪਣੇ ਸਹੁਰੇ ਪਿੰਡ ਵੀ ਮਹਾਰਾਜ ਜੀ ਪਹੁੰਚੇ। ਤੇ ਦੇਖੋ ਮਹਾਰਾਜ ਦੇ ਕਿੰਨੇ ਬਖਸ਼ੰਦ ਹਨ। ਮਹਾਰਾਜ ਨੂੰ ਪਤਾ ਸੀ ਵੀ ਮੂਲੇ ਦੇ ਅੱਜ ਸਵਾਸ ਪੂਰੇ ਹੋ ਜਾਣੇ ਨੇ, ਤੇ ਮਹਾਰਾਜ ਤਾਂ ਉਹਦੇ ਘਰ ਚੱਲ ਕੇ ਆਏ। ਤੇ ਉਹਨੇ ਜਿਹੜਾ ਕੰਮ ਕੀਤਾ ਉਹ ਬੇਮੁਖ ਹੋ ਕੇ ਮਰ ਗਿਆ। ਉਹਨੇ ਮਰਨਾ ਤਾਂ ਸੀ ਗਏ, ਪਰ ਕਹਿੰਦੇ ਅੱਜ ਬੇਮੁਖ ਹੋ ਕੇ ਮਰ ਗਿਆ, ਜਿੱਥੇ ਸੁਰਖਰੂ ਹੋ ਕੇ ਉਹਨੇ ਜਾਣਾ ਸੀਗਾ। ਤੇ ਦੇਖੋ ਕਿੱਡਾ ਵੱਡਾ ਉਹਨੇ ਪ੍ਰੋਬਲਮ ਆਪਣੇ ਸਿਰ ਪਾ ਲਿਆ। ਬੋਲਣ ਕੀ ਸੁਧ ਰਹੀ ਨਾ ਕੇਹੀ। ਉਹਨੂੰ ਬੋਲਣ ਦੀ ਸੁਧ ਨਹੀਂ ਰਹੀ, ਉਹ ਮੁਰਛਾ ਹੋ ਗਿਆ, ਹੁਣ ਡਿੱਗ ਪਿਆ ਧਰਤੀ ਤੇ। ਨਗਰ ਵਿਖੇ ਪ੍ਰਗਟਿਓ ਸੋ ਬਰਤੰਤਾ। ਇਹ ਸਾਰਾ ਬਰਤੰਤ ਸਾਰੇ ਨਗਰ ਵਿੱਚ ਫੈਲ ਗਿਆ। ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੂਲੇ ਦੇ ਘਰ 'ਚ ਕੀ ਹੋਇਆ। ਮੂਲੇ ਘਰ ਗਏ ਪੂਰਨ ਸੰਤਾ। ਕਹਿਣਗੇ ਮੂਲੇ ਦੇ ਘਰ ਵਿੱਚ ਪੂਰਨ ਸੰਤ ਗਏ ਸਨ। ਸੋ ਦੁਰ ਗਇਓ ਨਾਰ ਕੇ ਭਾਖੇ। ਤੇ ਉਹ ਆਪਣੀ ਇਸਤਰੀ ਦੇ ਕਹੇ ਪਿੱਛੇ ਲਾ ਕੇ ਜਾ ਕੇ ਪਾਥੀਆਂ ਵਿੱਚ ਗੋਹੇ ਵਿੱਚ ਜਾ ਲੁਕਿਆ। ਤਿਨ ਕੋ ਮਿਲਿਓ
ਮਿਲਿਓ ਨਾ ਕਰ ਅਭਿਲਾਖੇ। ਦੇਖੋ ਉਹ ਜਿਹੜਾ ਹੈ ਚਾਅ ਦੇ ਨਾਲ ਉਤਸ਼ਾਹ ਨਾਲ ਉਹ ਸੰਤ ਨੂੰ ਨਹੀਂ ਮਿਲਿਆ ਗੁਰੂ ਨਾਨਕ ਸਾਹਿਬ ਜੀ ਨੂੰ। ਕਰੀ ਅਵਗਿਆ ਸਰਪ ਚੁਬਾਇਓ। ਦੇਖੋ ਇਹ ਅਵਗਿਆ ਕਰਕੇ ਪਾਪ ਕਰਕੇ ਉਹਨੂੰ ਸੱਪ ਨੇ ਡੰਕ ਮਾਰਿਆ ਜਾ ਕੇ। ਬੋਲਤ ਨਹੀਂ ਗਿਰਿਓ ਮੁਰਛਾਇਓ। ਹੁਣ ਬੋਲਣ ਜੋਗਾ ਨਹੀਂ ਰਿਹਾ, ਮੁਰਸ਼ਤ ਹੋ ਕੇ ਧਰਤੀ ਤੇ ਡਿੱਗ ਪਿਆ। ਇਸ ਬਿਦ ਸੁਣ ਕੇ ਪੁਰ ਨਰ ਨਾਰੀ। ਇਹ ਸੁਣ ਕਰਕੇ ਜਿਹੜੇ ਪੁਰੀ ਦੇ ਨਰ ਨਾਰੀਆਂ ਸਨ ਰਹਿਣ ਵਾਲੇ ਸਾਰੇ ਲੋਕ ਵਹਿ ਧਾਏ ਨਿਕੇਤ ਮਝਾਰੀ। ਉਹ ਭੱਜੇ ਆਏ ਮੁੱਲੇ ਦੇ ਘਰ ਖਬਰਸਾਰ ਲੈਣ ਵਾਸਤੇ। ਸ੍ਰੀ ਗੁਰ ਵਹਿਰ ਨਗਰ ਤੇ ਆਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਹਨ ਸਿਆਲਕੋਟ ਦੇ ਸ਼ਹਿਰ ਤੋਂ ਬਾਹਰ ਆ ਕੇ ਬੈਠ ਗਏ। ਬੈਠੇ ਦੇਖ ਰੁਚਰ ਇੱਕ ਥਾਏ। ਤੇ ਇੱਕ ਸੁੰਦਰ ਥਾਂ ਦੇਖ ਕਰਕੇ ਸਤਿਗੁਰੂ ਜੀ ਨੇ ਬੈਠਣਾ ਕੀਤਾ। ਬਿੰਦ ਲੋਕ ਤੇ ਸਦਨ ਸਿਧਾਰੇ। ਤੇ ਬਿਰੰਦ ਲੋਕ ਬਹੁਤ ਸਾਰਾ ਇਕੱਠ ਹੋ ਗਿਆ ਮੁੱਲੇ ਦੇ ਘਰ ਵਿੱਚ। ਮਿਲੇ ਪਰਸ ਪਰ ਬਚਨ ਉਚਾਰੇ। ਸਾਰੇ ਆਪਸ ਵਿੱਚ ਮਿਲ ਕੇ ਇਹੀ ਕਹਿੰਦੇ ਹਨ, ਸ੍ਰੀ ਨਾਨਕ ਬੈਠੇ ਜਹ ਜਾਈ। ਕਹਿੰਦੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਹਨ ਉੱਥੇ ਚੱਲੀਏ। ਤੂਰਨ ਲੈ ਚੱਲੀਏ ਤੇ ਥਾਈ। ਤੇ ਇਹਦੀ ਲੋਥ ਨੂੰ ਚੁੱਕ ਕਰਕੇ ਆਪਾਂ ਉੱਥੇ ਹੀ ਲੈ ਚੱਲੀਏ। ਮਹਾਪੁਰਖ ਪੂਰਨ ਹੈ ਸੋਈ। ਉਹ ਮਹਾਪੁਰਖ ਨੇ, ਉਹ ਪੂਰਨ ਨੇ, ਉਹ ਪੂਰਨ ਪਰਮਾਤਮਾ ਦੇ ਸਰੂਪ ਆਪ ਹਨ ਗੁਰੂ ਨਾਨਕ ਦੇਵ ਜੀ। ਬਖਸ਼ ਹੈ ਖਤਾ ਕਰੀ ਤੈਨੇ ਜੋ। ਚਲੋ ਇਹਨਾਂ ਦੀ ਭੁੱਲ ਜਾ ਕੇ ਬਖਸ਼ਾ ਲਈਏ, ਜਾ ਕੇ ਬੇਨਤੀ ਅਰਦਾਸ ਕਰੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਬਖਸ਼ ਲਵੇ ਮੁੱਲੇ ਨੂੰ। ਅਸ ਕਹਿ ਤਾਹੇ ਮੰਚ ਪਰ ਪਾਏ। ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਹੈ ਵਿਚਾਰ ਕਰਕੇ ਉਹਨਾਂ ਨੇ ਜਿਹੜਾ ਹੈ ਮੁੱਲੇ ਦਾ ਸਰੀਰ ਇੱਕ ਮੰਜੇ ਤੇ ਪਾ ਲਿਆ। ਚਤੁਰ ਲੋਕ ਸਿਰ ਲੀਨ ਉਚਾਏ। ਚਾਰ ਲੋਕਾਂ ਨੇ ਉਸ ਜਿਹੜਾ ਹਨ ਮੁੱਲੇ ਦਾ ਸਰੀਰ ਚੁੱਕ ਲਿਆ ਆਪਣੇ ਜਿਹੜਾ ਮੋਢਿਆਂ ਤੇ। ਗਮਨ ਕੀਨ ਤੇ ਦਿਸ ਨਰ ਬ੍ਰਿੰਦਾ। ਤੇ ਸਾਰੇ ਇਹ ਲੋਕ ਜਿਹੜੇ ਹਨ ਚੁੱਕ ਕਰਕੇ ਮੁੱਲੇ ਦੇ ਸਰੀਰ ਨੂੰ ਲੈ ਗਏ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਜਿਤ ਦਿਸ ਸੁਨੈ ਸਰੋਨ ਸੁਖ ਕੰਦਾ। ਜਿਤ ਦਿਸ਼ ਸੁਣੈ, ਜਿਹੜੀ ਦਿਸ਼ਾ ਤੋਂ ਜਿਹੜਾ ਹਨ ਸੁਣਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਹਨ, ਇੱਥੇ ਹਨ, ਪੁੱਛ ਕੇ ਜਾਂਦੇ ਹਨ। ਨਿੰਦਾ ਮੂਲੇ ਕੀ ਸਭ ਕਰਹੀ। ਪਰ ਸਾਰਾ ਨਗਰ ਹੀ ਅੱਜ ਮੁੱਲੇ ਦੀ ਨਿੰਦਿਆ ਕਰਦਾ ਹੈ। ਸ੍ਰੀ ਨਾਨਕ ਕੋ ਸੁਜਸ ਉਚਰਹੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਹਨ ਕਿ ਉਹ ਤਾਂ ਪਰਮਾਤਮਾ ਸੀਗੇ। ਰੰਗ ਰਾਏ ਜਿਨ ਸੁਧ ਸੁਨ ਪਾਈ। ਗਰੀਬ ਅਮੀਰ ਜਿਨ੍ਹਾਂ ਨੂੰ ਇਹ ਖਬਰ ਮਿਲੀ ਹੈ, ਸੁਣੀ ਹੈ, ਮਾਰਗ ਬਿਖੈ ਮਿਲੈ ਸਭ ਧਾਈ। ਉਹ ਸਾਰੇ ਮਾਰਗ ਵਿੱਚ ਉਸ ਮੇਲੇ ਦੇ ਨਾਲ ਜਿਹੜਾ ਸਰੀਰ ਚੱਕੀ ਜਾਂਦੇ ਹਨ ਮੁੱਲੇ ਦਾ, ਉਹਦੇ ਨਾਲ ਰਲੀ ਜਾਂਦੇ ਹਨ। ਉਹ ਗਰੁੱਪ ਬਹੁਤ ਵੱਡਾ ਹੋਈ ਜਾਂਦਾ ਹੈ। ਮੁੱਲੇ ਸਹਿਤ ਭੀੜ ਬੜ ਭਾਰੀ। ਸੋ ਬਹੁਤ ਵੱਡੀ ਭੀੜ ਮੁੱਲੇ ਦਾ ਸਰੀਰ ਚੁੱਕ ਕੇ ਲੈ ਜਾ ਰਹੀ ਹੈ। ਸਭ ਚਲ ਆਏ ਗੁਰੂ ਅਗਾਰੀ। ਸਾਰੇ ਆਗੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ। ਪਦ ਅਰਬਿੰਦ ਬੰਦਨਾ ਕਰਹੀ। ਸਾਰਿਆਂ ਨੇ ਆ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ। ਬੇਨਤੀ ਕਰੈ ਭਾਉ ਔਰ ਧਰਹੀ। ਬੇਨਤੀ ਕੀਤੀ ਬੜਾ ਪ੍ਰੇਮ ਹਿਰਦੇ ਵਿੱਚ ਰੱਖ ਕੇ ਸਾਰਿਆਂ ਨੇ। ਮੰਚ ਪਰ ਤੇ ਉਤਾਰ ਤੇ ਤਾਈ। ਤੇ ਮੁੱਲੇ ਦਾ ਸਰੀਰ ਜਿਹੜਾ ਸੀਗਾ ਉਹ ਮਿੰਜੇ ਤੋਂ ਚੁੱਕ ਕੇ ਥੱਲੇ ਜਿਹੜਾ ਹਨ ਧਰਤੀ ਤੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਹਨ ਉੱਥੇ ਰੱਖ ਦਿੱਤਾ। ਔਰ ਅੱਗੇ ਸੋ ਦੇ ਪੌੜਾਈ। ਲੰਮਾ ਪਾਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ। ਹੱਥ ਬੰਦ ਠਾਂਡੇ ਹੋਏ ਸਭ ਹੀ। ਸਾਰੇ ਹੱਥ ਬੰਨ ਕੇ ਖੜੇ ਹੋ ਗਏ, ਬੇਨਤੀ ਕਰਦੇ ਹਨ ਗੁਰੂ ਨਾਨਕ ਸਾਹਿਬ ਜੀ ਨੂੰ। ਬੇਨਤੀ ਕਹੈ ਭਾਉ ਔਰ ਧਰਹੀ। ਬਹੁਤ ਭਾਉ ਪ੍ਰੇਮ ਧਾਰ ਕੇ ਬੇਨਤੀ ਕੀਤੀ ਉਹਨਾਂ ਨੇ। ਗੁਣ ਹੈ ਵੰਦ ਲੱਖ ਤੁਮਨੈ ਮਾਰਾ। ਕਹਿਣਗੇ ਗੁਣ ਹੈ ਵੰਦ, ਤੁਸੀਂ ਗੁਨਾਹ ਵਾਲੇ ਹੋ, ਤੁਸੀਂ ਜਿਹੜੋ ਹੋ ਤੁਸੀਂ ਗੁਨਾਹ ਵਾਲੇ ਹੋ। ਤੇ ਗੁਣ ਹੈ ਵੰਦ ਜਿਹੜਾ ਹਨ ਕਸੂਰਵਾਰ ਪਾਪੀ ਨੂੰ ਬਖਸ਼ਣ ਵਾਲੇ ਹੋ। ਲੱਖ ਤੁਮਨੇ ਮਾਰਾ, ਕਹਿਣਗੇ ਇਹ ਜਿਹੜਾ ਹੈ ਨਾ ਕਸੂਰਵਾਰ ਪਾਪੀ ਜਾਣ ਕੇ ਤੋ ਜਿਹੜਾ ਹਨ ਇਸ ਨੂੰ ਕੁਦਰਤ ਨੇ ਹੀ ਮਾਰ ਦਿੱਤਾ। ਕਿਰਪਾ ਧਾਰ ਅਬ ਦੇਹੋ ਜਿਵਾਰਾ। ਮਹਾਰਾਜ ਕਿਰਪਾ ਕਰਕੇ ਇਹਨੂੰ ਜਿਉਂਦਾ ਕਰ ਦੋ, ਹੁਣ ਫੇਰ ਇਹਨੂੰ ਬਖਸ਼ ਦੋ, ਮਾਫ ਕਰ ਦੋ ਇਸ ਨੂੰ। ਜਾਣ ਬੂਝ ਇਹ ਭਇਓ ਅਜਾਨਾ। ਕਹਿਣਗੇ ਜਾਣ ਬੁੱਝ ਕੇ ਅਜਾਣ ਬਣਿਆ, ਸਭ ਕੁਝ ਤੁਹਾਡੇ ਬਾਰੇ ਜਾਣਦਾ ਵੀ ਸੀਗਾ, ਫੇਰ ਵੀ ਅਣਜਾਣ ਬਣਿਆ। ਇਹਨੇ ਬਹੁਤ ਵੱਡਾ ਪਾਪ ਕੀਤਾ ਹੈ। ਪ੍ਰੇਰਿਓ ਤੀ ਕੁਮਤ ਉਰਜਾਨਾ। ਪਰ ਕੀ ਕਰੇ ਵਿਚਾਰਾ, ਉਹਦੀ ਇਸਤਰੀ ਨੇ ਜਿਹੜਾ ਹੈ ਉਸ ਨੂੰ ਪ੍ਰੇਰਨਾ ਦਿੱਤੀ ਤੇ ਇਹ ਵੀ ਵਿਚਾਰਾ ਇਸਤਰੀ ਦੇ ਪਿੱਛੇ ਲੱਗ ਕੇ ਉਲਝ ਗਿਆ। ਇਸ ਪ੍ਰਕਾਰ ਸੁਣ ਕਹਿ ਜਗਨਾਥਾ। ਇਸ ਪ੍ਰਕਾਰ ਦੇ ਜਿਹੜੇ ਹਨ ਉਹਨਾਂ ਦੀ ਬੇਨਤੀ ਦੇ ਸ਼ਬਦ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ ਬਚਨ ਸਬਨ ਕੇ ਸਾਥਾ। ਮਹਾਰਾਜ ਨੇ ਸਾਰਿਆਂ ਨੂੰ ਇਹੀ ਗੱਲ ਕਹੀ। ਮਹਾਰਾਜ ਦਾ ਬਚਨ ਕੀ ਸੀ? ਰਹਿਓ ਜੀਵਨਾ ਇਸ ਮ੍ਰਿਤ ਆਈ। ਕਹਿਣਗੇ ਦੇਖੋ ਮੁੱਲੇ ਦੀ ਅੱਜ ਮੌਤ ਤਾਂ ਹੁਣੀ ਸੀ, ਇਹਦਾ ਜੀਵਨ ਮੁੱਕ ਗਿਆ, ਇਹਦੇ ਸਵਾਸ ਅੱਜ ਮੁੱਕਣੇ ਸੀਗੇ, ਸੋ ਮੁੱਕ ਗਏ ਹਨ। ਇਹਦਾ ਮਰਨਾ ਤਾਂ ਆਇਆ ਹੀ ਹੋਇਆ ਸੀ। ਨਹਿ ਕੈਸੇ ਹੂੰ ਹੋਤ ਬਚਾਏ। ਮੈਂ ਇਸ ਕਰਕੇ ਇਹਨੂੰ ਬਚਾ ਨਹੀਂ ਸਕਦਾ ਕਿਉਂਕਿ ਇਹਦੇ ਸਵਾਸ ਪੂਰੇ ਹੋ ਗਏ, ਇਹਦਾ ਜੀਵਨ ਖਤਮ ਹੋ ਗਿਆ। ਇਹ ਜਿਹੜਾ ਹੈ ਜਿੰਨਾ ਕਿ ਇਹਨੇ ਪ੍ਰਾਲ ਬੱਧ ਨਾਲ ਸਵਾਸ ਲੈ ਕੇ ਆਇਆ ਸੀ ਅੱਜ ਸੰਪੂਰਨ ਹੋ ਗਏ। ਇਸਕੋ ਮਾਰ ਗਾਡ ਬਹੁ ਹੋਈ। ਕਹਿਣ ਲਗੇ ਇਸਕੋ ਮਾਰ ਗਾਡ ਬਹੁ ਹੋਈ। ਕਹਿੰਦੇ ਇਸ ਪ੍ਰਕਾਰ ਕਰਕੇ ਕਹਿਣਗੇ ਪਰ ਇਸ ਨੂੰ ਮਰਨ ਵੇਲੇ ਬਹੁਤ ਵੱਡੀ ਮਾਰ ਪੈ ਗਈ।
ਕਹਿੰਦੇ ਕਰੜੀ ਮਾਰ ਪੈ ਗਈ, ਜਿਹੜਾ ਜੀਵਨ ਸੁਧਰ ਜਾਣਾ ਸੀ ਉਸ ਜੀਵਨ ਜਿਹੜਾ ਵਿਗੜ ਗਿਆ ਹੁਣ ਇਸ ਦਾ ਨਹੀਂ ਉਬਾਰ ਸਕੈ ਅਬ ਕੋਈ, ਹੁਣ ਇਹਨੂੰ ਕੋਈ ਵੀ ਨਹੀਂ ਬਚਾ ਸਕਦਾ। ਅੰਤ ਸਮੈ ਜੋ ਦਰਸ਼ਨ ਪਾਵਾ। ਦੇਖੋ ਅੰਤ ਸਮੇਂ, ਪਰ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫੇਰ ਵੀ ਕਿਰਪਾ ਕਰਨ ਲੱਗੇ ਹਨ। ਕਹਿੰਦੇ ਅਖੀਰਲੀ ਵਾਰ ਇਹਨੇ ਸਾਡੇ ਦਰਸ਼ਨਾਂ ਦੀ ਲੋਚਨਾ ਕੀਤੀ ਸੀ। ਆਪਣੀ ਘਰਵਾਲੀ ਨੂੰ ਪੁੱਛਦਾ ਸੀ ਨਾ, ਗੁਰੂ ਨਾਨਕ ਕਿੱਥੇ ਗਏ, ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ, ਮੈਂ ਮੁਆਫੀ ਮੰਗਣੀ ਹਨ। ਇਹੀ ਅਖੀਰਲੀ ਗੱਲ ਉਹਨੇ ਕਹੀ ਡਿੱਗਣ ਤੋਂ ਪਹਿਲਾਂ। ਤੇ ਮਹਾਰਾਜ ਨੇ ਕਿਹਾ ਅੰਤ ਸਮੇਂ ਜੋ ਦਰਸ਼ਨ ਪਾਵਾ। ਫੇਰ ਵੀ ਇਹਨੇ ਅੰਤ ਵੇਲੇ ਜਿਹੜਾ ਦਰਸ਼ਨ ਕਰਨ ਦੀ ਜਿਹੜੀ ਹੈ ਇਹਨੇ ਇੱਛਾ ਜਗਾਈ, ਤੇ ਇਹਦਾ ਜਿਹੜਾ ਸਰੀਰ ਹੁਣ ਆ ਗਿਆ ਹੈ ਇੱਥੇ। ਕਹਿੰਦੇ ਅਖੀਰ ਕਰ ਇਹਦੇ ਜਿਹੜਾ ਇਹਦੇ ਸਰੀਰ ਨੇ ਦਰਸ਼ਨ ਫੇਰ ਵੀ ਪਾ ਲਏ। ਯਾ ਕੋ ਫਲ ਇਸ ਹੋਏ ਸਹਾਵਾ। ਇਹੀ ਜਿਹੜਾ ਫਲ ਹੈ ਇਹਦੀ ਸਹਾਇਤਾ ਕਰੇਗਾ ਪਰਲੋਕ ਵਿੱਚ, ਅਗਲੀ ਦੁਨੀਆ ਦੇ ਵਿੱਚ। ਦਸਵਾਂ ਜਾਮਾ ਪਹਿਰ ਹੈ ਜਬ ਹੀ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਵਿੱਖਤ ਬਾਣੀ ਕਹੀ, ਫਿਊਚਰ ਵਾਲੀ ਗੱਲ ਕਹੀ। ਮਹਾਰਾਜ ਕਹਿੰਦੇ ਜਦੋਂ ਅਸੀਂ ਆਪਣਾ 10ਵਾਂ ਜਾਮਾ 10ਵਾਂ ਸਰੂਪ ਧਾਰਨ ਕਰਾਂਗੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਅਸੀਂ ਪ੍ਰਗਟ ਹੋਵਾਂਗੇ ਇਸ ਸੰਸਾਰ ਤੇ। ਜਨਮ ਮਰਨ ਤੇ ਗਤ ਦੇ ਤਬ ਉਦੋਂ ਅਸੀਂ ਇਹਨੂੰ ਜਨਮ ਤੇ ਮਰਨ ਤੋਂ ਗਤੀ ਮੁਕਤੀ ਕਰਾਂਗੇ। ਉਸ ਵੇਲੇ ਆਪਣੇ 10ਵੇਂ ਜਾਮੇ ਵਿੱਚ ਕਰਾਂਗੇ, ਹੁਣ ਨਹੀਂ ਕਰਦੇ, ਇਹਨੂੰ 10ਵੇਂ ਜਾਮੇ 'ਚ ਜਾ ਕੇ ਕਰਾਂਗੇ ਮੁਕਤ। ਤਬ ਲੋ ਜਨਮ ਧਰ ਹੈ ਗੋ ਇਹੀ। ਤੇ ਉਦੋਂ ਤੱਕ ਇਹ ਜਿਹੜਾ ਹੈ ਜਨਮ ਤੇ ਮਰਨ ਦੇ ਚੱਕਰ ਵਿੱਚ ਚੱਲੇਗਾ। ਇਹਦਾ ਜਿਹੜਾ ਹਨ ਇਹਦੀਆਂ ਜਿਹੜੀਆਂ ਟੇਢੀਆਂ ਜੁਨਾਂ ਵਿੱਚ ਇਹਦਾ ਜਨਮ ਹੋਵੇਗਾ। ਹੁਣ ਸੂਕਰ ਸਸਾ ਮਿਰਗ ਕੀ ਦੇਹੀ। ਦੇਖੋ ਇਹਦਾ ਜਿਹੜਾ ਹੈ ਪਹਿਲਾ ਜਨਮ, ਇਸ ਤੋਂ ਬਾਅਦ ਕੁੱਤੇ ਦਾ ਹੋਣਾ ਹੈ, ਕੁੱਤੇ ਦੀ ਜੂਨ ਵਿੱਚ ਪਵੇਗਾ। ਉਸ ਤੋਂ ਬਾਅਦ ਇਹ ਰੈਬਿਟ ਬਣੇਗਾ, ਤੇ ਜਿਹੜਾ ਹਨ ਅੱਗੇ ਜਿਹੜਾ ਮਿਰਗ ਜਿਹੜਾ ਡੀਅਰ ਜਿਹੜਾ ਹੈ ਉਹ ਬਣੇਗਾ। ਇਹ ਅਸ ਕਹਿ ਤੂਸਨ ਭੇ ਗੁਣਖਾਨੀ। ਤੇ ਅਸ ਕਹਿ ਮਹਾਰਾਜ ਜੀ ਐਸਾ ਕਹਿ ਕਰਕੇ ਸਤਿਗੁਰੂ ਜੀ ਫਿਰ ਉਸ ਤੋਂ ਬਾਅਦ ਤੂਸ਼ਨ ਹੋ ਗਏ। ਮਹਾਰਾਜ ਕੁਝ ਨਾ ਬੋਲੇ, ਬਹੁਰ ਨਾ ਕੈਸੇ ਬੋਲੇ ਬਾਨੀ। ਫੇਰ ਨਹੀਂ ਮਹਾਰਾਜ ਜੀ ਬੋਲੇ, ਬਸ ਉੱਥੇ ਹੀ ਚੁੱਪ ਕਰ ਗਏ। ਲੈ ਮੂਲੇ ਕੋ ਸਦਨ ਸਿਧਾਰੇ। ਸੋ ਉਸ ਵੇਲੇ ਮੂਲੇ ਦਾ ਸਰੀਰ ਚੁੱਕ ਕਰਕੇ ਉਹ ਘਰ ਨੂੰ ਲੈ ਗਏ ਵਾਪਸ ਲੋਕ। ਰਿੰਦ ਲੋਕ ਗਮਨੇ ਸੰਗਾਰੇ। ਤੇ ਬਹੁਤ ਸਾਰੇ ਲੋਕ ਵੀ ਨਾਲ ਤੁਰ ਪਏ ਮੂਲੇ ਦੇ ਸਰੀਰ ਨੂੰ ਚੁੱਕ ਕਰਕੇ। ਜਬ ਘਰ ਵਿਖੈ ਉਤਾਰਾ ਜਾਏ। ਜਦੋਂ ਉਹਦੇ ਘਰ ਵਿੱਚ ਜਾ ਕੇ ਤਾਰਿਆ ਮੁੱਲੇ ਦਾ ਬੋਡੀ ਜਿਹੜਾ ਸਰੀਰ ਸੀਗਾ, ਭਏ ਮ੍ਰਿਤ ਪੁਨ ਸਵਾਸ ਨਾ ਆਏ। ਤੇ ਮਿਰਤ ਉਹ ਤਾਂ ਪੂਰਾ ਮ੍ਰਿਤੂ ਹੋ ਚੁੱਕਿਆ ਸੀਗਾ, ਉਹਦਾ ਤਾਂ ਸਵਾਸ ਨਹੀਂ ਵਿੱਚ ਰਹਿ ਗਿਆ ਸੀ, ਕੁਛ ਨਹੀਂ ਸੀ ਉਹਦੇ ਵਿੱਚ ਹੁਣ। ਮਿਲ ਨਾਰੀ ਬਹੁ ਰੋਦਨ ਕੀਨੋ। ਤੇ ਨਾਰੀ ਜਿਹੜੀ ਉਹਦੀ ਇਸਤਰੀ ਸੀ ਬਹੁਤ ਰੋਈ। ਕਾਸਤ ਮੈਂ ਧਰ ਫੂਕ ਸੋ ਕੀਨੋ। ਕਹਿੰਦੇ ਕਸ਼ਟ ਮੈਂ ਧਰ ਫੂਕ ਸੋ ਕੀਨੋ। ਕਹਿੰਦੇ ਉਸ ਵੇਲੇ ਰੋਂਦੀ ਪਿੱਟਦੀ ਨੇ ਆਪਣੇ ਪਤੀ ਨੂੰ ਜਿਹੜਾ ਹੈ ਚਿੱਖਾ ਵਿੱਚ ਰੱਖ ਕੇ ਫੂਕ ਦਿੱਤਾ। ਏਕ ਨਿਸਾ ਬਸ ਕਹਤੇ ਥਾਈ। ਇੱਕ ਨਿਸਾ ਇੱਕ ਰਾਤ ਸਤਿਗੁਰੂ ਜੀ ਉੱਥੇ ਰਹੇ ਸਿਆਲਕੋਟ ਵਿੱਚ। ਬਹੁਰੋ ਕੀਨੋ ਗਮਨ ਗੁਸਾਈ। ਮਹਾਰਾਜ ਨੇ ਫੇਰ ਉੱਥੋਂ ਪ੍ਰਸਥਾਨ ਕਰਤਾ, ਹੋਰ ਕਿਤੇ ਜਾਣ ਦਾ ਮਹਾਰਾਜ ਨੇ ਸਲਾਹ ਬਣਾ ਲਈ। ਚੱਲ ਗਏ ਬਾਤ ਸੁਣੀ ਪੁਰ ਲੋਕਨ। ਕਹਿਣਗੇ ਚੱਲ ਗਏ, ਲੋਕਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਹਨ ਹੁਣ ਸਿਆਲਕੋਟ ਛੱਡ ਕੇ। ਦੌਰ ਮਿਲਤ ਭੇ ਸੋਚ ਵਿਮੋਚਨ। ਤੇ ਇੱਕ ਲੋਕ ਭੱਜ ਕੇ ਆ ਕੇ ਮਿਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਸਤੇ ਵਿੱਚ। ਚਰਨ ਕਮਲ ਗਿਰ ਗਹਿ ਗੁਰ ਕਹੀਏ। ਚਰਨਾਂ ਤੇ ਡਿੱਗ ਕੇ ਮੁੜ ਕੇ ਉਹਨਾਂ ਨੇ ਬੇਨਤੀਆਂ ਕੀਤੀਆਂ ਸਤਿਗੁਰਾਂ ਦੇ ਚਰਨ ਫੜ ਕੇ। ਅਮਨ ਉਦਾਹਰਨ ਤੁਮਕੋ ਚਾਹੀਏ। ਮਹਾਰਾਜ ਸਾਡਾ ਵੀ ਉਧਾਰ ਕਰਕੇ ਜਾਣਾ ਸਤਿਗੁਰੂ ਜੀ, ਕਿਤੇ ਅਸੀਂ ਵੀ ਨਾ ਟੇਢੀਆਂ ਜੁਨਾਂ 'ਚ ਫਸ ਜਾਈਏ। ਧਰਮਸਾਲ ਇਹ ਥਲ ਬਨਵਾਵ ਹੋ। ਉਸ ਵੇਲੇ ਉਹ ਜਿਹੜਾ ਹਨ ਮਹਾਰਾਜ ਨੇ ਬਚਨ ਕੀਤੇ ਕਿ ਇਸ ਅਸਥਾਨ ਸਿਆਲਕੋਟ ਵਿੱਚ ਤੁਸੀਂ ਧਰਮਸ਼ਾਲਾ ਬਣਵਾਓ। ਪੰਚਾਮ੍ਰਿਤ ਕਰ ਨੁਤ ਫਲ ਪਾਵ ਹੋ। ਤੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਬਣਾ ਕੇ ਤੇ ਜਿਹੜਾ ਹੈ ਅਰਦਾਸ ਕਰਕੇ ਜਿਹੜਾ ਹਨ ਉਸ ਪਰਮਾਤਮਾ ਦੀ ਖੁਸ਼ੀ, ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰੋ। ਪਗ ਪਾਹੁਲ ਦੇ ਕਰ ਵਿਦ ਗਮਨੇ। ਮਹਾਰਾਜ ਨੇ ਦੇਖੋ ਆਪਣੇ ਸਿੱਖ ਬਣਾ ਲਏ, ਸਤਿਗੁਰਾਂ ਜੀ ਨੇ ਆਪਣੀ ਚਰਨ ਪਹੁਲ ਉਹਨਾਂ ਨੂੰ ਦਿੱਤੀ। ਅਬ ਗੁਰਦੁਆਰ ਬਣਾ ਤੇ ਭਵਨੇ। ਕਹਿੰਦੇ ਉਹ ਸਿਆਲਕੋਟ ਵਿੱਚ ਉਹ ਜਿਹੜੀ ਧਰਮਸ਼ਾਲਾ ਉਸ ਵੇਲੇ ਸਤਿਗੁਰਾਂ ਨੇ ਬਣਵਾਈ ਉਹ ਹੁਣ ਤੱਕ ਵੀ ਹੈਗੀ ਹੈ। ਇਹ ਗੱਲ ਜਿਹੜੀ ਹੈ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ। ਹੁਕਮ ਮਾਨ ਦਰਬਾਰ ਬਣਾਇਓ। ਸੋ ਹੁਕਮ ਮੰਨ ਕੇ ਉਹਨਾਂ ਨੇ ਵੱਡਾ ਦਰਬਾਰ ਬਣਾਇਆ ਉਸ ਧਰਮਸ਼ਾਲਾ ਵਿੱਚ। ਅਬ ਲਗ ਜਾਹਰ ਜਗਤ ਸੁਹਾਇਓ। ਕਹਿੰਦੇ ਅੱਜ ਤੱਕ ਵੀ ਉਹ ਜ਼ਾਹਰ ਹੈ, ਅੱਜ ਤੱਕ ਵੀ ਉਹ ਪ੍ਰਗਟ ਹੈ। ਮਤਲਬ ਕਿ ਕਵੀ ਸੰਤੋਖ ਸਿੰਘ ਜੀ ਨੇ ਜੋ ਇਹ ਕਥਾ ਲਿਖੀ ਉਹ ਜਿਹੜੀ ਓਰੀਜਨਲ ਜਿਹੜੀ ਬਣੀ ਹੋਈ ਧਰਮਸ਼ਾਲਾ ਸੀ ਉਸ ਵੇਲੇ ਤੱਕ ਤਾਂ ਉਹ ਕਾਇਮ ਸੀਗੀ। ਪੂਜਨ ਕਰ ਫਲ ਪਾਵਤ ਲੋਕੀ। ਜਿਹੜੇ ਕਿ ਜਿਹਦੀ ਪੂਜਨਾ ਕਰਕੇ ਉਸ ਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੂਜਨਾ ਕਰਕੇ ਲੋਕ ਬੜੇ ਆਪਣੇ ਜੀਵਨ ਦੇ ਫਲ ਪ੍ਰਾਪਤ ਕਰਦੇ ਹਨ। ਅਬ ਲਗ ਪ੍ਰਗਟ ਬੇਰ ਪਤ ਲੋਕੀ। ਤੇ ਉੱਥੇ ਉਸੇ ਸਥਾਨ ਤੇ ਉੱਥੇ ਬੇਰੀ
ਬੇਰੀ ਜਿੱਥੇ ਸਤਿਗੁਰੂ ਜੀ ਬੈਠੇ ਸਨ, ਉਹ ਬੇਰੀ ਜਿਹੜੀ ਹੈ ਹੁਣ ਤੱਕ ਵੀ ਹੈਗੀ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮੈਂ ਇਹ ਕਥਾ ਲਿਖੀ ਹੈ ਉਦੋਂ ਤੱਕ ਤਾਂ ਇਹ ਬੇਰੀ ਉੱਥੇ ਸੀਗੀ ਤੇ ਹੁਣ ਵੀ ਹੈ, ਤੇ ਅੱਜ ਵੀ ਉਹ ਬੇਰੀ ਹਜੇ ਤੱਕ ਵੀ ਉੱਥੇ ਹੈ। ਇਹ ਸਿਆਲਕੋਟ ਸ਼ਹਿਰ ਤੋਂ ਥੋੜੀ ਹੀ ਦੂਰ ਤੇ ਇਹ ਜਿਹੜਾ ਬੇਰ ਸਾਹਿਬ ਤੇ ਗੁਰਦੁਆਰਾ ਇਹ ਮੌਜੂਦ ਹੈ, ਹੁਣ ਤੱਕ ਵੀ ਹੈਗਾ ਹੈ। ਉੱਥੇ ਸਤਸੰਗ ਹੁੰਦੀ ਹੈ। ਹਮਜਾ ਗੋਸ਼ ਜਾਂ ਗੁਣਬੰਦ ਜਿਹੜਾ ਗੁਰਦੁਆਰਾ ਹੈ ਦੱਖਣ ਵੱਲ, ਕਹਿੰਦੇ ਉੱਥੇ ਵੀ ਜਿਹੜਾ ਹੈ ਸਤਿਗੁਰਾਂ ਨੇ ਜਿਹੜਾ ਹੈ ਜਿਸ ਫਕੀਰ ਜਿਹੜਾ ਸੀਗਾ ਨਾ ਉਹ ਜਿਹੜਾ ਹਨ ਭੁੱਲ, ਉਹ ਸਤਿਗੁਰਾਂ ਨੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਸ ਦਾ ਜਿਹੜਾ ਹੈ ਰੋਗ ਵੀ ਦੂਰ ਕੀਤਾ। ਸੋ ਉੱਥੇ ਜਿਹੜੇ ਨਾਲ ਦੇ ਇਹ ਸਾਰੇ ਗੁਰਦੁਆਰੇ ਹਨ। ਸੋ ਉਹ ਸਿਆਲਕੋਟ ਦੇ ਵਿੱਚ ਐਸੀ ਧਰਮਸ਼ਾਲਾ ਬਣੀ ਹੋਈ ਹੈ। ਸੁਣ ਕੇ ਸਰੋਤਨ ਪਰਸਨ ਸੋਕੀਨਾ। ਸੋ ਇਹ ਸੁਣ ਕਰਕੇ ਉਹ ਸਰੋਤ ਜਿਹੜੇ ਜਨਾ ਹਨ, ਜਿਹੜੇ ਸਰੋਤੇ ਹਨ, ਜਿਹੜੇ ਇਹ ਕਥਾ ਨੂੰ ਸੁਣ ਰਹੇ ਹਨ, ਤੇ ਉਸ ਵੇਲੇ ਉਹ ਸਰੋਤੇ ਜਨਾਂ ਨੇ ਇੱਕ ਸਵਾਲ ਕੀਤਾ। ਕਹਿੰਦੇ ਵੀ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਨੂੰ ਵੀ ਇਹ ਜਿਹੜੀ ਤੁਸੀਂ ਕਥਾ ਲਿਖੀ ਹੈ ਹੁਣ ਜਿਹੜੀ ਦੱਸੀ ਹੈ ਸਾਨੂੰ, ਉਹਨਾਂ ਨੇ ਇੱਕ ਸਵਾਲ ਇਹ ਕੀਤਾ, ਮੂਲਾ ਕਿਸ ਬਿਧ ਬੰਧਨ ਹੀਨਾ। ਕਹਿਣ ਲੱਗੇ ਇਹ ਦੱਸੋ ਜੀ ਫੇ ਮੂਲੇ ਦੇ ਬੰਧਨ ਕਿਵੇਂ ਕੱਟੇ ਗਏ, ਉਹ ਜਨਮ ਮਰਨ ਤੋਂ ਕਿਵੇਂ ਛੁੱਟਿਆ ਫਿਰ, ਜਿਸ ਪ੍ਰਕਾਰ ਪਾਈ ਗਤ ਤਾਹੀ, ਉਹਨੂੰ ਮੁਕਤੀ ਕਿਵੇਂ ਪ੍ਰਾਪਤ ਹੋਈ ਇਹ ਦੱਸਣਾ ਕਰੋ। ਸਭ ਪ੍ਰਸੰਗ ਕਹੋ ਹਮ ਪਾਹੀ। ਕਹਿਣ ਲੱਗੇ ਸਾਰਾ ਹੀ ਪ੍ਰਸੰਗ ਸਾਨੂੰ ਦੱਸਣਾ ਕਰੋ ਵੀ ਅੱਗੇ ਉਹ ਕੀ ਹੋਇਆ। ਕਬ ਭਾਖਿਓ ਸੁਣੀਏ ਮਤ ਬੰਤੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਨੇ ਉਸ ਸਰੋਤਿਆਂ ਨੂੰ ਦੱਸਿਆ ਕਿ ਅੱਗੇ ਹੁਣ ਇਹ ਮੱਤ ਵਾਲੇ ਸੁਣੋ ਹੁਣ, ਮੂਲੇ ਕੋ ਆਗਲ ਬਿਰਤੰਤੇ। ਦੇਖੋ ਮੂਲੇ ਦਾ ਅੱਗੇ ਬਰਤੰਤ ਕੀ ਹੋਇਆ, ਅੱਗੇ ਕੀ ਬਣਿਆ ਮੂਲੇ ਦਾ। ਦੋਹਰਾ ਪਾਤ ਸਾਹੇ ਦਸਵੋਂ ਗੁਰੂ ਸਿੱਖਣ ਕੋ ਸੁਖਦਾਏ। ਦੇਖੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 10ਵੇਂ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸੰਭਾਲੀ ਤੇ ਸਤਿਗੁਰਾਂ ਨੇ ਬਹੁਤ ਨਰਾਂ ਦਾ ਉਧਾਰ ਕੀਤਾ। ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਖਾਲਸਾ ਪੰਥ ਨੂੰ ਪ੍ਰਗਟ ਕੀਤਾ। ਸਤਿਗੁਰਾਂ ਨੇ ਸਿੱਖਾਂ ਨੂੰ ਜਿਹੜਾ ਹਨ ਬਾਦਸ਼ਾਹੀਆਂ ਦਿੱਤੀਆਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਸੁੱਖਾਂ ਨੂੰ ਦੇਣ ਵਾਲੇ ਹਨ। ਦੇਗ ਦੇਗ ਕੇ ਵੱਡ ਧਨੀ ਮਹਿਮਾ ਕਹੀ ਨਾ ਜਾਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਗ ਲੰਗਰਾਂ ਦੇ, ਹਾਂਜੀ ਤੇਗ ਜੋ ਕਿ ਸ਼ਾਸਤਰਾਂ ਦੇ ਵੱਡੇ ਧਨੀ ਸਨ, ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਚੌਪੇ ਸ੍ਰੀ ਗੋਬਿੰਦ ਸਿੰਘ ਰੁਚਰ ਵਿਸਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਸੁੰਦਰ ਤੇ ਬਹੁਤ ਸ਼ਕਤੀਸ਼ਾਲੀ ਹਨ। ਜਬ ਹੀ ਬੈਠੇ ਤਖਤ ਕਿਰਪਾਲਾ। ਜਦੋਂ ਤਖਤ ਉੱਤੇ ਕਿਰਪਾ ਦੇ ਘਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ, ਸੰਗਤ ਕੋ ਉਧਾਰ ਬਹੁ ਕਰਹੀ। ਮਹਾਰਾਜ ਨੇ ਬੜੀ ਸੰਗਤ ਦਾ ਉਧਾਰ ਕੀਤਾ। ਪ੍ਰਬਲ ਤੇਜ ਦੁਸ਼ਟਨ ਕੋ ਹਰਹੀ। ਪ੍ਰਬਲ ਤੇਜ ਜੋ ਪ੍ਰਬਲ ਬਹੁਤ ਤੇਜਸਵੀ ਜਿਹੜੇ ਹਨ ਮੁਗਲ ਸੀਗੇ, ਜੋ ਬੜਾ ਜ਼ੁਲਮ ਕਰਦੇ ਸਨ, ਬੜਾ ਜਿਹੜਾ ਹੈ ਪਾਪ ਕਰਦੇ ਸਨ, ਗਰੀਬਾਂ ਦੀ ਮਾਰ ਕਰਦੇ ਸਨ, ਹਿੰਦੂਆਂ ਨੂੰ ਜਿਹੜਾ ਹੈ ਪਕੜ ਪਕੜ ਕੇ ਉਹਨਾਂ ਨੂੰ ਜੋਰੋ ਜਰਬੀ ਮੁਸਲਮਾਨ ਧਰਮ ਵਿੱਚ ਜਿਹੜੇ ਹਨ ਕਰਦੇ ਸਨ। ਐਸੇ ਜਿਹੜੇ ਦੁਸ਼ਟ ਹਨ ਸਾਰੇ ਉਹਨਾਂ ਨੂੰ ਮਾਰਨਾ ਕੀਤਾ ਸਤਿਗੁਰਾਂ ਨੇ। ਇੱਕ ਬੈਸਨੋ ਸੁਣੀ ਪ੍ਰਸ਼ੰਸਾ। ਇੱਕ ਵੈਸ਼ਨੋ ਜੋ ਕਿ ਵੈਸ਼ਨੋ ਧਰਮ ਦਾ ਜਿਹੜਾ ਹੈ ਪੁਜਾਰੀ, ਉਹਨੇ ਜਦੋਂ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣੀ, ਗੁਰੂ ਬਡੋ ਸੋਡਨ ਅਵਤੰਸਾ। ਉਹਨੇ ਸੁਣਿਆ ਕਿ ਸੋਢੀਆਂ ਦੀ ਕੁਲ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 10ਵੇਂ ਤਖਤ ਉੱਤੇ ਬੈਠੇ ਹਨ। ਸ੍ਰੀ ਨਾਨਕ ਸਥਾਨ ਸੋ ਬੈਸਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ 10ਵੇਂ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਹਨ। ਕਰਤ ਉਦਾਰ ਦੇਤ ਉਪਦੇਸਾ। ਤੇ ਉਹ ਦੁਨੀਆ ਦਾ ਉਧਾਰ ਕਰਦੇ ਹਨ ਉਪਦੇਸ਼ ਦੇ ਕੇ। ਬਹੁ ਵਿਵੇਕ ਨਿਧ ਸੰਤ ਸਰੂਪਾ। ਬਹੁ ਵਿਵੇਕ ਕਹਿਣਗੇ ਬਹੁਤ ਜਿਹੜੇ ਹਨ ਉਹ ਵਿਵੇਕ ਪਰਮਾਤਮਾ ਦੀ ਗਿਆਤ ਕਰਾਉਣ ਵਾਲੇ ਹਨ। ਬਹੁਤ ਸਾਰਿਆਂ ਨੂੰ ਉਹਨਾਂ ਨੇ ਪਰਮਾਤਮਾ ਦੇ ਨਾਲ ਮਿਲਾਪ ਕਰਾਤਾ। ਕਹਿੰਦੇ ਨਿੱਧ ਉਹ ਖਜ਼ਾਨੇ ਹਨ, ਕਹਿੰਦੇ ਸੰਤ ਸਰੂਪ ਹਨ ਉਹ। ਆਸ ਜਬ ਮਹਿਮਾ ਸੁਣੀ ਅਨੂਪਾ। ਜਦੋਂ ਐਸੀ ਮਹਿਮਾ ਇਹ ਵੈਸ਼ਨੂ ਨੇ ਸੁਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜੋ ਉਪਮਾ ਤੋਂ ਜਿਹੜਾ ਹਨ ਪਰੇ ਹੈ, ਇੰਨੀ ਉਪਮਾ ਸਤਿਗੁਰਾਂ ਦੀ। ਦਰਸ ਹੇਤ ਚੱਲ ਕਰ ਸੋ ਆਵਾ। ਉਹਦੇ ਮਨ 'ਚ ਚਾਹ ਆਇਆ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਘਰੋਂ ਤੁਰ ਪਿਆ। ਅਵਲੋਕਨ ਆਚਾਰ ਲਲਚਾਵਾ। ਕਹਿਣ ਲੱਗੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਕਰਤੱਵ, ਮਹਾਰਾਜ ਦੀ ਰੂਟੀਨ, ਮਹਾਰਾਜ ਦੇ ਜਿਹੜਾ ਹਨ ਮਹਾਰਾਜ ਦੇ ਕੌਤਕ ਦੇਖਣ ਵਾਸਤੇ ਉਹ ਬੜਾ ਹੀ ਉਤਸ਼ਾਹਵਾਨ ਹੋਇਆ। ਗਏ ਅਖੇਰ ਗੁਰੂ ਤਹਿਕਾਲਾ। ਕਹਿਣਗੇ ਜਿਸ ਵੇਲੇ ਉਹ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਵਾਸਤੇ ਪਹੁੰਚਿਆ, ਉਸ ਵੇਲੇ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਗਏ ਸਨ। ਸ਼ਸਤਰ ਸਜਾਏ ਸੋ ਬਾਹੋ ਬਿਸਾਲਾ। ਇਹ ਉਹ ਗੱਲ ਹੈ ਜਦੋਂ ਸਤਿਗੁਰੂ ਜੀ ਦੇ ਅੰਧੇੜ ਵਿੱਚ ਸਨ
ਤੇ ਉਹ ਸਤਿਗੁਰੂ ਜਦੋਂ ਨੰਦੇੜ ਵਿੱਚ ਪਹੁੰਚ ਚੁੱਕੇ ਸਨ, ਉਦੋਂ ਇਹ ਵੈਸ਼ਨੂ ਸਤਿਗੁਰਾਂ ਨੂੰ ਮਿਲਣ ਵਾਸਤੇ ਆਇਆ। ਤੇ ਜਿਸ ਵੇਲੇ ਸਤਿਗੁਰਾਂ ਦੇ ਡੇਰੇ ਪਹੁੰਚਿਆ ਤਾਂ ਉਸ ਵੇਲੇ ਸ਼ਾਸਤਰ ਸਜਾ ਕਰਕੇ ਬਹੁਤ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਵਾਸਤੇ ਨਿਕਲ ਗਏ ਸਨ। ਪੂਜੈ ਮਨੁਜ ਬੈਸਨੋ ਜਾਏ। ਇਹ ਜਿਹੜਾ ਵੈਸ਼ਨੂ ਹੈ, ਇਹਨੇ ਜਾ ਕੇ ਸਿੱਖਾਂ ਨੂੰ ਉੱਥੇ ਪੁੱਛਿਆ। ਸ੍ਰੀ ਵਿਵੇਕ ਨਿਧ ਹੈ ਕਿਹ ਥਾਈ। ਕਹਿਣ ਲੱਗੇ ਉਹ ਗਿਆਨ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿੱਥੇ ਹਨ? ਦਰਸ਼ਨ ਕਰਨ ਮੋਰ ਅਭਿਲਾਖਾ। ਕਹਿਣ ਲੱਗੇ ਉਹਨਾਂ ਦੇ ਦਰਸ਼ਨ ਕਰਦੇ ਮੈਨੂੰ ਅਭਿਲਾਖਾ, ਮੈਨੂੰ ਇੱਛਾ ਬਹੁਤ ਜ਼ਿਆਦੇ ਹੈ। ਸੁਣ ਕੇ ਇੱਕ ਸਿੱਖ ਤਿਹ ਸੋ ਭਾਖਾ। ਇੱਕ ਸਿੱਖ ਨੇ ਉਸ ਵੇਲੇ ਉਸ ਵੈਸ਼ਨੂ ਨੂੰ ਇਹ ਦੱਸਿਆ, ਸ੍ਰੀ ਗੁਰ ਅਬਹੀ ਤੋਹੇ ਅਗਾਰੀ। ਕਹਿਣ ਲੱਗੇ ਤੇਰੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣੇ ਗਏ ਹਨ। ਗਏ ਸ਼ਿਕਾਰ ਉਜਾਰ ਮਝਾਰੀ। ਕਿੱਥੇ ਗਏ ਹਨ? ਕਹਿੰਦੇ ਉਜਾੜ ਵਿੱਚ ਜਾ ਕੇ ਸ਼ਿਕਾਰ ਖੇਡਣ ਵਾਸਤੇ ਗਏ ਹਨ। ਇਹੋ ਸੁਨ ਤਰਕਤ ਭਾ ਮਨ ਮਾਹੀ। ਉਸ ਵੇਲੇ ਉਹਦੇ ਮਨ ਵਿੱਚ ਵੈਸ਼ਨੂ, ਕਿਉਂਕਿ ਵੈਸ਼ਨੂ ਜਿਹੜੇ ਹੁੰਦੇ ਹਨ ਇਹ ਜਿਹੜੇ ਪਿਓਰ ਵੈਜੀਟੇਰੀਅਨ ਤੇ ਜਿਹੜਾ ਹਨ ਬਿਲਕੁਲ ਵੀ ਜਿਹੜਾ ਹਿੰਸਾ ਤੋਂ ਪਰੇ ਰਹਿੰਦੇ ਹਨ। ਤੋ ਜਦੋਂ ਇਹਨੇ ਇਹ ਗੱਲ ਸੁਣੀ, ਇਹਦੇ ਮਨ 'ਚ ਇੱਕ ਤਰਕਤ ਆ ਗਈ, ਇੱਕ ਜਿਹੜਾ ਹੈ ਤਰਕ ਇਹ ਆਈ ਇਹਦੇ ਮਨ ਵਿੱਚ, ਇੱਕ ਡਾਊਟ ਉੱਠਿਆ। ਕਰਨ ਉਧਾਰ ਉਚਿਤ ਇਹ ਨਾਹੀ। ਕਹਿਣ ਲੱਗੇ ਇਹ ਮੁਕਤੀ ਦੇਣ ਵਾਲੇ ਜਿਹੜੇ ਸਮਰੱਥ ਸਰੂਪ ਪਰਮੇਸ਼ਰ ਰੂਪ ਗੁਰੂ ਗੋਬਿੰਦ ਸਿੰਘ ਜੀ ਹਨ, ਇਹਨਾਂ ਨੂੰ ਐਸਾ ਨਹੀਂ ਕਰਨਾ ਚਾਹੀਦਾ। ਇਹ ਕਿਉਂ ਸ਼ਿਕਾਰ ਵਾਸਤੇ ਜਾਂਦੇ ਹਨ? ਕਿਉਂਕਿ ਸ਼ਿਕਾਰ ਕੀ ਹੁੰਦਾ? ਜਾਨਵਰਾਂ ਨੂੰ ਮਾਰਨਾ, ਜਾਨਵਰ ਦਾ ਸ਼ਿਕਾਰ ਕਰਨਾ। ਕਹਿੰਦੇ ਇਹ ਵੀ ਕਿਉਂ ਕਰਦੇ ਹਨ? ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਦਇਆਹੀਨ ਜੋ ਜੀਵਨ ਮਾਰੈ। ਦੇਖੋ ਜੋ ਜੀਵਾਂ ਨੂੰ ਮਾਰਦੇ ਆ ਉਹ ਦਇਆਹੀਨ ਹੁੰਦੇ ਨੇ, ਉਹਨਾਂ ਕੋਲ ਮਰਜ਼ੀ ਨਹੀਂ ਹੁੰਦੀ। ਜਿਹੜੇ ਜਾ ਕੇ ਜਿਹੜਾ ਹਨ ਜਾਨਵਰਾਂ ਨੂੰ ਮਾਰਦੇ ਹਨ, ਸ਼ਿਕਾਰ ਕਰਦੇ ਹਨ। ਸੋ ਕੈਸੇ ਕਿਆ ਜਗਤ ਉਧਾਰ ਹੈ। ਫੇਰ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਲੋਕ ਜਗਤ ਉਧਾਰ ਕਿਵੇਂ ਕਹਿੰਦੇ ਹਨ? ਵੀ ਕਿਵੇਂ ਜਗ ਦਾ ਉਧਾਰ ਕਰਦੇ, ਜਿਹੜਾ ਆਪੇ ਜਾ ਕੇ ਹੰਟਿੰਗ ਕਰਦੇ ਹਨ। ਤਦਿਪ ਮੈਂ ਆਇਓ ਅਬ ਚੱਲ ਕੇ। ਕਹਿਣ ਲੱਗੇ ਮੈਂ ਤਾਂ ਵਾਧੂ ਦਾ ਇੰਨੀ ਦੂਰੋਂ ਚੱਲ ਕੇ ਆਇਆ ਮਿਲਣ ਵਾਸਤੇ। ਜਾਓ ਸਦਨ ਇੱਕ ਵਾਰੀ ਮਿਲ ਕੇ। ਪਰ ਕਹਿੰਦੇ ਉਹ ਵੈਸ਼ਨੂ ਕਹਿੰਦਾ ਚਲੋ ਕੋਈ ਗੱਲ ਨਹੀਂ, ਜੋ ਵੀ ਹੈ ਮੈਂ ਆ ਤਾਂ ਗਿਆ ਨਾ ਹੁਣ, ਕਹਿੰਦੇ ਇੱਕ ਵਾਰੀ ਮਿਲ ਕੇ ਹੀ ਜਾਵਾਂਗਾ। ਪਰ ਉਹਦੀ ਸ਼ਰਧਾ ਹੁਣ ਟੁੱਟ ਗਈ ਥੋੜੀ ਜੀ। ਪਰ ਕਹਿੰਦਾ ਕੋਈ ਨਹੀਂ, ਮੈਂ ਹੁਣ ਆਇਆ, ਮੈਂ ਇੱਕ ਵਾਰੀ ਮਿਲ ਕੇ ਚਲਿਆ ਜਾਂਦਾ ਹਾਂ। ਅਸ ਵਿਚਾਰ ਕਰ ਵਹਿਰ ਪਧਾਰਾ। ਅਸ ਵਿਚਾਰ ਕਰਕੇ ਉਹ ਵੀ ਚਲਿਆ ਗਿਆ ਉੱਥੇ ਜਿੱਥੇ ਸਤਿਗੁਰੂ ਜੀ ਆਪ ਸ਼ਿਕਾਰ ਖੇਡਣ ਵਾਸਤੇ ਗਏ ਹਨ। ਜਿਹ ਮਗ ਗਮਨੇ ਮੋਖ ਉਦਾਰਾ। ਉਹ ਦੇਖ ਦੇਖ ਕੇ ਰਸਤੇ ਤੇ ਘੋੜਿਆਂ ਦੇ ਪੈੜਾਂ ਨੂੰ ਦੇਖ ਦੇਖ ਕੇ ਉਹ ਉਧਰਲੇ ਰਸਤੇ ਤੁਰ ਪਿਆ ਪਿੱਛੇ ਪਿੱਛੇ। ਕਰਤ ਅਖੇਰ ਬ੍ਰਿਤ ਤਹਿ ਕਾਲਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਮਹਾਰਾਜ ਜੀ ਸ਼ਿਕਾਰ ਕਰ ਰਹੇ ਸਨ। ਜਾਏ ਬਿਲੋਕੇ ਦੀਨ ਦਿਆਲਾ। ਉਹਨੇ ਜਾ ਕੇ ਵੈਸ਼ਨੂ ਨੇ ਦੇਖਿਆ ਜੋ ਦੀਨ ਦਿਆਲਾ, ਜੋ ਦੀਨਾਂ ਗਰੀਬਾਂ ਤੇ ਦਇਆ ਦਾ ਘਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਰਹੇ ਹਨ। ਇਹਨੇ ਅੱਖੀਂ ਦੇਖਿਆ। ਨਿਕਸ ਸਸਾ ਇੱਕ ਚਲਿਓ ਅਗਾਰੀ। ਤੇ ਇਹ ਕੀ ਦੇਖਦਾ ਹੈ? ਇੱਕ ਛੋਟਾ ਜਿਹਾ ਜਿਹੜਾ ਹੇਅਰ ਹੈ ਜਾਂ ਰੈਬਿਟ ਹੈ, ਉਹ ਜਿਹੜਾ ਹੈ ਖਰਗੋਸ਼ ਹੈ, ਉਹ ਨਿਕਲਿਆ ਜੀ ਇੱਕ ਗਲੀ ਵਿੱਚੋਂ, ਨਿਕਲ ਕੇ ਉਹ ਬਾਹਰ ਆਉਂਦਾ ਹੈ। ਛੋਟਿਓ ਤਾਂ ਕਿ ਬਾਜ ਪਿਛਾਰੀ। ਉਹਨੇ ਕੀ ਕੀਤਾ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹ ਰੈਬਿਟ ਨੂੰ ਦੇਖਿਆ ਨਾ ਨਿਕਲਦਿਆਂ ਹੋਇਆਂ, ਉਹਨਾਂ ਨੇ ਆਪਣਾ ਬਾਜ ਛੱਡ ਦਿੱਤਾ। ਆਪਣੀ ਫੈਲਕਨ ਜਿਹੜੀ ਸੀ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਫੜੀ ਹੋਈ, ਸਤਿਗੁਰਾਂ ਨੇ ਉਹ ਫੈਲਕਨ ਨੂੰ ਕਿਹਾ ਜਾ ਤੂੰ ਸ਼ਿਕਾਰ ਕਰ ਉਸਦਾ। ਚੁੰਚ ਚਪੇਟ ਸਾਥ ਤੇ ਗੇਰਾ। ਕੀ ਹੋਇਆ? ਇਹ ਜਿਹੜਾ ਫੈਲਕਨ ਹੈ, ਇਹ ਜਿਹੜਾ ਬਾਜ ਹੈ, ਇਹ ਬਹੁਤ ਛੇਤੀ ਝਪਟਕ ਮਾਰਦਾ ਹੈ। ਇਹਨੇ ਝਪਟਕ ਮਾਰ ਕੇ ਉਸੇ ਵੇਲੇ ਉਸ ਰੈਬਿਟ ਨੂੰ ਪਕੜ ਲਿਆ। ਪਕੜ ਕੇ ਉਹਦੇ ਆਪਣੇ ਚੁੰਝਾਂ ਮਾਰੀਆਂ ਜੀ ਉਹਦੇ ਤੇ ਤਿੱਖੀਆਂ ਤਿੱਖੀਆਂ ਉਸੇ ਵੇਲੇ। ਕਿਸੇ ਪ੍ਰਭੂ ਤਮਾਸੋ ਹੇਰਾ। ਤੇ ਉਹ ਜਿਹੜਾ ਹੈ ਬਾਜ ਜਿਹੜਾ ਹੈ ਉਸਨੂੰ ਆਪਣੀ ਲੱਤਾਂ ਨਾਲ ਫੜ ਕੇ ਤੇ ਉਹਦੇ ਸਿਰ ਦੇ ਵਿੱਚ ਉਹ ਚੁੰਝਾ ਮਾਰ ਰਿਹਾ ਹੈ, ਜਾਂ ਬੁਰੀ ਤਰ੍ਹਾਂ ਉਹਨੂੰ ਮਾਰ ਰਿਹਾ ਹੈ। ਤੇ ਇਹ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਹੋ ਰਿਹਾ ਹੈ। ਬਿਗਸੇ ਪ੍ਰਭੂ ਤਮਾਸੋ ਹੇਰਾ। ਤੇ ਦੇਖ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਹੱਸ ਰਹੇ ਹਨ ਵੀ ਇਹ ਜਿਹੜਾ ਬਾਜ ਉਸ ਨੂੰ ਮਾਰ ਰਿਹਾ, ਤੇ ਗੁਰੂ ਗੋਬਿੰਦ ਸਿੰਘ ਜੀ ਹੱਸ ਰਹੇ ਹਨ। ਦੇਖ ਬੈਸਨੋ ਬਹੁ ਪਛਤਾਵਾ। ਇਹ ਬੈਸ ਨੂੰ ਦੇਖ ਕੇ ਬੜਾ ਪਛਤਾਇਆ। ਮੈਂ ਕਾਹੇ ਇਨ ਢਿਗ ਚੱਲ ਆਵਾ। ਮੈਂ ਕਿਉਂ ਇਹਨਾਂ ਕੋਲ ਆਉਣਾ ਸੀ? ਇਹ ਕਿਹੜੇ ਸੰਤ ਨੇ? ਇਹ ਤਾਂ ਆਪ ਮਰਵਾ ਰਹੇ ਨੇ ਜੀਵਾਂ ਨੂੰ, ਆਪਣਾ ਜਿਹੜਾ ਹਨ ਬਾਜ ਭੇਜ ਭੇਜ ਕੇ ਸ਼ਿਕਾਰ ਕਰਾਉਂਦੇ ਹਨ। ਤਰਫਤ ਜੀਰ ਕੋ ਹੇਰ ਬਿਕਾਸੇ। ਦੇਖੋ ਤੜਫਦੇ ਹੋਏ ਜੀਵ ਨੂੰ, ਮਰਦੇ ਹੋਏ ਜੀਵ ਨੂੰ ਦੇਖ ਕੇ ਹੱਸ ਰਹੇ ਹਨ। ਕਹਿੰਦੇ ਦੇਖੋ ਇਹਨਾਂ ਦੇ ਵਿੱਚ ਕਿੱਥੇ ਜਿਹੜੀ ਦਇਆ ਹੈ? ਕਿਵੇਂ ਇਹਨਾਂ ਨੂੰ ਦਇਆ ਕਹਿੰਦੇ, ਦਇਆ ਦਾ ਘਰ ਕਹਿ ਦਿੰਦੇ ਹਾਂ। ਕਹਿੰਦੇ ਕਿਵੇਂ ਹੋ ਸਕਦਾ ਹੈ? ਕਹਾ ਮੁਕਤ ਹੋਵੇ ਇਨ ਪਾਸੇ। ਕਹਿਣ ਲੱਗੇ ਇਹਨਾਂ ਕੋਲ ਕਿੱਥੇ ਮੁਕਤੀ ਹੋਣੀ ਹੈ? ਤੇਹ ਮਨ ਕੀ ਲਖ ਕਹਿ ਜਗਨਾਥਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਵੈਸ਼ਨੂ ਦੇ ਮਨ ਦੀਆਂ ਜੋ ਉਹਦੇ ਮਨ ਵਿੱਚ ਸੰਕਲਪ ਉੱਠ ਰਹੇ ਸਨ, ਦੁਬਦਾ ਵਾਲੇ, ਬੇਮੁਖਤਾ ਵਾਲੇ, ਉਹ ਮਹਾਰਾਜ ਨੇ ਸਮਝ ਲਏ। ਸੱਸੇ ਸੰਗ ਛੁਆਇਓ ਨਿਜ ਹੱਥਾ। ਸੱਸੇ ਉਹ ਰੈਬਿਟ ਦੇ ਨਾਲ ਜਿਹੜਾ ਹੈ ਸਤਿਗੁਰਾਂ ਨੇ ਆਪਣਾ ਹੱਥ ਲਾਇਆ। ਉਹ ਮਰੇ ਹੋਏ ਬੋਡੀ ਜਿਹੜੀ ਸੀ ਨਾ,
ਉਹਨੂੰ ਹੱਥ ਲਾਇਆ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਖਰਗੋਸ਼ ਦੇ ਜਿਹੜਾ ਹਨ ਉਹ ਮਰੀ ਹੋਈ ਬੋਡੀ ਤੇ ਆਪਣਾ ਜਿਹੜਾ ਹੱਥ ਐਸਾ ਲਾਇਆ, ਕੀ ਹੋਇਆ ਫਿਰ? ਤਤ ਛਿਨ ਭਇਓ ਸੋ ਦੇਵ ਸਰੂਪ। ਬਸ ਉਸ ਦੇ ਵਿੱਚੋਂ ਉਸ ਦਾ ਜਿਹੜਾ ਹੈ ਸੂਖਸ਼ਮ ਸਰੀਰ, ਉਸ ਦੀ ਰੂਹ, ਉਹਦੀ ਸੋਲ ਬਾਹਰ ਨਿਕਲੀ ਤੇ ਤਤ ਛਿਨ ਭਇਓ ਦੇਵ ਸਰੂਪ, ਉਹ ਦੇਵ ਸਰੂਪ ਬਣ ਗਿਆ, ਦੇਵਤਿਆਂ ਵਰਗਾ ਉਹਦਾ ਸਰੀਰ ਹੋ ਗਿਆ। ਭੂਖਨ ਅੰਗਨ ਵਿੱਚ ਅਨੂਪਾ। ਉਹਦੇ ਸਰੀਰ ਦੇ ਉੱਤੇ ਬਹੁਤ ਸਾਰੇ ਜਿਹੜੇ ਹਨ ਜਿਵਲਰੀਜ਼ ਜਿਹੜੀਆਂ ਹਨ ਉਹ ਲੱਗੀਆਂ ਹੋਈਆਂ ਹਨ, ਬਹੁਤ ਗਹਿਣੇ ਪਾਏ ਹੋਏ ਹਨ, ਬੜਾ ਸਜਿਆ ਹੋਇਆ ਸਰੀਰ ਹੈ। ਬਨੇ ਰੁਚਰਤਾ ਕਾਮ ਲੱਜਾਵਾ। ਦੇਖੋ ਉਹਦੀ ਇੰਨੀ ਸੁੰਦਰਤਾ ਬਣੀ ਹੋਈ ਹੈ ਉਹ ਸੂਖਸ਼ਮ ਸਰੀਰ ਦੀ, ਤੇ ਜਿਹਨੂੰ ਦੇਖ ਕਰਕੇ ਕਾਮਦੇਵ ਵੀ ਸ਼ਰਮਸ਼ਾਰ ਹੋਵੇ, ਅੰਨਾ ਸੁੰਦਰ ਹੈ। ਉਸਤਤ ਕਰਕੇ ਉਰਦ ਸਿਧਾਵਾ। ਕੀ ਹੋਇਆ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਕੇ ਮੱਥਾ ਟੇਕ ਕੇ ਉਹ ਅਸਮਾਨ ਵੱਲ ਚਲਿਆ ਗਿਆ। ਜਬ ਇਹ ਚਰਿਤ ਵੈਸ਼ਨਵ ਦੇਖਾ। ਜਦੋਂ ਇਹ ਵੈਸ਼ਨੂ ਨੇ ਇਸ ਚਰਿੱਤਰ ਨੂੰ ਦੇਖਿਆ, ਐਸਾ ਜਿਹੜਾ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ ਸਭ ਕੁਝ ਦੇਖਿਆ, ਔਰ ਮਹਿ ਸਰਦਾ ਬਦੀ ਵਿਸੇਖਾ। ਉਹਦੇ ਅੰਦਰ ਬੜੀ ਸ਼ਰਧਾ ਵਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਥਾਏ। ਪਦ ਅਰਬਿੰਦ ਦੌਰ ਲਪਟਾਵਾ। ਦੌੜ ਕੇ ਭੱਜ ਕੇ ਗੁਰੂ ਗੋਬਿੰਦ ਸਿੰਘ ਦੇ ਚਰਨ ਉਹਨੇ ਪਕੜ ਲਏ, ਮੱਥਾ ਟੇਕਿਆ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ। ਅਧਿਕ ਪ੍ਰੇਮ ਸੋ ਹਿਰਦਾ ਛਾਵਾ। ਕਹਿਣਗੇ ਅਧਿਕ ਪ੍ਰੇਮ, ਬਹੁਤ ਸਾਰੇ ਪ੍ਰੇਮ ਦੇ ਨਾਲ ਉਹਦਾ ਹਿਰਦਾ ਜਿਹੜਾ ਛਾ ਗਿਆ, ਉਹਦੇ ਹਿਰਦੇ ਵਿੱਚ ਪ੍ਰੇਮ ਭਰ ਗਿਆ। ਡੇਰੇ ਜਾਏ ਬੂਝਨੋ ਕੀਨਾ। ਉਹਨੇ ਜਾ ਕੇ ਫਿਰ ਡੇਰੇ ਵਿੱਚ ਪੁੱਛਣਾ ਕੀਤਾ, ਕੌਣ ਹੁਤੋ ਜੋ ਕਿਉ ਬੰਦ ਹੀਨਾ। ਕਹਿਣਗੇ ਮਹਾਰਾਜ ਉਹ ਕੌਣ ਸੀਗਾ ਜਿਹਦੀ ਤੁਸੀਂ ਮੁਕਤੀ ਕੀਤੀ ਹੈ? ਇਹ ਛਨ ਮੂਲੇ ਕੋ ਜੋ ਪ੍ਰਸੰਗਾ। ਉਹ ਸਾਰਾ ਜਿਹੜਾ ਮੂਲੇ ਦਾ ਪ੍ਰਸੰਗ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸੁਨਾਏ ਦੀਨ ਤੇ ਸੰਗਾ। ਮਹਾਰਾਜ ਨੇ ਉਹ ਵੈਸ਼ਨੂ ਸਾਰਾ ਹੀ ਜਿਹੜਾ ਆਹ ਪ੍ਰਸੰਗ ਸੁਣਾਇਆ ਕਿ ਸਾਡੇ ਜਿਹੜੇ ਪਹਿਲੇ ਸਰੂਪ ਵਿੱਚ ਅਸੀਂ ਵਰ ਦਿੱਤਾ ਸੀਗਾ ਕਿ ਇਹਨੂੰ ਅਸੀਂ ਆਪਣੇ 10ਵੇਂ ਰੂਪ ਦੇ ਵਿੱਚ ਆ ਕੇ ਇਸ ਦੀ ਮੁਕਤੀ ਕਰਨੀ ਆ। ਇਹ ਅਸਥਾਨ ਜਿਹੜਾ ਅੱਜ ਤੱਕ ਵੀ ਹੈ, ਸ਼ਿਕਾਰ ਘਾਟ ਗੁਰਦੁਆਰਾ ਅੱਜ ਤੱਕ ਵੀ ਸੁਸ਼ੋਭਿਤ ਹੈ, ਜਿੱਥੇ ਸਤਿਗੁਰਾਂ ਨੇ ਮੂਲੇ ਖੱਤਰੀ ਦਾ ਉਧਾਰ ਕੀਤਾ। ਇਸ ਪ੍ਰਕਾਰ ਸੁਣ ਪਿਖ ਸੁਭਰੀਤੀ। ਦੇਖੋ ਇਸ ਪ੍ਰਕਾਰ ਦੀ ਚੰਗੀ ਰੀਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਵੇਂ ਮੁਕਤ ਕਰਦੇ ਹਨ ਜੀਵਾਂ ਨੂੰ। ਭਇਓ ਸਿੱਖ ਗੁਰ ਕੋ ਯੁਤ ਪ੍ਰੀਤੀ। ਉਹ ਵੈਸ਼ਨੂ ਸਤਿਗੁਰਾਂ ਦਾ ਸਿੱਖ ਬਣ ਗਿਆ, ਅੰਮ੍ਰਿਤ ਛਕਿਆ ਉਹਨੇ ਖੰਡੇ ਬਾਟੇ ਦਾ, ਤੇ ਸਤਿਗੁਰਾਂ ਦਾ ਸੇਵਕ ਬਣ ਗਿਆ। ਇਉ ਮੂਲੇ ਨੇ ਸੁਭ ਗਤ ਪਾਈ। ਇਉ ਮੂਲੇ ਖੱਤਰੀ ਨੇ ਸ਼ੁਭ ਗਤ ਪਾਉਣੀ ਕੀਤੀ। ਕਵ ਵਰਣਨ ਕਰ ਸਰਬ ਸੁਨਾਈ। ਕਵ ਵਰਣਨ ਕਹਿਣਗੇ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਇਹ ਸਾਰੀ ਹੀ ਸਾਖੀ ਜਿਹੜੀ ਹੈ ਕਹਿ ਕੇ ਸੁਣਾਈ ਉਹ ਸਰੋਤੇ ਜਨਾਂ ਨੂੰ। ਤੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾ ਕੇ ਮੂਲੇ ਖੱਤਰੀ ਦਾ ਉਧਾਰ ਕੀਤਾ। ਇਸ ਪ੍ਰਕਾਰ ਕਰਕੇ ਜੋ ਵੀ ਕੋਈ ਇੱਕ ਵਾਰ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲੱਗ ਜਾਂਦਾ ਹੈ ਨਾ, ਭਾਵੇਂ ਬਾਅਦ ਵਿੱਚ ਜੇ ਭੁੱਲ ਵੀ ਜਾਵੇ ਨਾ, ਫਿਰ ਵੀ ਗੁਰੂ ਸਾਹਿਬ ਜੀ ਉਸ ਨੂੰ ਬਚਾਉਂਦੇ ਹਨ। ਦੇਖੋ ਮੂਲਾ ਖੱਤਰੀ ਭੁੱਲਿਆ ਹੋਇਆ 10ਵੇਂ ਰੂਪ ਵਿੱਚ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਾ ਕੇ ਉਹਦੀ ਮੁਕਤੀ ਕੀਤੀ। ਗੁਰੂ ਮਹਾਰਾਜ ਜੀ ਐਸੇ ਦਿਆਲੂ ਹਨ। ਇਸ ਕਰਕੇ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੱਖ ਬਣਨਾ ਜਿਹੜਾ ਹਨ ਇਹ ਮੈਂਡੇਟਰੀ ਹੈ। ਜਿਹੜਾ ਹਨ ਜੋ ਕੋਈ ਇਹ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ ਨਾ, ਉਹਦੇ ਵਰਗਾ ਜਿਹੜਾ ਹੈ ਬੰਦਾ ਜਿਹੜਾ ਹਨ ਜਿਹਦੇ ਭਾਗ ਬਿਲਕੁਲ ਹੀ ਨਾ ਹੋਣ, ਉਹੀ ਮੇਰੇ ਖਿਆਲ ਨਹੀਂ ਛਕੇਗਾ। ਜਿਹਦੇ ਵਿੱਚ ਥੋੜੇ ਬਹੁਤੀ ਵੀ ਕਿਰਪਾ ਹੋਵੇ ਨਾ, ਉਹ ਜ਼ਰੂਰ ਗੁਰੂ ਦੇ ਲੜ ਲੱਗਦੇ ਹਨ। ਮਹਾਰਾਜ ਦੇ ਲੜ ਲੱਗੋ, ਗੁਰੂ ਮਹਾਰਾਜ ਆਪਣੇ ਆਪ ਸਾਡਾ ਉਧਾਰ ਕਰਦੇ ਹਨ। ਸਤਿਗੁਰੂ ਦੀ ਜ਼ਿੰਮੇਵਾਰੀ ਬਣਦੀ ਹੈ, ਸਤਿਗੁਰੂ ਮਹਾਰਾਜ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਭਾਵੇਂ ਆਪਾਂ ਭੁੱਲ ਵੀ ਜਾਂਦੇ ਹਾਂ, ਫੇਰ ਵੀ ਸਤਿਗੁਰੂ ਜੀ ਆਪਾਂ ਨੂੰ ਬਖਸ਼ਦੇ ਹਨ। ਭਾਵੇਂ ਆਪਾਂ 1 ਜੂਨ 'ਚ ਚਲੇ ਜਾਈਏ, ਭਾਵੇਂ 84 ਲੱਖ ਵਿੱਚ ਚਲੇ ਜਾਈਏ, ਸਤਿਗੁਰੂ ਜੀ ਆਪਾਂ ਨੂੰ ਧੂ ਕੇ ਕੱਢੇ ਲੈਂਦੇ ਹਨ। ਸੋ ਇਸ ਪ੍ਰਕਾਰ ਕਰਕੇ ਗੁਰੂ ਸਾਹਿਬ ਜੀ ਬਹੁਤ ਜਿਹੜੇ ਹਨ ਪਰਉਪਕਾਰੀ ਹਨ। ਇਸ ਕਰਕੇ ਗੁਰੂ ਦਾ ਲੜ ਕਿਤੇ ਨਹੀਂ ਸਿੱਖ ਨੂੰ ਛੱਡਣਾ ਚਾਹੀਦਾ, ਗੁਰੂ ਦਾ ਭਰੋਸਾ ਹੀ ਬਣਾਈ ਰੱਖਣਾ ਚਾਹੀਦਾ ਹੈ ਹਮੇਸ਼ਾ। ਇਉ ਮੂਲੇ ਨੇ ਸੁਭ ਗਤ ਪਾਈ, ਕਵ ਵਰਣਨ ਕਰ ਸਰਬ ਸੁਨਾਈ। ਇਤ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਬਾਲ ਗੁੰਦਾਈ ਮੂਲੇ ਕੋ ਪ੍ਰਸੰਗ ਵਰਣਨ ਨਾਮ 38ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।